BBC ਟੋਰਾਂਟੋ ਦੀ ਪੇਸ਼ਕਸ਼ ਸਾਡੀ ਇੱਕ ਦੁਖੀ ਥੀ ਫਿਲੀਪੀਨ ਦੇ ਵਿੱਚ ਜਨਮ ਲਿਆ ਔਰ ਫੇਸਬੁੱਕ ਨੇ ਲੁੱਟ ਲਿਆ ਇਸ ਲੜਕੀ ਨੂੰ 5.5 ਕਰੋੜ ਹੈ 550 ਨਹੀਂ 5.5 ਕਰੋੜ ਕਰੈਕਸ਼ਨ ਮਾਂ ਜਿਹੜੀ ਹੈ ਮਰ ਚੁੱਕੀ ਹੈ ਇੱਕ ਧੀ ਜਿਹੜੀ ਆ ਇਹਦੀ ਆ ਔਰ ਪਹਿਲਾ ਪਤੀ ਇਹਨੂੰ ਛੱਡ ਚੁੱਕਾ ਪਤਾ ਨਹੀਂ ਕਿੱਥੇ ਆ ਦੂਜਾ ਪਤੀ ਦੇ ਫਸਾ ਲਿਆ ਔਰ ਇਹ ਲੜਕਾ ਮਲਕੀਤ ਸਿੰਘ ਢੰਡਾ ਆ ਅਸੀਂ ਕਮਿਊਨਿਟੀ ਦੀ ਮਦਦ ਕਰਦੇ ਹਾਂ ਜ਼ਿੰਦਗੀ ਵਿੱਚ ਔਰ ਲੋਕ ਉਹ ਦੁਨੀਆ ਵਾਲੇ ਹੋਸ਼ ਕਰੋ ਔਰ ਗੌਦਾ ਪੰਜਾਬ ਵਿੱਚ ਆਈ ਧੀ ਦੀ ਆਪਾਂ ਇੱਜ਼ਤ ਨੂੰ ਬਚਾਈਏ ਅਤੇ ਆਪਾਂ ਇਸ ਧੀ ਦੀ ਮਦਦ ਕਰਕੇ ਮਦਦ ਕੌਣ ਕਰਦਾ ਹੈ BBC ਟੋਰਾਂਟੋ ਮਦਦ ਉਹ ਨਹੀਂ ਕਰ ਸਕਦੇ ਜਿਹੜੇ ਖੁਦ ਆਪ ਫਰਾਡ ਕਰਦੇ ਨੇ ਤਾਂ ਮੈਨੂੰ ਕੀ ਕੰਮ ਕ੍ਰੇਜ਼ੀ ਨਾ ਮੈਂ ਕੀ ਕੰਮ ਓ ਮਾਈ ਗੁੱਡਨੈਸ ਲੋਕ ਦੇਖ ਲਓ ਲੁੱਟਣ ਨੂੰ ਪਏ ਨੇ ਓ ਮਾਈ ਗॉड ਓ ਗॉड ਕੁੜੀ ਰੋ ਰਹੀ ਹੈ 550 ਕਰੋੜ ਲੈ ਕੇ ਹੁਣ ਅਮਰੀਕਾ ਚ ਆ ਗਿਆ ਓ ਮਾਈ ਗॉड ਕੁੜੀ ਦੀ ਮਾਂ ਵੀ ਹੈ ਨਹੀਂ ਗੀ ਬਾਪ ਜਿਹੜਾ ਬਿਮਾਰ ਹੈ ਔਰ ਇੰਡੀਆ ਵਿੱਚ ਸਟਕ ਹੈ ਹੁਣ ਦੱਸੋ ਕਰੀਏ ਕੀ ਰੋ ਰਹੀ ਹੈ ਲੜਕੀ ਇਹ ਓ ਮਾਈ ਗॉड ਇੰਨੇ ਜ਼ਾਲਮ ਲੋਕ ਨੇ ਓ ਕਮ ਔਨ ਬੇਬੀ ਪਲੀਜ਼ ਤੇ ਤੁਸੀਂ ਮੈਰਿਜ ਆਪਣੀ ਮੈਰਿਜ ਰਜਿਸਟਰ ਕਿਉਂ ਨਹੀਂ ਕਰਾਈ ਤੁਸੀਂ ਪੜ੍ਹੇ ਲਿਖੇ ਹੋ ਔਰ ਤੁਹਾਡੀ 30 ਸਾਲ ਦੀ ਉਮਰ ਹੈ ਔਰ ਤੁਸੀਂ ਬੈਂਕ ਵਿੱਚ ਮੈਨੇਜਰ ਰਹੇ ਹੋ ਆਰ ਯੂ ਕ੍ਰੇਜ਼ੀ ਵੂਮਨ ਔਰ ਵਾਟ ਨਹੀਂ ਕ੍ਰੇਜ਼ੀ ਨਹੀਂ ਸਰ ਮੈਂ ਕਲੀਨ ਮਾਈਂਡ ਦੀ ਹਾਂ ਕਲੀਨ ਹਾਰਟ ਦੀ ਹਾਂ ਤਾਂ ਮੈਨੂੰ ਹਰ ਕੋਈ ਕ੍ਰੇਜ਼ੀ ਕਹਿ ਦਿੰਦਾ ਕਿਉਂਕਿ ਮੇਰੇ ਮਾਈਂਡ ਦੇ ਵਿੱਚ ਕੋਈ ਗੇਮ ਨਹੀਂ ਚੱਲ ਰਹੀ ਸੀਗੀ ਕੋਈ ਮੈਨੂੰ ਇਹ ਨਹੀਂ ਪਤਾ ਸੀ ਮੇਰੀ ਆਉਣ ਵਾਲੀ ਲਾਈਫ ਦੇ ਵਿੱਚ ਇਹ ਇਨਸਾਨ ਜੋ ਮੈਨੂੰ ਲਾਈਕ ਕਰਦਾ ਲਵ ਕਰਦਾ ਉਹ ਮੇਰੇ ਵਾਸਤੇ ਗੇਮ ਖੇਡੀ ਬੈਠਾ ਆਪਣੇ ਜਸਪਾਲ ਜੀਤ ਜੀ ਤੁਸੀਂ ਜਿੱਤੇ ਨਹੀਂ ਹੋ ਹਾਰ ਗਏ ਹੋ ਤੁਸੀਂ ਬਾਜੀ ਹਾਰ ਗਏ ਹੋ ਤੁਹਾਨੂੰ ਲੁੱਟ ਕੇ ਲੈ ਗਿਆ ਔਰ ਜੋ ਤੁਸੀਂ ਦੱਸ ਰਹੇ ਹੋ ਇੰਨਾ ਪੈਸਾ ਮੈਂ ਹੈਰਾਨ ਹੈ ਕਿ ਤੁਸੀਂ ਇੰਨਾ ਕਰੋੜਾਂ ਰੁਪਈਆ 550 ਕਰੋੜ ਓ ਮਾਈ ਗॉड ਓ ਮਾਈ ਗॉड ਯੂ ਕ੍ਰੇਜ਼ੀ ਵੂਮਨ ਸੋ ਜੀ ਇਸ ਤਰ੍ਹਾਂ ਤਾਂ ਹਜ਼ਾਰਾਂ ਲੋਕ ਕਹਿਣਗੇ ਕਿ ਮੈਂ ਮਰ ਲੱਗਾ ਹਾਂ ਸੁਸਾਈਡ ਕਰ ਲੱਗਾ ਹਾਂ ਤਾਂ ਵਾਈ ਯੂ ਡੂ ਦਿਸ ਤੁਸੀਂ ਤੁਹਾਨੂੰ ਟ੍ਰੈਪ ਕੀਤਾ ਉਹਨੇ ਸੀਮੋ ਮੈਨੂੰ ਦੱਸੋ ਤੁਸੀਂ ਕਿ ਇਹ ਜਿਹੜਾ ਲੜਕਾ ਆ ਤੁਹਾਨੂੰ ਫੇਸਬੁੱਕ ਤੇ ਮਿਲਿਆ ਤੁਸੀਂ ਚੈਟ ਕਰਨ ਲੱਗ ਪਏ ਤੁਹਾਨੂੰ ਇਹਨੂੰ ਪ੍ਰਭਾਵਿਤ ਕੀਤਾ ਔਰ ਇਹ ਲੜਕਾ ਜਿਹੜਾ ਕਿਹੜੇ ਜ਼ਿਲ੍ਹੇ ਤੇ ਕਿਹੜੇ ਪਿੰਡ ਦਾ ਨਾਮ ਕੀ ਇਸ ਲੜਕੇ ਦਾ ਸੀ ਤੁਹਾਡੀ ਐਜੂਕੇਸ਼ਨ ਕੀ ਇਸ ਕੰਟਰੀ ਦੀ ਕਿੰਨੇ ਪੜ੍ਹੇ ਲਿਖੇ ਹੋ ਹਾਈ ਸਕੂਲ ਕੀਤਾ ਸਰ ਮੈਂ ਆਈ ਸੀ ਸੋ ਤੁਹਾਡੇ ਮਾਂ-ਬਾਪ ਜਿਹੜੇ ਨੇ ਉਹ ਇੰਡੀਆ ਦੇ ਨੇ ਪੰਜਾਬ ਤੋਂ ਨੇ ਕਿੱਥੋਂ ਨੇ ਮੇਰੇ ਫੈਮਿਲੀ ਰਹਿੰਦੀ ਤਾਂ ਵੈਸੇ ਫਿਲੀਪੀਨ ਚ ਸੀਗੀ ਬਟ ਹੁਣ ਦਿਸ ਟਾਈਮ ਉਹ ਮਲੇਸ਼ੀਆ ਰਹਿੰਦੇ ਨੇ ਤੇ ਮੇਰੇ ਡੈਡ ਹੁਣ ਇੰਡੀਆ ਗਏ ਹੋਏ ਨੇ ਆਪਣਾ ਬਾਡੀ ਦਾ ਟ੍ਰੀਟਮੈਂਟ ਕਰਾਉਣ ਬਟ ਲਾਕਡਾਊਨ ਕਰਕੇ ਉੱਥੇ ਹੀ ਰਹਿ ਗਏ ਨੇ ਤੁਹਾਡੇ ਇੰਡੀਆ ਦੇ ਵਿੱਚ ਤੁਹਾਡੇ ਮਾਂ-ਬਾਪ ਦਾ ਕਿਹੜਾ ਪਿੰਡ ਹੈ ਕਿਹੜਾ ਜ਼ਿਲ੍ਹਾ ਆ ਮੋਗਾ ਸਿਟੀ ਸਰ ਮੋਗਾ ਸਿਟੀ ਪ੍ਰੋਪਰ ਹੈ ਹਾਂਜੀ ਤੁਹਾਡੇ ਫਾਦਰ ਦਾ ਨਾਮ ਕੀ ਹੈ ਮੁਖਤਿਆਰ ਸਿੰਘ ਇੰਡੀਆ ਵੀ ਨਹੀਂ ਆਈ No ਤੁਸੀਂ ਹੋਲਡ ਔਨ ਸਟਾਪ ਇਟ ਪਲੀਜ਼ ਯੂ ਮਸਟ ਸਟਾਪ ਇਟ I would asking you ਕਿ ਤੁਸੀਂ ਜਿਹੜੇ ਇੰਨੇ ਪੈਸੇ ਟ੍ਰਾਂਸਫਰ ਕੀਤੇ 40 ਲੱਖ 30 ਲੱਖ 20 ਲੱਖ ਇਹ ਅਕਾਊਂਟ ਤੁਹਾਨੂੰ ਕਿਹਨੇ ਦਿੱਤੇ ਸੀ ਤੁਹਾਡੇ ਹਸਬੰਡ ਨੇ ਦਿੱਤੇ ਸੀਗੇ ਹਾਂਜੀ ਮੇਰੇ ਹਸਬੰਡ ਨੇ ਦਿੱਤੇ ਸੀ ਮੈਨੂੰ ਇਹ ਅਕਾਊਂਟ ਕੇ you should know that ਕਿ ਅਕਾਊਂਟ ਤੇ ਜਦੋਂ ਲਿਖਦੇ ਆ ਉੱਪਰ ਲਿਖਿਆ ਵੀ ਜਾਂਦਾ ਕਿ ਅਕਾਊਂਟ ਨੰਬਰ ਕਿਹਦਾ ਆਇਆ ਇਹ ਔਰ ਕੌਣ ਆ ਇਸ ਅਕਾਊਂਟ ਦਾ ਜਿਹੜਾ ਮਾਲਕ ਹੈ ਤੁਸੀਂ ਬੈਂਕ ਦੇ ਮੈਨੇਜਰ ਰਹੇ ਹੋ ਆਰ ਯੂ ਕ੍ਰੇਜ਼ੀ ਵੂਮਨ ਤੁਸੀਂ ਪਾਗਲ ਹੋ ਔਰ ਯੂ ਮੈਂਟਲੀ ਡਿਸਟਰਬਡ ਹੋ ਤੁਹਾਨੂੰ ਤੁਸੀਂ ਬੈਂਕ ਦੇ ਵਿੱਚ ਮੈਨੇਜਰ ਰਹੇ ਹੋ ਯੂ ਸ਼ੁੱਡ ਸ਼ੇਮ ਯੋਰਸੈਲਫ ਕਿ ਤੁਹਾਨੂੰ ਪੈਸਾ ਇੰਨਾ ਬਰਬਾਦ ਕੀਤਾ ਸੀ ਮੈਂ ਨਹੀਂ ਸਰ ਜ਼ਮੀਨ ਨਹੀਂ ਸੀਗੀ ਨਾ ਫਲੈਟ ਸੀ ਮੇਰਾ ਬਿਜ਼ਨਸ ਸੀਗਾ ਇੱਥੇ ਬਹੁਤ ਬਿਗ ਸਾਰਾ ਬਿਜ਼ਨਸ ਸੀਗਾ ਮੇਰਾ ਖੁਦ ਦਾ ਹਾਊਸ ਸੀਗਾ ਮੇਰੀਆਂ ਗੱਡੀਆਂ ਸੀਗੀਆਂ ਮੈਂ ਬੈਂਕ ਮੈਨੇਜਰ ਵੀ ਰਹਿ ਚੁੱਕੀ ਹਾਂ ਤੇ ਮੈਂ ਇੰਡੀਆ ਜਾ ਕੇ ਸਰ ਕਰਾਈ ਹੈ ਮੈਰਿਜ ਕਿਉਂਕਿ ਉਹਨੇ ਮੈਨੂੰ ਪ੍ਰਪੋਜ਼ ਕੀਤਾ ਸੀ ਮੈਰਿਜ ਦਾ ਤੇ ਉਹਨੇ ਕਿਹਾ ਸੀ ਜੇ ਤੂੰ ਮੇਰੇ ਨਾਲ ਮੈਰਿਜ ਨਾ ਕਰਾਈ ਤਾਂ ਮੈਂ ਸੁਸਾਈਡ ਕਰ ਲੂੰਗਾ ਤੇਰੀ ਪਿਕ ਦਿਖਾ ਕੇ ਤੈਨੂੰ ਮੈਂ ਲੋਕਾਂ ਨੂੰ ਦੱਸੂੰਗਾ ਕਿ ਮੈਂ ਇੱਕ ਫੋਰਨ ਕੁੜੀ ਨੂੰ ਲਾਈਕ ਕਰਦਾ ਸੀ ਉਹਨੂੰ ਮੈਰਿਜ ਦੀ ਪ੍ਰਪੋਜ਼ ਕੀਤੀ ਉਹਨੇ ਮੈਰਿਜ ਨੂੰ ਮਨਾ ਕਰਤਾ ਤਾਂ ਮੈਂ ਉਹਦੇ ਕਰਕੇ ਸੁਸਾਈਡ ਕਰ ਰਿਹਾ ਕਮ ਔਨ ਗਿਵ ਮੀ ਬ੍ਰੇਕ ਆਈ ਸੀ ਸੋ ਤੁਸੀਂ ਡਿਵੋਰਸ ਲੈ ਕੇ ਉਸ ਤੋਂ ਬਾਅਦ ਸ਼ਾਦੀ ਕਰਾਈ ਦੂਜੀ ਨੋ ਸਰ ਮੇਰਾ ਡਿਵੋਰਸ ਨਹੀਂ ਹੋਇਆ ਐਕਚੁਅਲੀ ਮੇਰੇ ਹਸਬੈਂਡ ਮੈਨੂੰ ਬਿਨਾਂ ਦੱਸੇ ਚਲੇ ਗਏ ਜਿਹੜਾ ਬੰਦਾ ਲਾਈਫ 'ਚ ਬਿਨਾਂ ਦੱਸੇ ਚਲੀ ਜਾਵੇ ਨਹੀਂ ਜਿਹੜੀ ਤੁਹਾਡੀ ਪਹਿਲੀ ਸ਼ਾਦੀ ਹੋਈ ਸੀ ਪਹਿਲੀ ਸ਼ਾਦੀ ਤੁਸੀਂ ਕਰਾਈ ਆ ਦੂਜੀ ਸ਼ਾਦੀ ਕਰਾਉਣ ਤੋਂ ਪਹਿਲਾਂ ਜਿਹੜੀ ਆ ਪਹਿਲੀ ਸ਼ਾਦੀ ਦਾ ਡਿਵੋਰਸ ਹੋਇਆ ਸੀਗਾ ਨਹੀਂ ਸਰ ਮੇਰਾ ਡਿਵੋਰਸ ਨਹੀਂ ਹੋਇਆ ਸੀ ਆਪਣੇ ਇਹ ਤਾਂ 25 ਸਾਲ ਦਾ ਜੀ ਤੁਹਾਡਾ ਇਹ ਘਰ ਵਾਲਾ ਮੈਨੂੰ ਤਾਂ ਇਹ ਕਹਿ ਰਿਹਾ ਸੀਗਾ ਕਿ ਮੈਂ ਜਦੋਂ ਸਾਡੀ ਮੈਰਿਜ ਹੋਈ ਹੈ ਕਹਿੰਦਾ ਸੀ ਮੈਂ 32 ਦਾ ਜੀ ਸੋ ਤੁਹਾਨੂੰ ਫੇਸਬੁੱਕ ਤੇ ਤੁਹਾਡਾ ਇਹਨੂੰ ਪਤਾ ਸੀ ਤੁਹਾਡੇ ਕੋਲ ਇੰਨੀ ਪ੍ਰਾਪਰਟੀ ਤੁਸੀਂ ਮਾਲਕ ਹੋ ਕਰੋੜਾਂ ਦੀ ਜ਼ਮੀਨ ਤੁਹਾਡੀ ਇੰਡੀਆ ਵਿੱਚ ਹੈ ਜਾਂ ਫਿਰ ਫਿਲੀਪੀਨ ਕੰਟਰੀ 'ਚ ਹੈ ਫਿਲੀਪੀਨ ਕੰਟਰੀ 'ਚ ਹੈ ਸਰ ਤੁਹਾਡੇ ਕੋਲ ਕੀ ਮੈਂ ਇੰਡੀਆ ਤਾਂ ਕਦੇ ਗਈ ਨਹੀਂ ਸੀਗੀ ਆਈ ਸੀ ਨੋ ਆਈ ਅੰਡਰਸਟੈਂਡ ਤੁਸੀਂ ਬੋਰਨ ਇੱਥੇ ਦੇ ਹੋ ਤੁਹਾਡੇ ਕੋਲ
ਇੱਕ 5 ਕਰੋੜ ਜਿਹੜੀ ਆ ਇਹ ਫਿਲੀਪੀਨ ਕੰਟਰੀ ਦੀ 5.5 ਕਰੋੜ ਸਰ 550 ਕਰੋੜ 550 ਕਰੋੜ 550 ਕਰੋੜ ਦੀ ਜ਼ਮੀਨ ਕੀ ਸੀਗੀ? ਇਹ ਘਰ ਸੀਗੇ ਜਾਂ ਫਿਰ ਲੈਂਡ ਸੀ, ਕੀ ਸੀਗਾ? ਫਿਰ ਮੈਂ ਇਹਨੂੰ ਕਿਹਾ ਕਿ ਮੈਰਿਜ ਤੋਂ ਬਾਅਦ ਵੀ ਕਿਹਾ ਕਿ ਮੇਰਾ ਡਿਵੋਰਸ ਤਾਂ ਹੋਇਆ ਨਹੀਂ, ਤੂੰ ਮੈਰਿਜ ਕਰਾ ਲਈ। ਕਹਿੰਦਾ ਉਹਦਾ ਕੋਈ ਪ੍ਰੋਬਲਮ ਨਹੀਂ, ਆਪਾਂ ਅਮਰੀਕਾ ਜਾ ਕੇ ਸੈਟਲਮੈਂਟ ਕਰ ਲਾਂਗੇ। ਆਲਰਾਈਟ, ਹੋਲਡ ਔਨ ਸੀਮੋ, ਹੋਲਡ ਔਨ ਪਲੀਜ਼ ਸੀਮੋ, ਬੇਟਾ ਹੋਲਡ ਔਨ। ਹਾਂਜੀ, ਮੈਨੂੰ ਇੱਕ ਤੁਹਾਡਾ ਜਿਹੜਾ ਪਹਿਲਾ ਹਸਬੈਂਡ ਆ ਉਹਦਾ ਨਾਂ ਕੀ ਆ? ਅਮਨਦੀਪ ਸਿੰਘ। ਉਹ ਕਿੱਥੇ ਆ? ਮੈਨੂੰ ਨਹੀਂ ਪਤਾ ਸਰ ਕਿੱਥੇ ਆ ਉਹ। ਨਹੀਂ, ਜਦੋਂ ਤੁਸੀਂ ਬੱਚਾ ਲਿਆ ਆ ਉਹ ਉਸ ਹਸਬੈਂਡ ਦਾ ਬੱਚਾ ਹੈ? ਹਾਂਜੀ, ਅਮਨਦੀਪ ਦਾ ਹਸਬੈਂਡ। ਤੇ ਜਦੋਂ ਤੁਸੀਂ ਫੇਸਬੁੱਕ ਤੇ ਚੈਟਿੰਗ ਕਰਨ ਲੱਗ ਪਏ ਕਿਸੇ ਬਗਾਨੇ ਮੁੰਡੇ ਦੇ ਨਾਲ, ਤਾਂ ਉਦੋਂ ਤੁਹਾਡਾ ਜਿਹੜਾ ਹਸਬੈਂਡ ਅਮਨਦੀਪ ਸੀ ਉਹ ਤੁਹਾਡੇ ਨਾਲ ਰਹਿੰਦਾ ਸੀ? ਨਹੀਂ ਸਰ, ਉਹ ਤਾਂ ਮੇਰੀ ਬੇਬੀ 1 ਇਅਰਸ 올ਡ ਦੀ ਸੀਗੀ ਤੇ ਉਹ ਪਤਾ ਹੀ ਨਹੀਂ ਚੱਲਿਆ ਕਿੱਥੇ ਚਲੇ ਗਿਆ, ਮੁੜ ਕੇ ਆਇਆ ਨਹੀਂਗਾ। ਤੁਹਾਨੂੰ ਪਤਾ ਨਹੀਂ ਕਿੱਥੇ ਹੈ ਜਾਂ ਨਹੀਂ ਹੈ? ਤੁਹਾਨੂੰ ਪਤਾ ਨਹੀਂ ਹੈ? ਹਾਂਜੀ, ਪਤਾ ਹੀ ਨਹੀਂ, ਕਿਉਂਕਿ ਅੱਜ ਮੇਰੀ ਬੇਬੀ 8 ਇਅਰਸ ਦੀ ਹੋਣ ਵਾਲੀ ਆ, ਹਲੇ ਤੱਕ ਉਹ ਮੇਰੀ ਲਾਈਫ 'ਚ ਦੁਬਾਰਾ ਬੈਕ ਨਹੀਂ ਆਇਆ, ਨਾ ਉਹਨੇ ਕਦੇ ਕਾਲ ਕੀਤੀ ਆ। ਸੋ ਸਾਡੀ ਪਲੈਨਿੰਗ ਅਮਰੀਕਾ ਆਉਣ ਦੀ ਸੀ, ਬਟ ਇਹਨੇ ਮੇਰੇ ਨਾਲ ਚੀਟਿੰਗ ਕਰਕੇ ਤੇ ਮੈਨੂੰ ਤਾਂ ਇੰਡੀਆ ਹੀ ਛੱਡ ਗਿਆ ਮੈਰਿਜ ਤੋਂ ਬਾਅਦ। ਆਪ ਅਮਰੀਕਾ ਆ ਗਿਆ ਸਾਰੀ ਮਨੀ ਤੇ 골ਡ ਲੈ ਕੇ 2 ਨੰਬਰ ਦੇ ਵਿੱਚ। ਐਸੇ ਇੱਕ ਸੋਨਾ ਕਿੰਨਾ ਸੀ ਤੁਹਾਡੇ ਕੋਲ? 1 ਕਿਲੋ ਤੋਂ ਅਪ ਸਰ। 1 ਕਿਲੋ ਤੋਂ ਉੱਪਰ ਸੀ। ਜਿਹੜੇ ਪੈਸੇ ਜਮ੍ਹਾਂ ਕਰਾਏ ਆ ਉਸ ਅਕਾਊਂਟ ਦੇ ਵਿੱਚ ਤੁਹਾਡਾ ਨਾਂ ਨਹੀਂ ਸੀਗਾ? ਇਹਨਾਂ ਦੀ ਸਾਰੀ ਪਹਿਲਾਂ ਹੀ ਪਲੈਨਿੰਗ, ਇਹਨਾਂ ਦਾ ਸਾਰੀ ਗੇਮ ਪਹਿਲਾਂ ਹੀ ਰੈਡੀ ਸੀ। ਮੈਨੂੰ ਹੀ ਨਹੀਂ ਪਤਾ ਸੀ ਮੇਰੀ ਲਾਈਫ ਨਾਲ ਕੀ ਹੋ ਰਿਹਾ ਇੰਡੀਆ। ਤੇ ਜਦੋਂ ਮੈਰਿਜ ਤੋਂ ਬਾਅਦ ਇਹਨੇ ਅਮਰੀਕਾ ਜਾਣ ਦਾ ਕਿਹਾ ਸਰ, ਤੇ ਇਹ ਕਹਿੰਦਾ ਮੈਂ ਇੱਕ ਏਜੰਟ ਨੂੰ ਜਾਣਦਾ, ਚੰਡੀਗੜ੍ਹ ਸਿਟੀ ਦੀ ਰਹਿਣ ਵਾਲੀ ਲੇਡੀ ਆ ਉਹ। ਤੁਹਾਨੂੰ ਇਨਸਾਫ ਦਿਵਾਇਆ ਜਾਵੇਗਾ, ਤੁਹਾਡੀ ਟ੍ਰਾਂਜੈਕਸ਼ਨ ਦੇ ਮੁਤਾਬਕ ਪੁਲਿਸ ਨੂੰ ਕੇਸ ਦਿੱਤਾ ਜਾਵੇਗਾ। ਇਹ ਫਰਾਡ ਹੈ ਬਹੁਤ ਵੱਡਾ, ਔਰ ਜਿਨ੍ਹਾਂ ਲੋਕਾਂ ਦੇ ਟ੍ਰਾਂਜੈਕਸ਼ਨ ਵਿੱਚ ਮਨੀ ਗਈ ਹੈ ਸਾਡੇ ਪਾਸ ਪ੍ਰੂਫ ਹੈ, ਉਹ ਵੀ ਹੁਣ ਪੁਲਿਸ ਦੇ ਡਿੱਕੇ ਆਉਣਗੇ। ਸੋ ਯੂ ਜਸਟ ਵੇਟ। ਅਸੀਂ ਕੀ ਕਰਦੇ ਹਾਂ ਔਰ ਅਸੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਾਂ, ਜਿਹੜੇ ਲੋਕ ਇੱਥੇ ਲੋਕਾਂ ਨੂੰ ਲੁੱਟਦੇ ਆ, ਤੇ ਅਸੀਂ ਜਿਹੜੇ ਲੋਕ ਲੁੱਟਦੇ ਆ ਉਹਨਾਂ ਨੂੰ ਫਸਾਉਣਾ ਚਾਹੁੰਦੇ ਹਾਂ। ਤੁਹਾਡੇ ਸੇ ਵਿੱਚ ਅਸੀਂ ਫਰੀडम ਆਫ ਸਪੀਚ ਸ਼ੋ ਲੈ ਕੇ ਹਾਜ਼ਰ ਹੋ ਰਹੇ ਹਾਂ, ਔਰ ਪ੍ਰੋਗਰਾਮ ਬੜਾ ਇੰਟਰਸਟਿੰਗ ਹੈ ਜਿਸ ਵਿੱਚ 5 ਕਰੋੜ ਅਤੇ 1 ਕਿਲੋ ਦੀ ਠੱਗੀ ਦੱਸੀ ਜਾਂਦੀ ਹੈ। ਔਰ ਸਾਡੀ ਲਾਈਨ 'ਤੇ ਇੱਕ ਦੇਸ਼ ਤੋਂ ਵਿਦੇਸ਼ ਤੋਂ ਹਾਜ਼ਰ ਹੈ ਜਸਪਾਲ ਕੌਰ ਸੀਮੂ ਨਾਮ ਦੀ ਲੜਕੀ। ਜੀ ਹਾਂ, ਫਰੀडम ਆਫ ਸਪੀਚ। ਪੁਰਨ ਵਿੱਚ ਅਸੀਂ ਫਰੀडम ਆਫ ਸਪੀਚ ਸ਼ੋ ਦੇ ਵਿੱਚ ਹਾਜ਼ਰ ਹੋ ਚੁੱਕੇ ਹਾਂ, ਔਰ ਲਾਈਨ 'ਤੇ ਹਾਜ਼ਰ ਨੇ ਜਸਪਾਲ ਜੀਤ ਕੌਰ। ਤੁਹਾਨੂੰ ਤੁਹਾਡਾ ਸ਼ੁਭ ਨਾਮ ਜਸਪਾਲਜੀਤ ਕੌਰ ਹੈ, ਤੁਸੀਂ ਛੋਟਾ ਨਾਮ ਸੀਮੂ ਕਹਿੰਦੇ ਹੋ, ਠੀਕ ਹੈ? ਹਾਂਜੀ। ਤੁਹਾਡਾ ਦੇਸ਼ ਕਿਹੜਾ ਹੈ? ਤੁਸੀਂ ਕਿਸ ਦੇਸ਼ ਦੇ ਨਾਲ ਸਾਡੇ ਨਾਲ ਸੰਪਰਕ ਕੀਤਾ? ਕੰਟਰੀ ਦਾ ਨਾਮ ਕੀ ਹੈ? ਫਿਲੀਪੀਨ? ਫਿਲੀਪੀਨ ਦਾ ਕਿਹੜਾ ਸ਼ਹਿਰ ਹੈ ਜਿਸ ਵਿੱਚ ਰਹਿੰਦੇ ਹੋ? ਮਨੀਲਾ ਸਰ। ਮਨੀਲਾ। ਤੁਹਾਡਾ ਜੰਪਲ ਕਿੱਥੋਂ ਦਾ ਜਸਪਾਲ? ਫਿਲੀਪੀਨਸ ਦਾ ਸਰ। ਤੁਸੀਂ ਫਿਲੀਪੀਨ ਦੇ ਜੰਪਲ ਹੋ, ਤੁਸੀਂ ਪੰਜਾਬੀ ਬੜੀ ਅੱਛੀ ਬੋਲਦੇ ਹੋ। ਕਿੰਨੀ ਉਮਰ ਤੁਹਾਡੀ ਬੇਟਾ? 45। ਔਰ 45 ਸਾਲ ਦੇ ਹੋ। ਸ਼ਾਦੀशुदा ਹੋ? ਹਾਂਜੀ, ਮੈਰਿਡ ਆ। ਮੈਰਿਡ ਹੋ ਤੁਸੀਂ। ਇਹ ਕਿਹੜੇ ਸਾਲ ਦੇ ਵਿੱਚ ਸ਼ਾਦੀ ਕਰਾਈ ਸੀ? ਕਿੰਨੇ ਸਾਲ ਹੋ ਗਏ ਸ਼ਾਦੀ ਕਰਾਈ ਨੂੰ? 4 ਇਅਰਸ ਹੋ ਗਏ ਸਰ। 2017 ਦੇ ਵਿੱਚ ਸਾਡੀ ਮੈਰਿਜ ਹੋਈ ਆ। 2017 ਚ 3 ਸਾਲ ਹੋਏ ਨੇ ਫਿਰ ਤੁਹਾਡੀ ਸ਼ਾਦੀ ਹੋਈ ਨੂੰ? ਹਾਂਜੀ, 3 ਇਅਰਸ ਹੋ ਗਏ। ਓਕੇ, ਤੁਸੀਂ ਮਤਲਬ ਕਾਫੀ ਲੇਟ ਸ਼ਾਦੀ ਕਰਾਈ ਹੈ। ਤੁਹਾਡੀ ਪਹਿਲੀ ਸ਼ਾਦੀ ਹੈ? ਤੁਹਾਡੀ ਦੂਜੀ ਸ਼ਾਦੀ ਹੈ? ਸੈਕੰਡ ਮੈਰਿਜ ਹੈ ਸਰ ਮੇਰੀ। और सेकंड मैरिज है। थानू मैं सीमू कहां या फिर जसपालजीत कहां? सर मैनू सीमो कह लो। सीमो जी, मैं जानना चाहता आप जी तो कि तुसी मैनू सब तो पहला आगे दिओ। ये शो जिहड़ा है इस वेले साडा बहुत बड़ा लीगल पैनल डिपार्टमेंट वाच कर रहा थानू ते मैनू, और थोड़े तो मैं परमिशन लेनी चाहांगा। तुसी फिलीपीन कंट्री तो मेरे नाल मुखातब हो कि जो तुसी कहोगे सच कहोगे ते तुहाडी आवाज़ रेडियो टैलीविजन ते यूट्यूब ते फेसबुक ते ऐप ते हर तरह इलैक्ट्रॉनिक डिवाइस ते मैं आगे ले रहा टैलीकास्ट ब्रॉडकास्ट करनी। तुसी मैनू परमिशन दे रहे हो? हाँ जी, हाँ जी, मैं जो भी कहूंगी सच कहूंगी। कहना जो मेरी रियल लाइफ ना होया मैं वो दसूंगी। ओके सीमो जी, तुसी ये मैनू जस करो और तुसी कहो कि तुसी ये इंटरव्यू रेडियो टैलीविजन ते यूट्यूब ते फेसबुक ते इंस्टाग्राम ते टैलीकास्ट करने ते ब्रॉडकास्ट करने 1610 ते मैनू आज्ञा दे रहे हो, परमिशन दे रहे हो? यस और नो? यस। वेरी गुड। सो ਅਸੀਂ ਹੁਣ ਇਸ ਸਟੋਰੀ ਨੂੰ ਪ੍ਰੋਸੀਡ ਕਰ ਰਹੇ ਹਾਂ।
ਪ੍ਰਿੰਸੀਪਲ ਤੁਹਾਡੀ ਦੂਜੀ ਸ਼ਾਦੀ ਹੋਈ ਹੈ, ਪਹਿਲੀ ਸ਼ਾਦੀ ਤੁਸੀਂ ਕਿਸ ਉਮਰ ਵਿੱਚ ਕਰਾਈ ਸੀ? ਸਰ 31 ਇਅਰਸ 올ਡ ਚ। ਆਈ ਸੀ। ਤੁਹਾਡੀ ਐਜੂਕੇਸ਼ਨ ਕੀ ਹੈ ਇਸ ਕੰਟਰੀ ਦੀ, ਕਿੰਨੇ ਪੜ੍ਹੇ ਲਿਖੇ ਹੋ? ਹਾਈ ਸਕੂਲ ਕੀਤਾ ਸਰ ਮੈਂ। ਆਈ ਸੀ। ਸੋ ਤੁਹਾਡੇ ਮਾਂ-ਬਾਪ ਜਿਹੜੇ ਨੇ ਉਹ ਇੰਡੀਆ ਦੇ ਨੇ, ਪੰਜਾਬ ਤੋਂ ਨੇ, ਕਿੱਥੋਂ ਨੇ? ਮੇਰੇ ਫੈਮਿਲੀ ਰਹਿੰਦੀ ਤਾਂ ਵੈਸੇ ਫਿਲੀਪੀਨ ਚ ਸੀਗੀ, ਬਟ ਹੁਣ ਦਿਸ ਟਾਈਮ ਉਹ ਮਲੇਸ਼ੀਆ ਰਹਿੰਦੇ ਨੇ। ਤੇ ਮੇਰੇ ਡੈਡ ਹੁਣ ਇੰਡੀਆ ਗਏ ਹੋਏ ਨੇ ਆਪਣਾ ਬੋਡੀ ਦਾ ਟ੍ਰੀਟਮੈਂਟ ਕਰਾਉਣ, ਬਟ ਲੋਕਡਾਊਨ ਕਰਕੇ ਉੱਥੇ ਹੀ ਰਹਿ ਗਏ ਨੇ। ਤੁਹਾਡੇ ਇੰਡੀਆ ਦੇ ਵਿੱਚ ਤੁਹਾਡੇ ਮਾਂ-ਬਾਪ ਦਾ ਕਿਹੜਾ ਪਿੰਡ ਹੈ, ਕਿਹੜਾ ਜ਼ਿਲ੍ਹਾ ਆ? ਮੋਗਾ ਸਿਟੀ ਸਰ। ਮੋਗਾ ਸਿਟੀ ਪ੍ਰੋਪਰ ਹੈ? ਹਾਂਜੀ। ਤੁਹਾਡੇ ਫਾਦਰ ਦਾ ਨਾਮ ਕੀ ਹੈ? ਮੁਖਤਿਆਰ ਸਿੰਘ। ਮੁਖਤਿਆਰ ਸਿੰਘ। ਤੇ ਤੁਹਾਡੇ ਮਦਰ ਜਿਹੜੇ ਨੇ ਉਹ ਕਿੱਥੇ ਨੇ? ਮੇਰੀ ਮਦਰ ਦੀ ਡੈਥ ਹੋ ਚੁੱਕੀ ਹੈ ਸਰ, ਕਾਫੀ ਲੌਂਗ ਟਾਈਮ ਦੀ। ਵੈਰੀ ਸੈਡ। ਔਰ ਤੁਹਾਡੀ ਸ਼ਾਦੀ ਤੁਸੀਂ ਹੁਣ ਦੁਬਾਰਾ ਜਿਹੜੀ ਕਰਾਈ ਹੈ, ਔਰ ਪਹਿਲੀ ਸ਼ਾਦੀ ਤੇ ਕੋਈ ਬੱਚਾ ਵੀ ਤੁਹਾਡਾ? ਹਾਂਜੀ, ਇੱਕ ਬੇਬੀ ਹੈ ਮੇਰੇ, ਗਰਲ। ਓਕੇ, ਕਿੰਨੀ ਉਮਰ ਦੀ ਆ ਉਹ? ਉਹ 7 ਇਅਰਸ 올ਡ ਦੀ ਸਰ। ਆਈ ਸੀ। ਸੋ ਤੁਸੀਂ ਡਿਵੋਰਸ ਲੈ ਕੇ ਉਸ ਤੋਂ ਬਾਅਦ ਸ਼ਾਦੀ ਕਰਾਈ ਦੂਜੀ? ਨੋ ਸਰ, ਮੇਰਾ ਡਿਵੋਰਸ ਨਹੀਂ ਹੋਇਆ। ਐਕਚੁਅਲੀ ਮੇਰੇ ਹਸਬੈਂਡ ਮੈਨੂੰ ਬਿਨਾਂ ਦੱਸੇ ਚਲੇ ਗਏ। ਜਿਹੜਾ ਬੰਦਾ ਲਾਈਫ 'ਚ ਬਿਨਾਂ ਦੱਸੇ ਚਲੇ ਜਾਏ। ਨਹੀਂ, ਜਿਹੜੀ ਤੁਹਾਡੀ ਪਹਿਲੀ ਸ਼ਾਦੀ ਹੋਈ ਸੀ, ਪਹਿਲੀ ਸ਼ਾਦੀ ਤੁਸੀਂ ਕਰਾਈ ਆ, ਦੂਜੀ ਸ਼ਾਦੀ ਕਰਾਉਣ ਤੋਂ ਪਹਿਲਾਂ ਜਿਹੜੀ ਆ ਪਹਿਲੀ ਸ਼ਾਦੀ ਦਾ ਡਿਵੋਰਸ ਹੋਇਆ ਸੀਗਾ? ਨਹੀਂ ਸਰ, ਮੇਰਾ ਡਿਵੋਰਸ ਨਹੀਂ ਹੋਇਆ ਸੀ। ਇਹ ਗੱਲ ਮੈਂ ਆਪਣੇ ਸੈਕੰਡ ਹਸਬੈਂਡ ਨੂੰ ਵੀ ਦੱਸੀ ਕਿ ਮੇਰਾ ਡਿਵੋਰਸ ਨਹੀਂ ਹੋਇਆ। ਉਹ ਕਹਿੰਦਾ ਮੈਂ ਤੇਰਾ ਡਿਵੋਰਸ ਕਰਾ ਦੂੰਗਾ ਜਦ ਤੂੰ ਇੰਡੀਆ ਆ ਗਈ, ਬਟ ਇਹਨੇ ਮੇਰਾ ਡਿਵੋਰਸ ਨਹੀਂ ਕਰਾਇਆ। ਇਹਨੇ ਨੇ ਮੇਰੇ ਨਾਲ ਸਿੱਧੀ ਮੈਰਿਜ ਕਰਾ ਲਈ। ਮੈਂ ਇਹਨੂੰ ਕਿਹਾ ਵੀ ਮੈਰਿਜ ਤੋਂ ਪਹਿਲਾਂ ਮੇਰੇ ਨਾਲ ਡਿਵੋਰਸ ਕਰਾ, ਮੈਨੂੰ ਉਹ ਪੇਪਰ ਫੜਾ, ਫਿਰ ਤੇਰੇ ਨਾਲ ਮੈਂ, ਬਟ ਇਹਨੇ ਮੇਰੀ ਕੋਈ ਗੱਲ ਨਹੀਂ ਸੁਣੀ। ਕਹਿੰਦਾ ਕੋਈ ਨਾ, ਅਮਰੀਕਾ ਜਾ ਕੇ ਮੈਂ ਆਪੇ ਸੈਟਲਮੈਂਟ ਕਰ ਦੂੰਗਾ। ਨਹੀਂ ਨਹੀਂ, ਹੋਲਡ ਔਨ, ਮੈਂ ਕਨਫਿਊਜ਼ ਹਾਂ। ਤੁਸੀਂ ਜਿਹੜਾ ਤੁਹਾਡੀ ਸ਼ਾਦੀशुदा ਸੀ, ਤੁਹਾਡਾ ਹਸਬੈਂਡ ਫਿਲੀਪੀਨ ਚ ਮਲੀਨੋ ਵਿੱਚ ਮਨੀਲੇ ਵਿੱਚ ਤੁਹਾਡੇ ਨਾਲ ਰਹਿੰਦਾ ਸੀਗਾ, ਤੇ ਤੁਸੀਂ ਫਿਰ ਦੂਜਾ ਮੁੰਡਾ ਕਿਉਂ ਲੱਭਿਆ? ਮੈਂ ਨਹੀਂ ਲੱਭਿਆ ਸਰ, ਮੈਂ ਲੱਭਿਆ ਨੀਗਾ। ਇਸ ਜਿਹੜਾ ਮੇਰਾ ਸੈਕੰਡ ਹਸਬੈਂਡ ਆ, ਇਹਨੇ ਮੈਨੂੰ ਫੋਨ ਦੇ ਵਿੱਚ ਮੇਰੇ ਨਾਲ ਐਡ ਹੋ ਗਿਆ, ਮੇਰੇ ਨਾਲ ਚੈਟਿੰਗ ਕਰਦਾ ਰਿਹਾ, ਬਟ ਇਹਨੇ ਮੈਨੂੰ ਪ੍ਰਪੋਜ਼ ਕੀਤਾ ਮੈਰਿਜ ਨੂੰ। ਮੈਂ ਇਹਨੂੰ ਮਨਾ ਵੀ ਕੀਤਾ। ਮੈਂ ਇਹਨੂੰ ਦੱਸਿਆ ਆਪਣਾ ਸਾਰਾ ਬੈਕਗਰਾਉਂਡ ਕਿ ਆਈ ਐਮ ਏ ਮੈਰਿਡ ਤੇ ਮੇਰੇ ਕੋਲ ਬੇਬੀ ਵੀ ਹੈ। ਮੈਂ ਉਹਦੇ ਨਾਲ ਡਿਵੋਰਸ ਨਹੀਂ ਲਿਆ, ਇਸ ਲਈ ਨਹੀਂ ਲਿਆ ਕਿ ਉਹ ਜਦੋਂ ਹੈ ਹੀ ਨਹੀਂ ਸੀਗਾ, ਤੇ ਡਿਵੋਰਸ ਵੀ ਆਪਾਂ ਬੰਦੇ ਨਾਲ ਹੀ ਲੈਣਾ ਸੀ। ਜਦੋਂ ਉਹ ਹੈ ਹੀ ਨਹੀਂ ਸੀ, ਮੈਂ ਡਿਵੋਰਸ ਕਿਹਦੇ ਨਾਲ ਲੈਂਦੀ? ਮੈਨੂੰ ਕਹਿੰਦਾ ਮੈਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਤੇਰਾ ਡਿਵੋਰਸ ਹੋਇਆ ਕਿ ਨਹੀਂ, ਮੈਂ ਤੇਰੇ ਨਾਲ ਮੈਰਿਜ ਕਰਾਉਣ। ਬਟ ਮੈਨੂੰ ਕਹਿੰਦਾ ਕਿ ਮੈਂ ਇੰਡੀਆ ਤੋਂ ਇੱਕ ਤੈਨੂੰ ਪੇਪਰ ਭੇਜ ਰਿਹਾ ਤੇ ਉਹ ਤੇ ਤੂੰ ਆਪਣੇ ਸਾਈਨ ਕਰਕੇ ਭੇਜ ਦੇ। ਮੈਂ ਇੰਡੀਆ ਦੇ ਵਿੱਚ ਮੈਂ ਇੱਕ ਐਡਵੋਕੇਟ ਨੂੰ ਜਾਣਦਾ, ਉਹ ਤੇਰਾ ਡਿਵੋਰਸ ਕਰਾ ਦੂਗਾ, ਤੂੰ ਸਿਰਫ ਪੇਪਰਾਂ ਤੇ ਸਾਈਨ ਕਰਕੇ ਭੇਜੇ। ਉਹ ਪੇਪਰ ਆਏ, ਮੈਂ ਸਾਈਨ ਕਰਕੇ ਵੀ ਭੇਜੇ, ਬਟ ਇਹਨੇ ਜਦੋਂ ਮੈਂ ਮੈਰਿਜ ਕਰਾਉਣ ਗਈ, ਮੈਂ ਇਹਨੂੰ ਕਿਹਾ ਜਿਹੜੇ ਪੇਪਰ ਲਾਏ ਹੋਏ ਸੀ ਡਿਵੋਰਸ ਦੇ, ਉਹਦਾ ਕੀ ਹੋਇਆ? ਕਹਿੰਦਾ ਲਾਏ ਹੋਏ ਡਿਵੋਰਸ ਮਿਲ ਜੂਗਾ, ਤੂੰ ਮੈਰਿਜ ਤਾਂ ਕਰਾ, ਮੈਰਿਜ ਤੋਂ ਬਾਅਦ ਤੈਨੂੰ ਤੇਰੇ ਡਿਵੋਰਸ ਦੇ ਪੇਪਰ ਮਿਲ ਜੂ। ਮੈਂ ਇਹ ਸੋਚ ਕੇ ਤੇ ਇਹਦੇ ਨਾਲ ਮੈਰਿਜ ਕਰਾ ਲਈ, ਬਟ ਇਹਨੇ ਮੇਰਾ ਡਿਵੋਰਸ ਕਰਾਇਆ ਨਹੀਂ ਸੀਗਾ। ਉਹ ਪੇਪਰ ਤੇ ਸਾਈਨ ਕਰਕੇ ਜ਼ਰੂਰ ਮੈਂ ਇੱਥੋਂ ਆਪਣੀ ਕੰਟਰੀ ਚੋਂ ਭੇਜਿਆ, ਤੇ ਇਹਨੇ ਨਹੀਂ ਡਿਵੋਰਸ ਕਰਾਇਆ। ਫਿਰ ਮੈਂ ਇਹਨੂੰ ਕਿਹਾ ਕਿ ਮੈਰਿਜ ਤੋਂ ਬਾਅਦ ਵੀ ਕਿਹਾ ਕਿ ਮੇਰਾ ਡਿਵੋਰਸ ਤਾਂ ਹੋਇਆ ਨਹੀਂ, ਤੂੰ ਮੈਰਿਜ ਕਰਾ ਲਈ। ਕਹਿੰਦਾ ਉਹਦਾ ਕੋਈ ਪ੍ਰੋਬਲਮ ਨਹੀਂ, ਆਪਾਂ ਮੈਰਿਜ ਅਮਰੀਕਾ ਜਾ ਕੇ ਸੈਟਲਮੈਂਟ ਕਰ ਲਾਂਗੇ। ਆਲਰਾਈਟ, ਹੋਲਡ ਔਨ ਸੀਮੋ, ਹੋਲਡ ਔਨ ਪਲੀਜ਼ ਸੀਮੋ ਬੇਟਾ, ਹੋਲਡ ਔਨ। ਮੈਨੂੰ ਤੁਹਾਡਾ ਜਿਹੜਾ ਪਹਿਲਾ ਹਸਬੈਂਡ ਆ ਉਹਦਾ ਨਾਂ ਕੀ ਆ? ਅਮਨਦੀਪ ਸਿੰਘ। ਉਹ ਕਿੱਥੇ ਆ? ਮੈਨੂੰ ਨਹੀਂ ਪਤਾ ਸਰ ਕਿੱਥੇ ਆ ਉਹ। ਨਹੀਂ, ਜਦੋਂ ਤੁਸੀਂ ਬੱਚਾ ਲਿਆ ਆ, ਉਹ ਉਸ ਹਸਬੈਂਡ ਦਾ ਬੱਚਾ ਹੈ? ਹਾਂਜੀ, ਅਮਨਦੀਪ ਦਾ ਹਸਬੈਂਡ ਦਾ। ਤੇ ਜਦੋਂ ਤੁਸੀਂ ਫੇਸਬੁੱਕ ਤੇ ਚੈਟਿੰਗ ਕਰਨ ਲੱਗ ਪਏ ਕਿਸੇ ਬਗਾਨੇ ਮੁੰਡੇ ਦੇ ਨਾਲ, ਤਾਂ ਉਦੋਂ ਤੁਹਾਡਾ ਜਿਹੜਾ ਹਸਬੈਂਡ ਅਮਨਦੀਪ ਸੀ ਉਹ ਤੁਹਾਡੇ ਨਾਲ ਰਹਿੰਦਾ ਸੀ? ਨਹੀਂ ਸਰ, ਉਹ ਤਾਂ ਮੇਰੀ ਬੇਬੀ 1 ਇਅਰਸ 올ਡ ਦੀ ਸੀਗੀ, ਤੇ ਉਹ ਪਤਾ ਹੀ ਨਹੀਂ ਚੱਲਿਆ ਕਿੱਥੇ ਚਲੇ ਗਿਆ, ਮੁੜ ਕੇ ਆਇਆ ਨਹੀਂਗਾ। ਤੁਹਾਨੂੰ ਪਤਾ ਨਹੀਂ ਕਿੱਥੇ ਹੈ ਜਾਂ ਨਹੀਂ ਹੈ? ਤੁਹਾਨੂੰ ਪਤਾ ਨਹੀਂ ਹੈ? ਹਾਂਜੀ, ਪਤਾ ਹੀ ਨਹੀਂ, ਕਿਉਂਕਿ ਅੱਜ ਮੇਰੀ ਬੇਬੀ 8 ਇਅਰਸ ਦੀ ਹੋਣ ਵਾਲੀ ਆ, ਹਲੇ ਤੱਕ ਉਹ ਮੇਰੀ ਲਾਈਫ 'ਚ ਦੁਬਾਰਾ ਬੈਕ ਨਹੀਂ ਆਇਆ, ਨਾ ਉਹਨੇ ਕਦੇ ਕਾਲ ਕੀਤੀ ਆ। ਅਸੀਂ ਮਤਲਬ ਕਿੰਨੇ ਸਾਲਾਂ ਬਾਅਦ ਤੁਹਾਡੇ ਨਾਲ ਆਪਸ ਵਿੱਚ ਗੱਲ ਕਰਦੇ ਰਹੇ? ਜਿਹੜਾ ਨਵਾਂ ਜਿਸ ਤਰ੍ਹਾਂ ਤੁਸੀਂ ਸ਼ਾਦੀ ਕਰਾਈ ਹੈ, ਸ਼ਾਦੀ ਫਿਰ ਇੰਡੀਆ ਜਾ ਕੇ ਕਰਾਈ ਹੈ ਜਾਂ ਉਹ ਵਿਅਕਤੀ ਫਿਲੀਪੀਨ ਆਇਆ ਤੁਹਾਡੇ ਕੋਲ? ਮੈਂ ਇੰਡੀਆ ਜਾ ਕੇ ਸਰ ਕਰਾਈ ਹੈ ਮੈਰਿਜ। ਤੁਸੀਂ ਉਹਨੇ ਮੈਨੂੰ ਪ੍ਰਪੋਜ਼ ਕੀਤਾ ਸੀ ਮੈਰਿਜ ਦਾ, ਤੇ ਉਹਨੇ ਕਿਹਾ ਸੀ ਜੇ ਤੂੰ ਮੇਰੇ ਨਾਲ ਮੈਰਿਜ ਨਾ ਕਰਾਈ ਤਾਂ ਮੈਂ ਸੁਸਾਈਡ ਕਰ ਲੂੰਗਾ। ਤੇਰੀ ਪਿਕ ਦਿਖਾ ਕੇ ਤੈਨੂੰ ਮੈਂ ਲੋਕਾਂ ਨੂੰ ਦੱਸੂਗਾ ਕਿ ਮੈਂ ਇੱਕ ਫੋਰਨ ਕੁੜੀ ਨੂੰ ਲਾਈਕ ਕਰਦਾ ਸੀ, ਉਹਨੂੰ ਮੈਰਿਜ ਦੀ ਪ੍ਰਪੋਜ਼ ਕੀਤੀ, ਉਹਨੇ ਮੈਰਿਜ ਨੂੰ ਮਨਾ ਕਰਤਾ, ਤਾਂ ਮੈਂ ਉਹਦੇ ਕਰਕੇ ਸੁਸਾਈਡ ਕਰ ਰਿਹਾ। ਕਮ ਔਨ, ਗਿਵ ਮੀ ਬ੍ਰੇਕ। ਸੋ ਜੀ ਇਸ ਤਰ੍ਹਾਂ ਤਾਂ ਹਜ਼ਾਰਾਂ ਲੋਕ ਕਹਿਣਗੇ ਕਿ ਮੈਂ ਮਰ ਲੱਗਾ ਆ, ਸੁਸਾਈਡ ਕਰ ਲੱਗਾ ਆ, ਤਾਂ ਵਾਈ ਯੂ ਡੂ ਦਿਸ? ਤੁਸੀਂ ਤੁਹਾਨੂੰ ਟਰੈਪ ਕੀਤਾ ਉਹਨੇ। ਸੀਮੋ, ਮੈਨੂੰ ਦੱਸੋ ਤੁਸੀਂ ਕਿ ਇਹ ਜਿਹੜਾ ਲੜਕਾ ਆ ਤੁਹਾਨੂੰ ਫੇਸਬੁੱਕ ਤੇ ਮਿਲਿਆ, ਤੁਸੀਂ ਚੈਟ ਕਰਨ ਲੱਗ ਪਏ, ਤੁਹਾਨੂੰ ਇਹਨੇ ਪ੍ਰਭਾਵਿਤ ਕੀਤਾ,
ਔਰ ਇਹ ਲੜਕਾ ਹਾਂਜੀ। ਜਿਹੜਾ ਕਿਹੜੇ ਜ਼ਿਲ੍ਹੇ 'ਚ ਕਿਹੜੇ ਪਿੰਡ ਦਾ ਤੇ ਨਾਮ ਕੀ ਇਸ ਲੜਕੇ ਦਾ? ਇਸ ਲੜਕੇ ਦਾ ਨਾਮ ਹੈਗਾ ਮਲਕੀਤ ਸਿੰਘ ਢੰਡਾ। ਮਲਕੀਤ ਸਿੰਘ ਟੰਡਾ। ਇਹਦੀ ਉਮਰ ਕਿੰਨੀ ਆ? 32 ਸਰ। ਇਹ ਹੁਣ 32 ਦਿਸ ਟਾਈਮ ਹੁਣ ਇਹ ਹੈਗਾ 32 33 30 35 36 ਦੇ ਪਲੱਸ ਹੋਊਗਾ ਦਿਸ ਟਾਈਮ। ਹੁਣ ਤੇ ਤੁਹਾਡੀ ਉਮਰ ਕਿੰਨੀ ਹੈ ਹੁਣ? 45 ਸਰ। 45। 9 ਸਾਲ ਦਾ ਫਰਕ ਹੈ। 9 ਸਾਲ ਦੀ ਹਾਂਜੀ ਲਾੜੀ ਹਾਂਜੀ। ਵੱਡੀ ਹੈ ਤੇ ਲਾੜਾ ਜਿਹੜਾ ਆ ਉਹ ਆਲਮੋਸਟ ਛੋਟਾ ਆ। ਅੱਛਾ 9 ਸਾਲ ਦੇ ਫਰਕ। ਹਾਂਜੀ। ਜਿਸ ਓਕੇ। ਸੋ ਉਸ ਤੋਂ ਬਾਅਦ ਤੁਸੀਂ ਜੋ ਪੰਜਾਬ ਜਾ ਕੇ ਸ਼ਾਦੀ ਕਰਾਈ, ਸ਼ਾਦੀ ਧੂਮਧਾਮ ਨਾਲ ਹਾਂਜੀ। ਕਰਾਈ ਜਾਂ ਫਿਰ ਤੁਸੀਂ ਚੁੱਪ ਕੀਤੇ ਸ਼ਾਦੀ ਕਰਾ ਲਈ? ਨਹੀਂ ਨਹੀਂ ਸਰ, ਮੈਰਿਜ ਬਹੁਤ ਧੂਮਧਾਮ ਨਾਲ ਹੋਈ, ਬਹੁਤ ਹੀ ਜ਼ਿਆਦਾ। ਕਿਉਂਕਿ ਕਿ ਮੈਂ ਤੁਹਾਨੂੰ ਦੱਸਾਂ ਕਿ ਮੈਂ ਬਹੁਤ ਰਿਚ ਸੀਗੀ, ਮੈਨੂੰ ਮਨੀ ਦੀ ਕੋਈ ਪ੍ਰੋਬਲਮ ਨਹੀਂ ਸੀ। ਪੂਰਾ ਇਹਦੇ ਮਨ ਦੇ ਵਿੱਚ ਸੀ ਵੀ ਕਿ ਮੈਂ ਮੈਰਿਜ ਕਰਾਉਣੀ ਪੂਰੀ ਵਧੀਆ ਕਰਾਉਣੀ ਆ। ਬਹੁਤ ਅਸੀਂ ਗੈਸਟ ਸੱਦੇ ਸੀ, ਸਾਰਾ ਕੁਝ ਬਿਲਕੁਲ ਜਿਵੇਂ ਹੁੰਦਾ ਮੈਰਿਜਾਂ 'ਚ ਉਵੇਂ ਸਾਰਾ ਕੁਝ ਹੋਏ, ਸਾਰੇ ਫੰਕਸ਼ਨ ਹੋਏ। ਇਹ ਮਲਕੀਤ ਸਿੰਘ ਜਿਹੜਾ ਟੰਡਾ ਆ ਇਹ ਸੰਗਰੂਰ ਦੇ ਵਿੱਚ ਇਹ ਕਿਹੜਾ ਪਿੰਡ ਕਿਹੜਾ ਹੈ? ਹੇੜੀ ਕੇ ਸਰ, ਸ਼ੇਰਪੁਰ ਦੇ ਨਾਲ। ਹੇੜੀ ਕੇ ਔਰ ਪਿੰਡ ਇਹਨਾਂ ਦੇ ਫਾਦਰ ਤੁਹਾਡੇ ਸਹੁਰਾ ਸਾਹਿਬ ਦਾ ਨਾਂ ਕੀ ਹੈ? ਮਿੱਠੂ ਸਿੰਘ। ਹਾਂਜੀ ਮਿੱਠੂ ਸਿੰਘ। ਮਿੱਠੂ ਸਿੰਘ ਹੈ। ਇਹ ਤੁਹਾਡੀ ਜਾਤ ਕਿਹੜੀ ਤੇ ਇਹਦੀ ਜਾਤ ਕਿਹੜੀ ਹੈ? ਮੈਂ ਸਰ ਸਿੱਖ ਹਾਂ, ਸਿੱਧੂ ਹਾਂ ਮੈਂ। ਹੂੰ। ਅਤੇ ਇਹ ਢੰਡਾ। ਇਹ ਵੀ ਸਿੱਖ ਨੇ, ਜੱਟ ਨੇ? ਹਾਂਜੀ। ਆਈ ਸੀ। ਸੋ ਤੁਹਾਨੂੰ ਫੇਸਬੁੱਕ ਤੇ ਤੁਹਾਡਾ ਇਹਨੂੰ ਪਤਾ ਸੀ ਤੁਹਾਡੇ ਕੋਲ ਇੰਨੀ ਪ੍ਰਾਪਰਟੀ, ਤੁਸੀਂ ਮਾਲਕ ਹੋ, ਕਰੋੜਾਂ ਦੀ ਜ਼ਮੀਨ ਤੁਹਾਡੀ ਇੰਡੀਆ ਵਿੱਚ ਹੈ ਜਾਂ ਫਿਰ ਫਿਲੀਪੀਨ ਕੰਟਰੀ 'ਚ ਹੈ? ਫਿਲੀਪੀਨ ਕੰਟਰੀ 'ਚ ਹੈ ਸਰ। ਤੁਹਾਡੇ ਕੋਲ ਕਿਉਂਕਿ ਕੀ? ਮੈਂ ਇੰਡੀਆ ਤਾਂ ਕਦੇ ਗਈ ਨਹੀਂ ਸੀਗੀ। ਆਈ ਸੀ। ਨੋ ਆਈ ਅੰਡਰਸਟੈਂਡ, ਤੁਸੀਂ ਬੋਰਨ ਇੱਥੇ ਦੇ ਹੋ। ਤੁਹਾਡੇ ਕੋਲ 5 ਕਰੋੜ ਜਿਹੜੀ ਆ ਇਹ ਫਿਲੀਪੀਨ ਕੰਟਰੀ ਦੀ 5.5 ਕਰੋੜ ਸਰ। 550 ਕਰੋੜ। 550 ਕਰੋੜ 550 ਕਰੋੜ ਦੀ ਜ਼ਮੀਨ ਕੀ ਸੀਗੀ? ਇਹ ਘਰ ਸੀਗੇ ਜਾਂ ਫਿਰ ਲੈਂਡ ਸੀ? ਕੀ ਸੀਗਾ? ਨਹੀਂ ਸਰ, ਜ਼ਮੀਨ ਨਹੀਂ ਸੀਗੀ, ਨਾ ਫਲੈਟ ਸੀ। ਮੇਰਾ ਬਿਜ਼ਨਸ ਸੀਗਾ ਇੱਥੇ, ਬਹੁਤ ਬਿਗ ਸਾਰਾ ਬਿਜ਼ਨਸ ਸੀਗਾ। ਮੇਰਾ ਖੁਦ ਦਾ ਹਾਊਸ ਸੀਗਾ, ਮੇਰੀਆਂ ਗੱਡੀਆਂ ਸੀਗੀਆਂ, ਮੈਂ ਬੈਂਕ ਮੈਨੇਜਰ ਵੀ ਰਹਿ ਚੁੱਕੀ ਹਾਂ। ਤੇ ਜਦੋਂ ਇਸਨੇ ਮੈਨੂੰ ਪ੍ਰਪੋਜ਼ ਕੀਤਾ ਮੈਰਿਜ ਦਾ ਤੇ ਮੈਨੂੰ ਕਹਿੰਦਾ ਤੈਨੂੰ ਇੰਡੀਆ ਆਉਣਾ ਪੈਣਾ ਮੈਰਿਜ ਕਰਾਉਣ। ਮੈਂ ਇਹਨੂੰ ਦੱਸਿਆ ਕਿ ਮੈਂ ਬਹੁਤ ਬਿਗ ਬਿਜ਼ਨਸਮੈਨ ਆ, ਵੂਮੈਨ ਆ, ਮੇਰਾ ਬਿਜ਼ਨਸ ਬਹੁਤ ਬਿਗ ਆ। ਤੇ ਮੈਨੂੰ ਕਹਿੰਦਾ ਮੈਂ ਤੈਨੂੰ ਟਾਈਮ ਦਿੰਨਾ ਬਿਜ਼ਨਸ ਕੱਢਣ ਵਾਸਤੇ। ਜਦੋਂ ਮੈਂ ਸਾਰਾ ਬਿਜ਼ਨਸ ਕੱਢ ਲਿਆ, ਉਹਦੀ ਅਮਾਊਂਟ ਸਾਰੀ ਇਕੱਠੀ ਹੋ ਕੇ 550 ਕਰੋੜ ਬਣੀ। ਸਾਰੇ ਬਿਜ਼ਨਸ ਕੱਢਣ ਦੀ, ਹਾਊਸ ਸੇਲ ਕਰਨ ਦੀ, ਗੱਡੀਆਂ ਸੇਲ ਕਰਨ ਦੀ, ਸਾਰਾ ਕੁਝ ਸੇਲ ਕਰਨ ਦੀ 550 ਕਰੋੜ ਬਣੀ, ਜੋ ਇਹਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋਈ। ਤੁਸੀਂ 5.5 ਕਰੋੜ ਰੁਪਈਆ ਇੰਡੀਆ ਟ੍ਰਾਂਸਫਰ ਕਰ ਦਿੱਤਾ? ਹਾਂਜੀ, ਇਹਦੇ ਅਕਾਊਂਟ 'ਚ। ਕਿਹੜੀ ਬੈਂਕ ਵਿੱਚ ਕੀਤਾ ਹੈ? ਯੂ ਹੈਵ ਅ ਪ੍ਰੂਫ? ਪ੍ਰੂਫ ਤਾਂ ਮੈਂ ਤੁਹਾਨੂੰ ਸੈਂਡ ਕਰ ਚੁੱਕੀ ਹਾਂ ਸਰ, ਤੁਸੀਂ ਪਤਾ ਨਹੀਂ ਦੇਖਿਆ ਕਿ ਨਹੀਂ। ਬਟ ਮਿਲ ਚੁੱਕੇ ਆ, ਮਿਲ ਗਏ ਨੇ। ਔਰ ਇਹ ਕਿਹੜੀ ਬੈਂਕ ਵਿੱਚ ਟ੍ਰਾਂਸਫਰ ਕੀਤੇ ਪੈਸੇ? ਧੂਰੀ ਬ੍ਰਾਂਚਾਂ ਦੇ ਵਿੱਚ ਸਰ। ਕਿਹੜੀਆਂ ਬੈਂਕਾਂ ਦੇ ਨਾਂ ਲਾਓ? ICC, ਕੋਟ ਮਹਿੰਦਰਾ ਐਂਡ ਕੋਟ ਮਹਿੰਦਰਾ, ICC। ਤੇ ਸਰ ਮੈਨੂੰ ਇੰਨਾ ਆਈਡੀਆ ਨਹੀਂਗਾ ਇੰਡੀਆ ਦੀ ਬੈਂਕਾਂ ਦਾ। ਆਈ ਅੰਡਰਸਟੈਂਡ ਜਸਪਾਲ ਸੀਮੂ, ਆਰ ਯੂ ਕ੍ਰੇਜ਼ੀ ਵੂਮਨ? ਤੁਸੀਂ ਪਾਗਲ ਹੋ ਕਿ ਤੁਸੀਂ ਵਿਆਹ ਕਰਾ ਕੇ ਇੱਕਦਮ ਆਪਣੀ ਜ਼ਿੰਦਗੀ ਦੇ ਵਿੱਚ ਔਰ ਤੁਸੀਂ ਸਾਰਾ ਪੈਸਾ, ਸਾਰੀ ਪ੍ਰਾਪਰਟੀ, ਬਿਜ਼ਨਸ ਬੰਦ ਕਰਕੇ ਪੰਜਾਬ ਚਲੇ ਗਏ ਹੋ। ਤਾਂ ਤੁਹਾਨੂੰ ਕੀ ਕਹਿੰਦਾ ਸੀ? ਪੰਜਾਬ ਤੁਸੀਂ ਨਾ ਰਹਿਣਾ ਜਾਂ ਤੁਸੀਂ ਕਿਸੇ ਹੋਰ ਕੰਟਰੀ ਸ਼ਿਫਟ ਹੋਣਾ? ਕੀ ਕਹਿੰਦਾ ਸੀ ਇਹ ਸਰ ਮੈਰਿਜ ਤੋਂ ਬਾਅਦ ਮੈਨੂੰ ਕਹਿੰਦਾ ਮੈਂ ਤੇਰੀ ਕੰਟਰੀ ਦੇ ਵਿੱਚ ਨਹੀਂ ਜਾਣਾ, ਨਾ ਉਹ ਕੰਟਰੀ ਗੁੱਡ ਆ, ਨਾ ਮੈਨੂੰ ਲਾਈਕ ਆ। ਮੈਂ ਅਮਰੀਕਾ ਲਾਈਕ ਕਰਦਾ, ਮੈਂ ਅਮਰੀਕਾ ਲਾਈਫ ਸੈਟਲ ਕਰਨੀ ਆ। ਆਪਾਂ ਉੱਥੇ ਚਲੇ ਗਏ, ਉੱਥੇ ਜਾ ਕੇ ਆਪਣੀ ਲਾਈਫ ਸੈੱਟ ਕਰੀਏ। ਮੈਂ ਇਹਨੂੰ ਕਿਹਾ ਨੋ ਪ੍ਰੋਬਲਮ, ਮੈਨੂੰ ਬਿਜ਼ਨਸ ਦੀ ਬਹੁਤ ਨੌਲੇਜ ਆ ਤੇ ਮੇਰੇ ਕੋਲ ਮਨੀ ਵੀ ਬਹੁਤ ਜ਼ਿਆਦਾ ਆ। ਇਹ ਬਿਜ਼ਨਸ ਮੈਂ ਉੱਥੇ ਅਮਰੀਕਾ ਜਾ ਕੇ ਆਪਾਂ ਪਾ ਲਾਂਗੇ, ਉੱਥੇ ਲਾਈਫ ਸੈੱਟ ਕਰ ਲਾਂਗੇ। ਸੋ ਸਾਡੀ ਪਲੈਨਿੰਗ ਅਮਰੀਕਾ ਆਉਣ ਦੀ ਸੀ, ਬਟ ਇਹਨੇ ਮੇਰੇ ਨਾਲ ਚੀਟਿੰਗ ਕਰਕੇ ਤੇ ਮੈਨੂੰ ਤਾਂ ਇੰਡੀਆ ਹੀ ਛੱਡ ਗਿਆ। ਮੈਰਿਜ ਤੋਂ ਬਾਅਦ ਆਪ ਅਮਰੀਕਾ ਆ ਗਿਆ, ਸਾਰੀ ਮਨੀ ਤੇ 골ਡ ਲੈ ਕੇ 2 ਨੰਬਰ ਦੇ ਵਿੱਚ। ਇੱਕ ਸੋਨਾ ਕਿੰਨਾ ਸੀ ਤੁਹਾਡੇ ਕੋਲ? 1 ਕਿਲੋ ਤੋਂ ਅਪ ਸਰ। 1 ਕਿਲੋ ਤੋਂ ਉੱਪਰ ਸੀ। ਜਿਹੜੇ ਪੈਸੇ ਜਮ੍ਹਾਂ ਕਰਾਏ ਆ ਉਸ ਅਕਾਊਂਟ ਦੇ ਵਿੱਚ ਤੁਹਾਡਾ ਨਾਂ ਨਹੀਂ ਸੀਗਾ? ਨਹੀਂ ਸਰ, ਮੈਂ ਕਦੇ ਇੰਡੀਆ ਨਹੀਂ ਆਈ ਸੀ, ਮੇਰਾ ਅਕਾਊਂਟ ਵੀ ਨਹੀਂ ਸੀਗਾ ਇੰਡੀਆ। ਜੀ ਬਿਲਕੁਲ, ਜਿਹੜੀ ਇਹਨਾਂ ਨੇ ਸਾਨੂੰ ਰਿਪੋਰਟਾਂ ਭੇਜੀਆਂ ਉਹਦੇ ਮੁਤਾਬਕ 58 ਲੱਖ ਰੁਪਇਆ ਜਿਹੜਾ ਵੱਖੋ ਵੱਖਰੇ ਨਾਮਾਂ ਤੇ RTGS ਹੋਈ। ਕਮਲਜੀਤ ਕੌਰ ਦੇ ਨਾਂ ਤੇ ਵੀ ਕਿਸੇ ਤੇ ਹੋਈ ਆ, ਫਿਰ SBI ਦੇ ਵਿੱਚ ਗਿਆ, ਮਹਿੰਦਰਾ ਕੋਟਕ ਦੇ ਵਿੱਚ, ICIC ਦੇ ਵਿੱਚ ਗਿਆ ਜੀ। ਸੋ ਵੱਖੋ ਵੱਖਰੇ ਨੇਮਸ ਦੇ ਉੱਤੇ ਗਗਨਦੀਪ ਕੌਰ, ਲਾਭ ਸਿੰਘ, ਪ੍ਰਗਟ ਸਿੰਘ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ। ਸੋ ਵੱਖੋ ਵੱਖਰੇ ਅਕਾਊਂਟਾਂ ਦੇ ਨਾਮਾਂ ਦੇ ਵਿੱਚ 10-10 ਲੱਖ ਰੁਪਇਆ ਪਿਆ ਜੀ। ਸੋ ਸਾਰੀ ਅਮਾਊਂਟ ਇੱਕ 60 ਲੱਖ ਹੈ, ਫਿਰ 30 ਲੱਖ ਹੈ, 37 ਲੱਖ, 48 ਲੱਖ,
70 my ਲੱਖ God. 58 ਲੱਖ ਕਿੰਨੇ ਲੱਖ ਹੈ ਜੀ? ਨਹੀਂ ਤੁਸੀਂ ਆਪਣਾ ਨਾਂ ਤੁਸੀਂ ਇਹ ਲੋਕਾਂ ਨੂੰ ਕਿਉਂ ਪੈਸੇ ਭੇਜੇ? ਵਾਈ ਯੂ ਟ੍ਰਾਂਸਫਰ ਔਨ ਦੋਸ ਨਹੀਂ ਰੇਟਸ? ਮੈਂ ਨਹੀਂ ਇਹਨਾਂ ਨੂੰ ਭੇਜੇ ਪੈਸੇ। ਮੈਂ ਤਾਂ ਇਹਨਾਂ ਨੂੰ ਜਾਣਦੀ ਵੀ ਨਹੀਂ ਸੀਗੀ। ਮੈਂ ਤਾਂ ਓਨਲੀ ਆਪਣੇ ਹਸਬੈਂਡ ਦੇ ਅਕਾਊਂਟਾਂ ਦੇ ਵਿੱਚ ਪੈਸੇ ਭੇਜੇ ਆ। ਜਿਹੜੀ ਆ ਕਮਲਜੀਤ ਦਾ ਨੇਮ ਆ ਰਿਹਾ ਨਾ ਸਰ, ਹਾਂ ਇਸ ਕੋਲ ਹੀ ਇਹ ਮੇਰੇ ਹਸਬੈਂਡ ਨੇ ਫਾਈਲ ਲਾਈ ਸੀਗੀ ਅਮਰੀਕਾ ਜਾਣ ਦੀ। ਇਹ ਏਜੰਟ ਦਾ ਕੰਮ ਕਰਦੀ ਆ, ਚੰਡੀਗੜ੍ਹ ਸਿਟੀ ਦੀ ਰਹਿਣ ਵਾਲੀ ਆ ਤੇ ਇਹ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਬੰਦੇ ਭੇਜਦੀ ਆ। ਮੇਰੇ ਹਸਬੈਂਡ ਦਾ ਲਿੰਕ ਪਹਿਲਾਂ ਹੀ ਮੈਰਿਜ ਤੋਂ ਪਹਿਲਾਂ ਇਹਦੇ ਨਾਲ ਸੀਗਾ। ਇਹਨੂੰ ਸਾਰਾ ਕੁਝ ਦੱਸਦਾ ਸੀ ਕਿ ਮੈਂ ਇੱਕ ਫੋਰਨ ਕੁੜੀ ਨਾਲ ਮੈਰਿਜ ਕਰ ਰਿਹਾ, ਉਹ ਇੰਡੀਆ ਆ ਰਹੀ ਹੈ ਮੈਰਿਜ ਕਰਾਉਣ ਤੇ ਬਹੁਤ ਰਿਚ ਫੈਮਿਲੀ ਤੋਂ ਆ। ਉਹ ਬਹੁਤ ਹੀ ਉਹਦੇ ਕੋਲ ਮਨੀ ਆ, ਸਾਰੀ ਮਨੀ ਮੇਰੇ ਅਕਾਊਂਟਾਂ ਦੇ ਵਿੱਚ ਆ ਗਈ ਆ ਤੇ ਅਸੀਂ ਤੇਰੇ ਕੋਲੋਂ ਹੀ ਫਾਈਲ ਲਾਉਣੀ ਆ। ਇਹਨਾਂ ਦੀ ਸਾਰੀ ਪਹਿਲਾਂ ਹੀ ਪਲੈਨਿੰਗ, ਇਹਨਾਂ ਦਾ ਸਾਰੀ ਗੇਮ ਪਹਿਲਾਂ ਹੀ ਰੈਡੀ ਸੀ। ਮੈਨੂੰ ਹੀ ਨਹੀਂ ਪਤਾ ਸੀ ਮੇਰੀ ਲਾਈਫ ਨਾਲ ਕੀ ਹੋ ਰਿਹਾ ਇੰਡੀਆ। ਤੇ ਜਦੋਂ ਮੈਰਿਜ ਤੋਂ ਬਾਅਦ ਇਹਨੇ ਅਮਰੀਕਾ ਜਾਣ ਦਾ ਕਿਹਾ ਸਰ, ਤੇ ਇਹ ਕਹਿੰਦਾ ਮੈਂ ਇੱਕ ਏਜੰਟ ਨੂੰ ਜਾਣਦਾ, ਚੰਡੀਗੜ੍ਹ ਸਿਟੀ ਦੀ ਰਹਿਣ ਵਾਲੀ ਲੇਡੀ ਆ, ਉਹ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਬੰਦਾ ਭੇਜਦੀ ਆ। ਉਸ ਨੂੰ ਆਪਾਂ ਹਾਊਸ ਬੁਲਾ ਲੈਨੇ ਆ ਤੇ ਤੇਰੀ ਗੱਲ ਕਰਾ ਦੇਣਾ ਕਿ ਕਿਵੇਂ ਆਪਾਂ ਅਮਰੀਕਾ ਜਾਣਾ। ਉਹ ਲੇਡੀ ਮੈਨੂੰ ਕਮਲਜੀਤ ਕੌਰ ਚੰਡੀਗੜ੍ਹ ਦੀ ਰਹਿਣ ਵਾਲੀ ਆ ਤੇ ਉਹ ਮੈਨੂੰ ਮਿਲਣ ਆਈ। ਕਹਿੰਦੀ ਮੈਡਮ ਮੈਂ ਅਮਰੀਕਾ ਭੇਜਦੀ ਆ ਬੰਦੇ, ਤੁਸੀਂ ਮੇਰੇ ਕੋਲੋਂ ਦੋਨੋਂ ਜਾਣੇ ਫਾਈਲ ਲਾ ਲਓ, ਸ਼ਾਰਟ ਟਾਈਮ ਦੇ ਵਿੱਚ ਭੇਜ ਦੂੰਗੀ। 40 ਲੱਖ ਲਊਂਗੀ ਮੈਂ, ਸੋ ਮੇਰੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦਿਓ 40 ਲੱਖ। ਮੈਂ ਆਪਣੇ ਹਸਬੈਂਡ ਨੂੰ ਕਿਹਾ ਜਿਹੜਾ ਮੇਰਾ 550 ਕਰੋੜ ਆਇਆ ਉਹਦੇ ਵਿੱਚ 40 ਲੱਖ ਇਸ ਲੇਡੀ ਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰ ਦੇ ਅਮਰੀਕਾ ਜਾਣ ਦਾ, ਤਾਂ ਕਿ ਆਪਣੇ ਡਾਕੂਮੈਂਟ ਸਟਾਰਟ ਕਰੇ, ਆਪਣਾ ਵੀਜ਼ਾ ਲਵਾਵੇ। ਉਹ ਲੇਡੀ ਮੈਨੂੰ ਕਹਿੰਦੀ ਹੋਲਡ ਔਨ 1 ਸੈਕਿੰਡ। ਤੁਸੀਂ ਪੈਸੇ ਜਿਹੜੇ ਵੱਖ-ਵੱਖ ਨਾਂ ਤੇ ਟ੍ਰਾਂਸਫਰ ਕੀਤੇ ਆ, ਇਹ ਤੁਹਾਡੇ ਹਸਬੈਂਡ ਨੇ? ਨਹੀਂ ਮੈਂ ਨਹੀਂ ਕੀਤੇ। ਨਹੀਂ ਸਰ ਮੈਂ ਨਹੀਂ ਕੀਤੇ। ਮੈਨੂੰ ਤਾਂ ਮੈਂ ਤਾਂ ਇਹਨਾਂ ਨੂੰ ਜਾਣਦੀ ਤੱਕ ਵੀ ਨਹੀਂ। ਮੈਂ ਤਾਂ ਕਦੇ ਇੰਡੀਆ ਵੀ ਨਹੀਂ ਆਈ। No, ਤੁਸੀਂ hold on, stop it please. You must stop it. I'm not asking you ਕਿ ਤੁਸੀਂ ਜਿਹੜੇ ਇੰਨੇ ਪੈਸੇ ਟ੍ਰਾਂਸਫਰ ਕੀਤੇ 40 ਲੱਖ, 30 ਲੱਖ, 20 ਲੱਖ, ਇਹ ਅਕਾਊਂਟ ਤੁਹਾਨੂੰ ਕਿਹਨੇ ਦਿੱਤੇ ਸੀ? ਤੁਹਾਡੇ ਹਸਬੈਂਡ ਨੇ ਦਿੱਤੇ ਸੀਗੇ? ਹਾਂਜੀ ਮੇਰੇ ਹਸਬੈਂਡ ਨੇ ਦਿੱਤੇ ਸੀ ਮੈਨੂੰ ਇਹ ਅਕਾਊਂਟ ਕੇ। You should know that ਕਿ ਅਕਾਊਂਟ ਜਦੋਂ ਲਿਖਦੇ ਆ ਉੱਪਰ ਲਿਖਿਆ ਵੀ ਜਾਂਦਾ ਕਿ ਅਕਾਊਂਟ ਨੰਬਰ ਕਿਹਦਾ ਆ ਇਹ ਔਰ ਕੌਣ ਆ ਇਸ ਅਕਾਊਂਟ ਦਾ ਜਿਹੜਾ ਮਾਲਕ ਹੈ। ਤੁਸੀਂ ਬੈਂਕ ਦੇ ਮੈਨੇਜਰ ਰਹੇ ਹੋ। ਆਰ ਯੂ ਕ੍ਰੇਜ਼ੀ ਵੂਮਨ? ਤੁਸੀਂ ਪਾਗਲ ਹੋ ਔਰ ਯੂ ਮੈਂਟਲੀ ਡਿਸਟਰਬਡ ਹੋ। ਤੁਹਾਨੂੰ ਤੁਸੀਂ ਬੈਂਕ ਦੇ ਵਿੱਚ ਮੈਨੇਜਰ ਰਹੇ ਹੋ। ਯੂ ਸ਼ੁੱਡ ਸ਼ੇਮ ਯੂਰਸੈਲਫ ਕਿ ਤੁਹਾਨੂੰ ਪੈਸਾ ਇੰਨਾ ਬਰਬਾਦ ਕੀਤਾ ਸੀ। ਆਈ ਐਮ ਸਿੰਪੈਥਾਈਜ਼ਰ। ਤੁਸੀਂ ਬੜੇ ਚੰਗੇ ਘਰਾਣੇ ਦੇ ਸੰਬੰਧਿਤ ਹੋ, ਮੈਂ ਤੁਹਾਡੀ ਰਿਸਪੈਕਟ ਕਰਦਾ। ਆਈ ਟਰਾਈ ਟੂ ਹੈਲਪ ਯੂ ਆਊਟ। ਔਰ ਅਸੀਂ ਇਹਨਾਂ ਤੇ ਕੇਸ ਪਾਉਂਦੇ ਹਾਂ ਤੇ ਪਰਚਾ ਦਰਜ ਕਰਾ ਕੇ ਇਹਨਾਂ ਨੂੰ ਅੰਦਰ ਕਰਾਉਣੇ ਫੈਮਿਲੀ ਨੂੰ ਕਿ ਤੁਹਾਡੇ ਨਾਲ ਫਰਾਡ ਕੀਤਾ ਆ। ਤੁਹਾਡੇ ਨਾਲ ਵਿਆਹ ਕਰਾ ਕੇ ਕਿੰਨਾ ਸਮਾਂ ਰਿਹਾ ਇੰਡੀਆ ਵਿੱਚ ਇਹ ਬਦਮਾਸ਼? 3 ਮੰਥ ਸਰ। 3 ਮੰਥ। ਤੁਹਾਡੇ ਨਾਲ ਰਿਲੇਸ਼ਨ ਬਣਾਏ ਨੇ ਹਸਬੈਂਡ ਵਾਈਫ ਵਾਲੇ? ਹਾਂਜੀ। ਤੁਹਾਨੂੰ ਪਿਆਰ ਕਰਦਾ ਸੀ? ਹਾਂਜੀ। ਤੇ 3 ਮਹੀਨਿਆਂ ਬਾਅਦ ਜਦੋਂ ਅਮਰੀਕਾ ਦਾ ਵੀਜ਼ਾ ਲੱਗਾ ਤੇ ਤੁਹਾਨੂੰ ਕੀ ਕਹਿੰਦਾ ਆਪਾਂ ਇਕੱਠੇ ਜਾਵਾਂਗੇ ਤੇ ਔਰ ਤੁਹਾਨੂੰ ਦੱਸ ਕੇ ਅਮਰੀਕਾ ਚੜਿਆ ਜਾਂ ਦੱਸਣ ਤੋਂ ਬਗੈਰ ਹੀ ਚਲੇ ਗਿਆ? ਦੱਸ ਕੇ ਗਿਆ ਬਟ ਸਰ ਇਹ ਮੈਨੂੰ ਕਹਿੰਦਾ ਕਿ ਮੇਰਾ ਵੀਜ਼ਾ ਲੱਗ ਗਿਆ, ਤੇਰਾ ਨਹੀਂ ਲੱਗਣਾ, ਹਲੇ ਲੱਗੂਗਾ ਵੀ ਨਹੀਂ। ਮੈਂ ਕਿਹਾ ਕਿਉਂ? ਕਹਿੰਦਾ ਤੇਰੇ ਪੇਪਰਾਂ 'ਚ ਕੋਈ ਪ੍ਰੋਬਲਮ। ਉਹ ਏਜੰਟ ਵੀ ਮੈਨੂੰ ਕਹਿੰਦੀ ਤੇਰੇ ਪੇਪਰਾਂ 'ਚ ਪ੍ਰੋਬਲਮ ਆ, ਤੂੰ ਹਲੇ ਨਹੀਂ ਜਾ ਸਕਦੀ, ਪਹਿਲਾਂ ਆਪਣੇ ਪੇਪਰ ਓਕੇ ਕਰਾ ਲਾ। ਬਟ ਮੈਨੂੰ ਅਲਰਟ ਤਾਂ ਹੋ ਗਿਆ ਕਿ ਮੇਰੇ ਪੇਪਰਾਂ 'ਚ ਕੀ ਪ੍ਰੋਬਲਮ ਹੋ ਸਕਦੀ ਹੈ। ਐਨੀਵੇ ਉਸ ਤੋਂ ਬਾਅਦ ਸ਼ਾਰਟ ਸਟੋਰੀ, ਇਹਨੂੰ ਕਿੰਨੇ ਸਮਾਂ ਹੋ ਗਿਆ ਗਿਆ ਨੂੰ ਅਮਰੀਕਾ ਵਿੱਚ? ਕਿਹੜੇ ਸ਼ਹਿਰ ਦੇ ਵਿੱਚ ਹੈ ਇਹ? ਕੈਲੀਫੋਰਨੀਆ ਦੇ ਬੂਟਲੈਂਡ ਸਿਟੀ ਦੇ ਵਿੱਚ ਹੈ ਸਰ। ਇਹਨੂੰ 2 ਇਅਰਸ ਹੋ ਗਏ ਗਏ ਨੂੰ। ਜਾਣ ਕੇ ਜਾ ਕੇ ਤੁਹਾਨੂੰ ਫੋਨ ਕੀਤਾ ਇਹਨੇ? ਸਰ ਇਹਨੇ ਉਸੇ ਟਾਈਮ ਨਹੀਂ ਕੀਤਾ। 6 ਮੰਥ 6 ਇਨ ਹਾਫ ਈਅਰ ਬਾਅਦ ਇਹਦਾ ਫੋਨ ਆਇਆ। ਮੈਨੂੰ ਐ ਨਹੀਂ ਪੁੱਛਿਆ ਕਿ ਤੂੰ ਕਿੱਥੇ ਆ, ਕਿਵੇਂ ਰਹਿ ਰਹੀ ਹੈ, ਜਾਂ ਤੇਰਾ ਵੀਜ਼ਾ ਦਾ ਕੀ ਹੋਇਆ। ਉੱਤੋਂ ਦੀ ਮੈਨੂੰ ਫੋਨ ਲਾ ਕੇ ਕਹਿੰਦਾ ਕਿ ਤੂੰ ਨਾ ਮੇਰੀ ਕੁਛ ਨਹੀਂ ਲੱਗਦੀ। ਕਿਹੜੀ ਮੈਰਿਜ? ਜਿਹੜੀ ਗੁਰਦੁਆਰਾ ਸਾਹਿਬ ਕਰਾਈ ਹੈ, ਮੈਂ ਉਸ ਮੈਰਿਜ ਨੂੰ ਮੈਰਿਜ ਨਹੀਂ ਸਮਝਦਾ। ਮੈਂ ਕਿਹੜਾ ਤੇਰੇ ਨਾਲ ਰਜਿਸਟਰ ਮੈਰਿਜ ਕਰਾਈ ਹੈ। ਮੈਂ ਇਹਨੂੰ ਕਿਹਾ ਆਪਣੀ ਗੁਰਦੁਆਰਾ ਸਾਹਿਬ ਮੈਰਿਜ ਹੋਈ ਹੈ, ਤੇਰੇ ਸਾਈਨ ਹੋਏ, ਮੇਰੇ ਸਾਈਨ ਹੋਏ ਆ ਉਹ ਪੇਪਰ ਤੇ। ਕਹਿੰਦਾ ਉਹ ਪੇਪਰ ਤੂੰ ਆਪਦੇ ਕੋਲ ਸਾਂਭ ਕੇ ਰੱਖ, ਮੈਂ ਉਸ ਮੈਰਿਜ ਨੂੰ ਮੈਰਿਜ ਨਹੀਂ ਸਮਝਦਾ। ਮੈਂ ਤਾਂ ਤੇਰੀ ਯੂਸਿੰਗ ਕਰਨੀ ਸੀ, ਚੀਟ ਕਰਨੀ ਸੀ, ਤੇਰੀ ਮਨੀ ਤੱਕ ਸੀਗਾ ਮੈਨੂੰ, ਮੈਂ ਆਪਣੀ ਲਾਈਫ ਸੈਟਲ ਕਰਨੀ ਸੀ, ਸੋ ਕਰ ਲਈ। ਤਾਂ ਹੁਣ ਜਿਹੜਾ ਇਹ ਬੰਦਾ ਕਰਦਾ ਕੀ ਇੰਡੀਆ ਵਿੱਚ? ਹਾਂਜੀ ਆ ਫੋਟੋ ਲਾਓ ਜੀ। ਅਸੀਂ ਲੋਕਾਂ ਨੂੰ ਫੋਟੋ ਦਿਖਾ ਰਹੇ ਹਾਂ। ਇਹ ਵਿਅਕਤੀ ਮਲਕੀਤ ਸਿੰਘ ਢੱਡਾ ਹੈ ਔਰ ਵਨ ਸਾਈਡਡ ਸਟੋਰੀ ਮਲਕੀਤ ਸਿੰਘ ਢੱਡਾ ਆਪਣੀ ਸਟੋਰੀ ਰੱਖਣਾ ਚਾਹੁੰਦਾ ਸੀ। ਹੀ ਕੈਨ ਕਾਲ ਅਸ। ਔਰ ਸਾਨੂੰ ਤੁਹਾਡੇ ਪਾਸ ਨੰਬਰ ਹੈ ਇਹਦਾ ਮਲਕੀਤ ਸਿੰਘ ਢੱਡਾ ਦਾ? ਹਾਂਜੀ ਮੈਂ ਨੰਬਰ ਤੁਹਾਨੂੰ ਸੈਂਡ ਕਰ ਚੁੱਕੀ ਹਾਂ ਸਰ। ਅਸੀਂ ਟਰਾਈ ਕਰਦੇ ਹਾਂ ਔਰ ਵੀ ਵਿਲ ਟਰਾਈ ਦੈਟ ਨੰਬਰ। ਔਰ ਤੁਹਾਨੂੰ ਇੰਡੀਆ ਤੋਂ ਅਮਰੀਕਾ ਗਿਆ ਔਰ 6 ਮਹੀਨੇ ਬਾਅਦ ਫੋਨ ਕੀਤਾ ਜਾਂ 6 ਸਾਲ ਬਾਅਦ ਕੀਤਾ? 6 ਮਹੀਨੇ ਬਾਅਦ ਸਰ ਫੋਨ ਕੀਤਾ। ਕਿ ਤੁਸੀਂ ਫਿਰ ਕਿੰਨੇ ਹੁਣ ਤੁਸੀਂ ਹੁਣ ਇੰਡੀਆ ਤੋਂ ਵਾਪਸ ਫਿਲੀਪੀਨ ਕਦੋਂ ਆਏ ਫਿਰ?
मैं 6 ਮੰਥ ਬਾਅਦ ਆਈ। ਜਦੋਂ ਮੈਨੂੰ ਐ ਲੱਗਿਆ ਕਿ ਇਹ ਅੱਜ ਵੀ ਕਾਲ ਕਰਕੇ ਪੁੱਛਦਾ, ਜਦੋਂ ਮੈਨੂੰ 6 ਮੰਥ ਪਤਾ ਲੱਗਿਆ ਕਿ ਇਹਦੀ ਕਾਲ ਹੀ ਨਹੀਂ ਆਈ ਤਾਂ ਮੇਰੇ ਕੋਲ ਨਾ ਮਨੀ ਸੀਗੀ ਸਰ, ਨਾ ਮੈਂ ਕਿਸੇ ਨੂੰ ਜਾਣਦੀ ਸੀ ਤੇ ਮੇਰਾ ਟਾਈਮ ਵੀ ਵੇਸਟ ਹੋ ਰਿਹਾ ਸੀ। ਮੈਂ ਆਪਣੀ ਬੇਬੀ ਨੂੰ ਇੱਥੇ ਛੱਡ ਕੇ ਗਈ ਹੋਈ ਸੀਗੀ ਤੇ ਫਿਰ ਮੈਂ ਬੈਕ ਆ ਗਈ 6 ਮੰਥ ਬਾਅਦ ਸਰ। 6 ਮੰਥ ਬਾਅਦ ਜਦੋਂ ਇੱਥੇ ਆ ਗਈ ਉਦੋਂ ਕਾਲ ਆਈ ਹੈ ਇਹਦੀ। ਉਹ ਵੀ ਇਹਨੇ ਆਈ ਨਹੀਂ ਪੁੱਛਿਆ ਕਿ ਤੇਰੇ ਵੀਜ਼ੇ ਦਾ ਕੀ ਹੋਇਆ, ਇਹ ਪੁੱਛਣ ਵਾਸਤੇ ਕਿ ਤੂੰ ਲੋਕਾਂ ਨੂੰ ਕਿਉਂ ਦੱਸਦੀ ਰਹਿਨੀ ਆ ਕਿ ਆ ਮਲਕੀਤ ਸਿੰਘ ਮੇਰਾ ਹਸਬੈਂਡ ਆ, ਮੇਰੀ ਇਹਦੇ ਨਾਲ ਮੈਰਿਜ ਹੋਈ ਆ। ਕਹਿੰਦਾ ਮੈਂ ਤੈਨੂੰ ਕੁਛ ਨਹੀਂ ਆਪਣਾ ਸਮਝਦਾ, ਕਿਹੜੀ ਮੈਰਿਜ ਦੀਆਂ ਗੱਲਾਂ ਕਰਦੀ ਆ। ਐਨੀਵੇ ਸੋ ਟ੍ਰਾਂਜੈਕਸ਼ਨ ਜਿਹੜੀ ਹੈ ਸਾਬਤ ਕਰਦੀ ਹੈ ਕਿ ਇਸ ਵਿਅਕਤੀ ਨੇ ਫਰਾਡ ਕੀਤੇ ਤੇਰੇ ਨਾਲ। ਮੈਂ ਤੁਹਾਨੂੰ ਵਾਅਦਾ ਕਰਦਾ ਕਿ ਅਸੀਂ ਮੇਰਾ ਸਟਾਫ ਤੁਹਾਡੇ ਨਾਲ ਕੰਟੈਕਟ ਕਰੇਗਾ ਔਰ ਉਸ ਤੋਂ ਬਾਅਦ ਤੁਸੀਂ ਸਾਨੂੰ ਇੱਕ ਐਪਲੀਕੇਸ਼ਨ ਦਿਓਗੇ ਜਿਹੜੀ ਕਿ ਅਸੀਂ ਪੰਜਾਬ ਪੁਲਿਸ ਨੂੰ ਹੈਂਡਓਵਰ ਕਰਾਂਗੇ ਔਰ ਬਣਦੀ ਕਾਰਵਾਈ ਕਾਨੂੰਨ ਕੀ ਕਹਿੰਦਾ ਉਹ ਜਿਹੜਾ ਆਉਣ ਵਾਲਾ ਸਮਾਂ ਦੱਸੇਗਾ। ਬਟ ਮੈਂ ਤੁਹਾਡੇ ਨਾਲ ਤੁਹਾਨੂੰ ਯਕੀਨ ਦਿਵਾਉਂਦਾ ਕਿ ਕਾਨੂੰਨੀ ਕਾਰਵਾਈ ਦੇ ਵਿੱਚ ਅਸੀਂ ਢਿੱਲ ਨਹੀਂ ਕਰਾਂਗੇ, ਤੁਹਾਡੀ ਮਦਦ ਕਰਨ ਨੂੰ ਤਿਆਰ ਹਾਂ। ਪਰ ਇਹ ਜੋ ਤੁਸੀਂ ਕਹਿ ਰਹੇ ਹੋ ਸੱਚ ਕਹਿ ਰਹੇ ਹੋ ਤੇ ਤੁਸੀਂ ਮੈਰਿਜ ਆਪਣੀ ਮੈਰਿਜ ਰਜਿਸਟਰ ਕਿਉਂ ਨਹੀਂ ਕਰਾਈ? ਤੁਸੀਂ ਪੜ੍ਹੇ ਲਿਖੇ ਹੋ ਔਰ ਤੁਹਾਡੀ 30 ਸਾਲ ਦੀ ਉਮਰ ਹੈ ਔਰ ਤੁਸੀਂ ਬੈਂਕ ਵਿੱਚ ਮੈਨੇਜਰ ਰਹੇ ਹੋ। ਆਰ ਯੂ ਕ੍ਰੇਜ਼ੀ ਵੂਮਨ ਔਰ ਵਾਟ? ਨਹੀਂ ਕ੍ਰੇਜ਼ੀ ਨਹੀਂ ਸਰ, ਮੈਂ ਕਲੀਨ ਮਾਈਂਡ ਦੀ ਆ, ਕਲੀਨ ਹਾਰਟ ਦੀ ਆ, ਤਾਂ ਮੈਨੂੰ ਹਰ ਕੋਈ ਕ੍ਰੇਜ਼ੀ ਕਹਿ ਦਿੰਦਾ ਕਿਉਂਕਿ ਮੇਰੇ ਮਾਈਂਡ ਦੇ ਵਿੱਚ ਕੋਈ ਗੇਮ ਨਹੀਂ ਚੱਲ ਰਹੀ ਸੀਗੀ। ਕੋਈ ਮੈਨੂੰ ਇਹ ਨਹੀਂ ਪਤਾ ਸੀ ਮੇਰੀ ਆਉਣ ਵਾਲੀ ਲਾਈਫ ਦੇ ਵਿੱਚ ਇਹ ਇਨਸਾਨ ਜੋ ਮੈਨੂੰ ਲਾਈਕ ਕਰਦਾ, ਲਵ ਕਰਦਾ, ਉਹ ਮੇਰੇ ਵਾਸਤੇ ਗੇਮ ਖੇਡੀ ਬੈਠਾ। ਆਪਣੇ ਜਸਪਾਲ ਜੀਤ ਜੀ ਤੁਸੀਂ ਜਿੱਤੇ ਨਹੀਂ ਹੋ, ਹਾਰ ਗਏ ਹੋ। ਤੁਸੀਂ ਬਾਜੀ ਹਾਰ ਗਏ ਹੋ, ਤੁਹਾਨੂੰ ਲੁੱਟ ਕੇ ਲੈ ਗਿਆ ਔਰ ਜੋ ਤੁਸੀਂ ਦੱਸ ਰਹੇ ਹੋ ਇੰਨਾ ਪੈਸਾ, ਮੈਂ ਹੈਰਾਨ ਹੈ ਕਿ ਤੁਸੀਂ ਇੰਨਾ ਕਰੋੜਾਂ ਰੁਪਈਆ 550 ਕਰੋੜ। ਓ ਮਾਈ ਗॉड, ਓ ਮਾਈ ਗॉड, ਯੂ ਕ੍ਰੇਜ਼ੀ ਵੂਮਨ। ਤਾਂ ਮੈਨੂੰ ਕੀ ਕਹਾਂ ਕ੍ਰੇਜ਼ੀ ਨਾ ਮੈਂ ਕੀ ਕਹਾਂ? ਓ ਮਾਈ ਗੁੱਡਨੈਸ, ਲੋਕ ਦੇਖ ਲਓ ਲੁੱਟਣ ਨੂੰ ਪਏ ਨੇ। ਓ ਮਾਈ ਗॉड, ਓ ਗॉड, ਕੁੜੀ ਰੋ ਰਹੀ ਹੈ। 550 ਕਰੋੜ ਲੈ ਕੇ ਹੁਣ ਅਮਰੀਕਾ ਚ ਆ ਗਿਆ। ਓ ਮਾਈ ਗॉड, ਕੁੜੀ ਦੀ ਮਾਂ ਵੀ ਹੈ ਨੀ ਗੀ, ਬਾਪ ਜਿਹੜਾ ਬਿਮਾਰ ਹੈ ਔਰ ਇੰਡੀਆ ਵਿੱਚ ਸਟਕ ਹੈ। ਹੁਣ ਦੱਸੋ ਕਰੀਏ ਕੀ ਰੋ ਰਹੀ ਹੈ ਲੜਕੀ ਇਹ। ਓ ਮਾਈ ਗॉड, ਇੰਨੇ ਜ਼ਾਲਮ ਲੋਕ ਨੇ। ਓ ਕਮ ਔਨ ਬੇਬੀ ਪਲੀਜ਼। ਓ ਗॉड, ਆਈ ਐਕਸਕਿਊਜ਼ ਮੀ ਪਲੀਜ਼। ਵੀ ਹੈਵ ਟੂ ਪ੍ਰੋਸੀਡ। ਅਸੀਂ ਹੁਣ ਦੇਖਦੇ ਹਾਂ ਜਜਮੈਂਟ ਲਈਏ ਲੋਕਾਂ ਦੀ, ਜੋ ਲੋਕ ਕੀ ਕਹਿਣਾ ਚਾਹੁੰਦੇ ਨੇ। ਪਲੀਜ਼ ਆਓ ਪ੍ਰੋਸੀਡ ਕਰੋ, ਆਪਣੇ ਹੌਸਲੇ ਨਾਲ ਪਾਣੀ ਦਾ ਗਲਾਸ ਪੀਓ, ਅਸੀਂ ਤੁਹਾਡੀ ਮਦਦ ਕਰਾਂਗੇ ਜਿੰਨੀ ਵੀ ਹੋ ਸਕਦੀ ਹੈ। ਜਸਪਾਲਜੀਤ ਕੌਰ ਜੀ, ਇਹ ਗਵਾਂਢ ਦੇਸ਼ ਸਾਡਾ ਹੈ। ਹੋਲਡ ਰੱਖੋ ਲਾਈਨ ਨੂੰ, ਅਸੀਂ ਪਲੀਜ਼ ਪ੍ਰੋਸੀਡ ਕਰੋ ਸਪੀਕ ਯੂਰ ਮਾਈਂਡ ਸੈਗਮੈਂਟ ਨੂੰ। ਜਸਪਾਲ ਹੋਲਡ ਰੱਖੋ ਔਰ ਆਈ ਹੈਵ ਟੂ ਟੇਕ ਅ ਲਿਟਲ। ਹਾਂਜੀ ਇੱਕ ਮਿੰਟ ਹੋਲਡ ਰੱਖੋ, ਮੈਂ ਪਾਣੀ ਲੈਣਾ ਚਾਹੁੰਦਾ। ਆਈ ਐਮ ਸੋ ਨਰਵਸ। BBC ਟੋਰਾਂਟੋ ਦੀ ਪੇਸ਼ਕਸ਼ ਸਾਡੀ ਇੱਕ ਦੁਖੀ ਧੀ। ਫਿਲੀਪੀਨ ਦੇ ਵਿੱਚ ਜਨਮ ਲਿਆ ਔਰ ਫੇਸਬੁੱਕ ਨੇ ਲੁੱਟ ਲਿਆ ਇਸ ਲੜਕੀ ਨੂੰ। 5.5 ਕਰੋੜ ਹੈ, 550 ਨਹੀਂ 5.5 ਕਰੋੜ ਕਰੈਕਸ਼ਨ। ਮਾਂ ਜਿਹੜੀ ਹੈ ਮਰ ਚੁੱਕੀ ਹੈ, ਇੱਕ ਧੀ ਜਿਹੜੀ ਆ ਇਹਦੀ ਆ ਔਰ ਪਹਿਲਾ ਪਤੀ ਇਹਨੂੰ ਛੱਡ ਚੁੱਕਾ, ਪਤਾ ਨਹੀਂ ਕਿੱਥੇ ਆ। ਦੂਜਾ ਪਤੀ ਦੇ ਫਸਾ ਲਿਆ ਔਰ ਇਹ ਲੜਕਾ ਮਲਕੀਤ ਸਿੰਘ ਢੰਡਾ ਆ ਔਰ ਇਹਦੇ ਫਾਦਰ ਦਾ ਮਿੱਠਾ ਆ ਔਰ ਇਹ ਸੰਗਰੂਰ ਹੇੜਕੇ ਪਿੰਡ ਹੈ। हेड़ी आई डोंट नो हेड़ी के है। और जे इथों लोग सुनते हो तो कॉल करन, ਅਸੀਂ ਪ੍ਰੋਸੀਡ ਕਰਾਂਗੇ। ਤੁਹਾਨੂੰ ਇਨਸਾਫ ਦਵਾਇਆ ਜਾਵੇਗਾ, ਤੁਹਾਡੀ ਟ੍ਰਾਂਜੈਕਸ਼ਨ ਦੇ ਮੁਤਾਬਕ ਪੁਲਿਸ ਨੂੰ ਕੇਸ ਦਿੱਤਾ ਜਾਵੇਗਾ। ਇਹ ਫਰਾਡ ਹੈ ਬਹੁਤ ਵੱਡਾ ਔਰ ਜਿਨ੍ਹਾਂ ਲੋਕਾਂ ਦੇ ਟ੍ਰਾਂਜੈਕਸ਼ਨ ਵਿੱਚ ਮਨੀ ਗਈ ਹੈ ਸਾਡੇ ਪਾਸ ਪ੍ਰੂਫ ਹੈ, ਉਹ ਵੀ ਹੁਣ ਪੁਲਿਸ ਦੇ ਡਿੱਕੇ ਆਉਣਗੇ। ਸੋ ਯੂ ਜਸਟ ਵੇਟ। ਅਸੀਂ ਕੀ ਕਰਦੇ ਹਾਂ ਔਰ ਅਸੀਂ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਾਂ, ਜਿਹੜੇ ਲੋਕ ਇੱਥੇ ਲੋਕਾਂ ਨੂੰ ਲੁੱਟਦੇ ਆ ਤੇ ਅਸੀਂ ਜਿਹੜੇ ਲੋਕ ਲੁੱਟਦੇ ਆ ਉਹਨਾਂ ਨੂੰ ਫਸਾਉਣਾ ਚਾਹੁੰਦੇ ਹਾਂ। ਅਸੀਂ ਕਮਿਊਨਿਟੀ ਦੀ ਮਦਦ ਕਰਦੇ ਹਾਂ ਜ਼ਿੰਦਗੀ ਵਿੱਚ। ਔਰ ਲੋਕ ਉਹ ਦੁਨੀਆ ਵਾਲੀ ਹੋਸ਼ ਕਰੋ ਔਰ ਗਾਉਂਦਾ ਪੰਜਾਬ ਵਿੱਚ ਆਈ ਧੀ ਦੀ ਆਪਾਂ ਇੱਜ਼ਤ ਨੂੰ ਬਚਾਈਏ ਅਤੇ ਆਪਾਂ ਇਸ ਧੀ ਦੀ ਮਦਦ ਕਰੀਏ। ਮਦਦ ਕੌਣ ਕਰਦਾ ਹੈ? BBC ਟੋਰਾਂਟੋ। ਮਦਦ ਉਹ ਨਹੀਂ ਕਰ ਸਕਦੇ ਜਿਹੜੇ ਖੁਦ ਆਪ ਫਰਾਡ ਕਰਦੇ ਨੇ, ਜਿਹੜੇ ਆਪ ਲੋਕਾਂ ਦਾ ਦੁੱਖ ਜਿਹੜਾ ਆ ਲੋਕਾਂ ਨੂੰ ਦੁੱਖ ਦਿੰਦੇ ਨੇ। ਅਸੀਂ ਲੋਕਾਂ ਦੇ ਦੁੱਖ ਸੁਣਦੇ ਹਾਂ। ਆਓ ਸਪੀਕ ਯੂਰ ਮਾਈਂਡ। ਕਾਲਰ, ਅਸੀਂ ਫਸਟ ਕਾਲਰ ਲੈਂਦੇ ਆ। ਢੀਂਡਸਾ ਸਾਹਿਬ, ਇਸ ਲੜਕੀ ਨੇ ਠੱਗੀ ਹੋਈ ਹੈ, ਕੀ ਕਹਿਣਾ ਚਾਹੁੰਦੇ ਹੋ? ਜੀ ਇਹ ਤਾਂ ਬਹੁਤ ਜ਼ਿਆਦਾ ਮਾੜੀ ਹੋਈ ਹੈ ਜੀ। ਏਦਾਂ ਕਿਸੇ ਨੂੰ ਯੂਜ਼ ਨਹੀਂ ਕਰਨਾ ਚਾਹੀਦਾ। ਕੁੜੀ ਬਿਲਕੁਲ ਸੱਚੀ ਆ ਕਿਉਂਕਿ ਉਹਦੇ ਕੋਲ ਤਾਂ ਬਹੁਤ ਆਲਰੇਡੀ ਇੰਨਾ ਪੈਸਾ ਸੀਗਾ ਨਾ, ਉਹਨੇ ਇਸ ਬੰਦੇ ਨੂੰ ਯੂਜ਼ ਕੀਤਾ। ਬਾਕੀ ਤੁਹਾਡਾ ਜੀ ਬਹੁਤ ਧੰਨਵਾਦ, ਤੁਸੀਂ ਸ਼ੋਅ ਲੈ ਕੇ ਆਉਂਦੇ ਆ। ਆਪਣਾ ਤੁਸੀਂ ਸ਼ੋਅ ਬੰਦ ਕਰਨ ਬਾਰੇ ਸੋਚਿਆ ਵੀ ਨਾ ਕਰੋ। ਜੇ ਤੁਸੀਂ ਸ਼ੋਅ ਏਦਾਂ ਦੇ ਲਿਆਓਗੇ ਨਾ ਤਾਂ ਗਾਂ ਲੋਕਾਂ ਨੂੰ ਕਿੱਥੋਂ ਮਿਲੂਗਾ, ਸਬਕ ਆਊਗਾ ਵੀ ਏਦਾਂ ਅੰਨੇ ਹੋ ਕੇ ਯਕੀਨ ਨਾ ਕਰੋ। ਆਪਣੀ ਸਾਰੀ ਜੋ ਤੁਹਾਡੀ ਇਨਵੈਸਟਮੈਂਟ ਪੈਸਾ ਆ ਉਹ ਬਿਲਕੁਲ ਇਕੱਲੇ ਦੇ ਨਾਂ ਤੇ ਨਾ ਕਰੋ ਹਮੇਸ਼ਾ, ਕਿਉਂਕਿ ਦੁਨੀਆ ਜਿਹੜੀ ਆ ਉਹ
ਦੋ ਧਾਰੀ ਆ, ਤੁਹਾਨੂੰ ਪਤਾ ਨਹੀਂ ਕੁਝ ਕੀ ਅਗਲੇ ਦੇ ਮਨ 'ਚ ਹੈਗਾ ਕੀ ਨਹੀਂ, ਤੁਹਾਡੇ ਨਾਲ ਕਿਹੜੀਆਂ ਗੇਮਾਂ ਪਲੇ ਕਰ ਰਿਹਾ। ਮਿਹਰਬਾਨੀ ਜੀ, ਥੈਂਕ ਯੂ ਸੋ ਮਚ ਜੀ। ਅੱਛਾ, ਆਪਣੇ ਦੂਸਰੇ I lost everything ਜ਼ਿੰਦਗੀ 'ਚ। ਸੀਮੋ ਬੇਟਾ, ਤੇਰੀ ਗਲਤੀ ਹੋਈ ਆ, ਪੈਸੇ ਟ੍ਰਾਂਸਫਰ ਕਰਨੇ ਸੀ ਤੇ ਤੇਰਾ ਨਾਮ ਵਿੱਚ ਚਾਹੀਦਾ ਸੀ ਅਕਾਊਂਟ ਦੇ ਵਿੱਚ। ਤੂੰ ਇੱਕ ਬੈਂਕ ਮੈਨੇਜਰ ਰਹੀ ਆ ਤਾਂ ਮੈਂ ਤੈਨੂੰ ਪਾਗਲ ਕਹਾਂ ਜਾਂ ਨਾ ਕੀ ਕਹਾਂ? ਹੁਣ ਮੈਂ ਦੁਖੀ ਹਾਂ ਤੇਰੇ ਤੋਂ ਵੀ ਬੇਟਾ। ਔਰ ਸਰ why you do this ਇੰਡੀਆ ਗਈ nonsense? ਨਹੀਂ ਸੀਗੀ ਤਾਂ But ਮੇਰਾ doesn't account matter, ਵੀ ਤੂੰ ਹੈ ਗਈ ਸੀ ਨਹੀਂ India। ਗਈ ਸੀ, ਪਰ ਤੂੰ ਜਾਣਦੀ ਨਹੀਂ ਸੀ, ਸ਼ਾਦੀ ਹੋਈ ਨਹੀਂ ਸੀ, ਪਰ ਤੇਰਾ ਅਕਾਊਂਟ ਦੇ ਵਿੱਚ ਨਾ ਚਾਹੀਦਾ ਸੀ। ਮਸਟ ਵਾਈ ਯੂ ਟ੍ਰਾਂਸਫਰ? ਕਮ ਔਨ, I have to go next call. Toronto caller, speak your mind please. ਹੈਲੋ ਜੀ, speak your mind sir. ਹਾਂਜੀ, ਬਸ ਹੀ ਮੈਂ ਇੱਕ ਨਿਊਜ਼ ਸ਼ੇਅਰ ਕਰਨੀ ਹੈ 에ਅਰ ਇੰਡੀਆ ਦੀ। ਜੀ ਦੁਬਈ ਤੋਂ ਜਹਾਜ਼ ਆ ਰਿਹਾ ਸੀ ਕੇਰਲਾ, 2.5 ਘੰਟੇ ਵਾਲਾ ਐਕਸੀਡੈਂਟ ਹੋਇਆ 에ਅਰਪੋਰਟ ਦੇ ਉੱਪਰ। ਜਹਾਜ਼ ਸਾਰਾ ਪੀਸਿਸ 'ਚ ਹੋ ਗਿਆ, ਉਹਦੇ ਦੋਨੋਂ ਪਾਇਲਟ ਦੀ ਡੈਥ ਹੋ ਗਈ ਹੈ। 180 ਪੈਸੇਂਜਰ ਸੀ, ਲੋਟ ਆਫ ਪੀਪਲ ਪੈਸੇਂਜਰ ਕਾਫੀ ਜ਼ਖਮੀ ਹੋਏ ਨੇ ਤੇ ਉਹ ਹਸਪੀਟਲ ਪਹੁੰਚਾਏ ਜਾ ਰਹੇ ਨੇ। ਇਹ ਦੁਬਈ ਤੋਂ ਜਹਾਜ਼ ਆ ਰਿਹਾ ਸੀ, 180 ਪੈਸੇਂਜਰ, 에ਅਰ ਇੰਡੀਆ ਐਕਸਪ੍ਰੈਸ ਦਾ, ਦੋਨੋਂ ਪਾਇਲਟ ਮਰ ਗਏ ਨੇ। ਇਹ 7:30 ਵਜੇ ਸ਼ਾਮ ਨੂੰ ਐਕਸੀਡੈਂਟ ਹੋਇਆ ਜੀ। ਇਹ ਮੈਂ ਟ੍ਰੈਜਡੀ ਸਿਰਫ ਸ਼ੇਅਰ ਕਰਨੀ ਤੁਹਾਡੇ ਨਾਲ। ਔਰ ਇਹ ਦੁਬਈ ਤੋਂ ਜਾ ਰਿਹਾ ਸੀ ਇੰਡੀਆ ਨੂੰ? ਇਹ ਦੁਬਈ ਤੋਂ ਇੰਡੀਆ ਜਾ ਰਿਹਾ ਸੀ, 에ਅਰ ਇੰਡੀਆ ਐਕਸਪ੍ਰੈਸ ਜਹਾਜ਼, 180 ਪੈਸੇਂਜਰ ਸੀ, ਦੋਨੋਂ ਪਾਇਲਟ ਥਾਂ ਤੇ ਮਰ ਗਏ ਔਰ ਜਹਾਜ਼ 에ਅਰਪੋਰਟ ਦੇ ਉੱਪਰ ਕ੍ਰੈਸ਼ ਹੋਇਆ ਔਰ ਜਹਾਜ਼ ਆਲ ਇਨ ਪੀਸਿਸ। ਔਰ ਕਿਹੜੇ 에ਅਰਪੋਰਟ ਤੇ ਕ੍ਰੈਸ਼ ਹੋਇਆ ਜੀ? ਇਹ ਕੇਰਲਾ ਦਾ 에ਅਰਪੋਰਟ ਹੈ, ਜਿਹਦਾ ਨਾਮ ਨਹੀਂ ਲੈਣਾ ਆ ਰਿਹਾ, ਕੋਈ ਟਫਸ਼ਾ ਨਾਮ ਹੈ। ਕੇਰਲਾ ਦੇ 에ਅਰਪੋਰਟ ਦੇ ਉੱਪਰ ਜਹਾਜ਼ ਕ੍ਰੈਸ਼ ਹੋਇਆ 7:30 ਵਜੇ ਸ਼ਾਮ, 3 ਘੰਟੇ ਪਹਿਲਾਂ ਹੋਇਆ ਜੀ। ਵੈਰੀ ਸੈਡ, ਬਹੁਤ ਅਸੀਂ ਹਾਂਜੀ, ਉਹ ਸਾਰੇ ਦੋਨੋਂ ਪਾਇਲਟ ਮਰ ਗਏ ਨੇ, ਪੈਸੇਂਜਰ ਕੋਈ ਨਹੀਂ ਮਰਿਆ, ਉਹ ਜ਼ਖਮੀ ਹੋਏ ਨੇ ਤੇ 40 ਤੋਂ 50 ਪੈਸੇਂਜਰ ਨੂੰ ਹਸਪੀਟਲ ਲਿਜਾਇਆ ਜਾ ਚੁੱਕਿਆ ਜੀ। ਵੈਰੀ ਸੈਡ, ਵੈਰੀ ਸੈਡ। ਔਰ ਕੋਈ ਕਾਰਨ ਦੱਸਿਆ ਗਿਆ? ਕੋਈ ਇਹਦਾ ਕੋਈ ਕਾਰਨ ਨਹੀਂ ਦੱਸਿਆ ਜੀ, ਉਹਨਾਂ ਨੇ ਸਿਰਫ ਦੱਸਿਆ ਸ਼ੂਟ ਆਊਟ ਐਟ, ਉਹ ਸ਼ੂਟ ਹੁੰਦਾ ਮਤਲਬ ਕਿ ਜਹਾਜ਼ ਜਿਸ ਤਰ੍ਹਾਂ ਕ੍ਰੈਸ਼ ਹੋਇਆ ਨਾ ਜਦ ਲੈਂਡ ਕਰਨ ਲੱਗਿਆ, ਜੀ ਜੀ, ਉਹ ਜਹਾਜ਼ ਦੇ ਪੀਸ ਹੋ ਗਏ ਨੇ। ਹਾਂਜੀ ਹਾਂਜੀ, ਵੈਰੀ ਸੈਡ। ਅਸੀਂ ਪ੍ਰੋਸੀਡ ਕਰ ਰਹੇ ਸਟੋਰੀ ਨੂੰ ਔਰ ਇੱਕ ਹੋਰ ਸਟੋਰੀ ਆਈ। ਹਾਂਜੀ, ਅਗਲੀ ਕਾਲ ਪਲੀਜ਼। ਹੈਲੋ ਕਾਲਰ, ਸਪੀਕ ਯੂਰ ਮਾਈਂਡ। ਇਸ ਲੜਕੀ ਨਾਲ ਗੱਲ ਕਰੋ ਪਲੀਜ਼। ਹਾਂਜੀ, ਮੈਂ ਗੱਲ ਕਰ ਸਕਦਾ ਜੀ? ਹਾਂਜੀ, ਗੱਲ ਕਰੋ, ਜਲਦੀ ਚ ਕਰੋ, ਛੋਟੀ ਗੱਲ ਕਰੋ, 30 ਸੈਕਿੰਡ ਦੀ ਗੱਲ ਨੂੰ ਮਿਲੋ ਆਪਣੀ। ਜੀ ਬੋਲੋ। ਹਾਂਜੀ ਜੀ, ਮੈਂ ਇਹ ਕਹਿਣਾ ਵੀ ਇਹ ਜੇ ਠੱਗ ਨੂੰ ਕਿਸੇ ਕੀਮਤ ਤੇ ਬਖਸ਼ਣਾ ਨਹੀਂ ਚਾਹੀਦਾ। ਲੜਕੀ ਭੋਲੀ ਭਾਲੀ ਆ ਜੀ, ਕਿਉਂਕਿ ਇਹਦਾ ਜਿਹੜਾ ਬਰਥ ਆ ਉਹ ਫੋਰਨ ਕੰਟਰੀ ਦਾ ਆ। ਉੱਥੇ ਦੇ ਲੋਕ ਬੜੇ ਭੋਲੇ ਭਾਲੇ ਜਿਹੇ ਹੁੰਦੇ ਆ। ਇਹ ਜੋ ਠੱਗਾਂ 'ਚ ਫਸ ਗਈ ਆ ਤੇ ਉਹਨੂੰ ਹੋਰ ਵੀ ਕਾਲਾਂ ਕਰਕੇ ਜਲੀਲ ਨਾ ਕਰਨ। ਇਹ ਲੜਕੀ ਦੀ ਵੱਧ ਤੋਂ ਵੱਧ ਮੈਂ ਬਾਸੀ ਸਾਹਿਬ ਨੂੰ ਬੇਨਤੀ ਕਰੂੰਗਾ ਜਾਂ ਆਮ ਜਨਤਾ ਨੂੰ ਕਿ ਵੱਧ ਤੋਂ ਵੱਧ ਉਹਦੀ ਹੈਲਪ ਕਰਨੀ ਚਾਹੀਦੀ ਹੈ। ਠੱਗ ਬਚਣੇ ਨਹੀਂ ਚਾਹੀਦੇ। ਮਿਹਰਬਾਨੀ ਜੀ। ਨੈਕਸਟ ਕਾਲ ਪਲੀਜ਼, ਪ੍ਰੋਸੀਡ ਕਰੋ 30 ਸੈਕਿੰਡ ਵਿੱਚ। ਕਾਲਰ, ਸਪੀਕ ਯੂਰ ਮਾਈਂਡ। ਕਾਲਰ, ਸਪੀਕ ਯੂਰ ਮਾਈਂਡ ਪਲੀਜ਼। ਹੈਲੋ ਭਾਜੀ, ਸਪੀਕ ਯੂਰ ਮਾਈਂਡ। ਸਮਾਂ ਜਲਦੀ ਜੀ, ਕੀ ਕਹਿਣਾ ਚਾਹੁੰਦੇ ਸਰ? ਭਾਈ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ? ਹਾਂਜੀ, ਤੁਹਾਡੇ ਨਾਲ ਸਰ। ਅੱਛਾ ਜੀ ਭਾਜੀ, ਮੈਂ ਹੀ ਆ ਜਿਹੜੇ ਇਸ ਕੁੜੀ ਨੂੰ ਤੁਹਾਡਾ ਰੈਫਰੈਂਸ ਦਿੱਤਾ ਸੀਗਾ। ਮੈਂ ਭਾਜੀ ਇਸ ਕੁੜੀ ਦੀ ਇਨਕੁਆਇਰੀ ਵੀ ਬੰਦਿਆਂ ਨੇ ਕੀਤੀ ਆ ਇੰਡੀਆ ਤੋਂ। ਉਹ ਮੁੰਡਾ ਪਹਿਲਾਂ ਦਿਹਾੜੀਆਂ ਕਰਦਾ ਸੀ ਭਾਜੀ ਇੰਡੀਆ। ਅੱਛਾ, ਦਿਹਾੜੀਆਂ ਕਰਦਾ ਸੀਗਾ ਤੇ ਉਹਦੇ ਪਿੰਡ ਵਾਲੇ ਵੀ ਕਹਿੰਦੇ ਸੀ ਅਸੀਂ ਹੈਰਾਨ ਵਾਂ ਕਿ ਇਹਨੂੰ ਇਦਾਂ ਦੀ ਕੁੜੀ ਮਿਲ ਕਿੱਥੋਂ ਗਈ ਹਨਾ। ਕਿ ਲਾਈਕ ਇਸ ਕੁੜੀ ਦੇ ਸਿਰ ਤੇ ਉਹਨੇ ਆਪਣਾ ਘਰ-ਬਾਰ ਉੱਥੇ ਇੰਡੀਆ ਸਾਰਾ ਕੁਝ ਬਣਾ ਲਿਆ ਭਾਜੀ। ਆਲਮੋਸਟ ਮੇਰੇ ਖਿਆਲ 50-60 ਲੱਖ ਦੀ ਕੋਠੀ ਬਣਾਈ ਆ ਇੰਡੀਆ। 5.5 ਕਰੋੜ ਦੇ ਵਿੱਚ 50 ਲੱਖ ਕੋਠੀ ਤੇ ਲਾਤਾ ਹੋਣਾ। ਹਾਂਜੀ ਭਾਜੀ, ਤੇ ਮੈਂ ਸਾਰੀ ਇਨਵੈਸਟੀਗੇਸ਼ਨ ਖੁਦ ਵੀ ਕਰਕੇ ਤੇ ਤਰੀ ਤੁਹਾਨੂੰ ਮੋਟੇ ਰੈਫਰੈਂਸ ਦਿੱਤਾ। ਮੈਨੂੰ ਪਤਾ ਸੀ ਤੁਸੀਂ ਹੈਲਪ ਕਰ ਸਕਦੇ, ਕਿਉਂਕਿ ਇਹ ਕੁੜੀ ਕਹਿੰਦੀ ਮੈਂ ਭਗਵੰਤ ਮਾਨ ਕੋ ਵੀ ਜਾ ਕੇ ਉਹਨੇ ਕੋਈ ਹੈਲਪ ਨਹੀਂ ਕੀਤੀ ਤੇ ਆਪਣੇ ਸਿਮਰਜੀਤ ਸਿੰਘ ਮਾਨ ਕੋ ਵੀ ਜਾ ਕੇ ਉਹਨਾਂ ਨੇ ਕੋਈ ਹੈਲਪ ਨਹੀਂ ਕਿਸੇ ਨੇ ਕੀਤੀ। ਮੈਂ ਹੈਲਪ ਕਰਾਂਗਾ। ਔਰ ਮੈਨੂੰ ਜਹਾਜ਼ ਜਾ ਕੇ ਇੱਥੇ ਫਿਲੀਪੀਨ ਜਾਣਾ ਪਵੇ ਮੈਨੂੰ ਜਾਂ ਮੇਰੇ ਆਪਣੇ ਮੈਨੇਜਰ ਸਾਹਿਬ ਨੂੰ ਆਪਣੇ ਹੈਲਪ ਕਰ ਦਿਓ ਆਈ ਸੀ। ਅੱਛਾ, ਜਿਹੜਾ ਇਹ ਪਿੰਡ ਹਾਂ, ਜਿਹੜਾ ਪਿੰਡ ਹੈ, ਇਹ ਪਿੰਡ ਦਾ ਨਾਂ ਕੀ? ਹੀੜੇ ਕਿ ਕੀ ਨਾਂ ਹੈ ਪਿੰਡ ਦਾ? ਮੈਨੂੰ ਸਮਝ ਨਹੀਂ ਆ ਰਹੀ ਭਾਜੀ। ਮੁੰਡੇ ਪਿੰਡ ਦਾ ਨਾਮ ਤਾਂ ਮੈਨੂੰ ਵੀ ਨਹੀਂ ਚੇਤਾ ਹੈਗਾ। ਪੇਪਰਾਂ ਤੇ ਸਾਰਾ ਕੁਝ ਲਿਖਿਆ ਆ। ਉਹਨੇ ਬਕਾਇਦਾ ਕੁੜੀ ਨੇ ਪਾਸਪੋਰਟ ਦੀ ਮੁੰਡੇ ਦੀ ਫੋਟੋਆਂ ਵੀ ਸੈਂਡ ਕੀਤੀਆਂ। ਮੈਂ ਮੁੰਡੇ ਨਾਲ ਵੀ ਗੱਲ ਕੀਤੀ। ਮੁੰਡਾ ਭਾਜੀ ਬੜੀ ਹੋਰ ਤਰ੍ਹਾਂ ਦੀ ਗੱਲ ਕਰਦਾ। ਉਹ ਕਹੀ ਜਾਂਦਾ ਕਿ ਇਹਦੇ ਪਤਾ ਨਹੀਂ ਇਹਦਾ ਤਾਂ ਨਹੀਂ ਬਣਿਆ, ਇਹਦੇ 3 ਵਿਆਹ ਸ਼ੋਅ ਹੁੰਦੇ ਆ। ਮੈਂ ਕਿਹਾ ਏਦਾਂ ਦਾ ਕਿਸੇ ਰੈਕਡ 'ਚ ਨਹੀਂ ਸ਼ੋਅ ਹੁੰਦੇ। ਐਨੀਵੇ ਅਸੀਂ FBI ਨੂੰ ਵੀ ਕੇਸ ਮੈਂ ਦੇ ਦੇਣਾ। ਔਰ ਡੋਂਟ ਯੂ ਜਸਟ ਵੇਟ। ਮੈਂ ਕੀ ਕਰਦਾ ਕੀ ਹੈ ਜੀ, ਮੇਰੀ ਟੀਮ ਜਿਹੜੀ ਲੀਗਲ ਪੈਨਲ ਟੀਮ ਜਿਹੜੀ ਹੈਲਪ ਕਰੀ ਹੈ। ਜੀ ਬਿਲਕੁਲ ਜੀ, ਮਲਕੀਤ ਸਿੰਘ ਤੁਹਾਨੂੰ ਕਾਲ ਕੀਤੀ ਜੀ। ਜੀ ਮਲਕੀਤ ਦਾ ਅਸੀਂ ਨੰਬਰ ਵਾਰ-ਵਾਰ ਟਰਾਈ ਕਰ ਰਹੇ ਹਾਂ, ਘੰਟੀ ਜਾ ਰਹੀ ਹੈ ਪਰ ਕੋਈ ਵੀ ਅੱਗੋਂ ਪਿਕ ਨਹੀਂ ਕਰ ਰਿਹਾ ਹੈ। ਆ ਫਾਈਂਡ ਆਊਟ ਕਰੋ ਕਿਸ ਕੰਪਨੀ ਨੇ ਕੰਮ ਕਰ ਰਿਹਾ ਹੈ ਜੀ, ਵੀ ਫਾਈਂਡ ਆਊਟ ਕਿਹੜੀ ਕੰਪਨੀ ਨੇ ਕੰਮ ਕਰ ਰਿਹਾ ਹੈ। ਅੱਗੇ ਨੈਕਸਟ ਕਾਲ ਪ੍ਰੋਸੀਡ ਕਰੋ। ਉਹ ਹਾਂਜੀ, ਕਾਲਰ ਕੇਸ਼ਵ ਤੁਸੀਂ ਪ੍ਰੋਸੀਡ ਕਰੋ ਆਪਣੇ ਮੈਟਰ ਨੂੰ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ, ਕੀ ਕਹਿਣਾ ਚਾਹੁੰਦੇ ਕੇਸ਼ਵ ਜੀ? ਬੋਲੋ। ਇਹ ਕਹਿਣਾ ਚਾਹੁੰਦਾ ਵੀ ਇੱਕ ਲੇਡੀ ਤੁਹਾਡੇ ਕੋਲ ਪ੍ਰੋਬਲਮ ਲੈ ਕੇ ਆਈ ਹੈ, ਤੁਸੀਂ ਬਾਰ-ਬਾਰ ਉਹਨੂੰ ਕ੍ਰੇਜ਼ੀ ਵੂਮਨ ਐਨੀਵੇ ਸੋ ਇਹਨੂੰ ਬੰਦ ਕਰ ਦਿਓ ਇਸ ਕਾਲਰ ਨੂੰ। ਡੋਂਟ ਗਾਈਡ ਮੀ ਦੈਟ।
ਮੈਂ ਅਪਸੈਟ ਹਾਂ। ਮੈਂ ਤਦ ਕਹਿ ਰਿਹਾ ਬੇਟਾ ਉਹਨੂੰ ਕਿ ਤੁਸੀਂ ਕ੍ਰੇਜ਼ੀ ਹੋ ਕਿਉਂਕਿ ਇੰਨਾ ਪੈਸਾ ਦੇਤਾ। ਆਈ ਹੈਵ ਰਾਈਟਸ, ਡੋਂਟ ਗਿਵ ਮੀ ਡਾਇਰੈਕਸ਼ਨ। ਆਈ ਨੋ ਬਟ ਮੇਰੀ ਧੀਆਂ ਵਰਗੀ ਹੈ, ਮੇਰੀਆਂ ਭੈਣਾਂ ਵਰਗੀ ਹੈ। ਮੈਂ ਅਪਸੈਟ ਹਾਂ, ਪਰੇਸ਼ਾਨ ਹੋ ਕੇ ਮੈਂ ਕਹਿ ਸਕਦਾ ਕਿਉਂਕਿ ਇਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਤੂੰ ਗੱਲ ਕਰ ਜਿਹੜੀ ਕਰਨ ਵਾਲੀ ਹੈ ਬੇਟਾ। ਹਾਂਜੀ, ਸਟੇ ਅਵੇ ਫਰੋਮ ਦਿਸ ਫ੍ਰੀਕੁਐਂਸੀ। ਹਾਂਜੀ ਕਾਲਜ, ਤੁਸੀਂ ਕੀ ਕਹਿਣਾ ਚਾਹੁੰਦੇ ਸਰ? ਆਪਣੇ ਜਸਪਾਲ ਜੀ ਲਾਈਨ ਤੇ ਹੋ? ਜਸਪਾਲ ਜੀ ਲਾਈਨ ਤੇ ਹੋ? ਹਾਂਜੀ ਹਾਂਜੀ ਭਾਜੀ। ਹਾਂਜੀ 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 ਕਾਲਰ ਲਾਈਨ, ਤੁਸੀਂ ਬੋਲੋ ਜੀ। ਹਾਂਜੀ ਭਾਜੀ, ਮੈਂ ਇਦਾਂ ਪੁੱਛਣਾ ਚਾਹਣਾ, ਇਹਨਾਂ ਦਾ ਹਸਬੰਡ ਕਿਸ ਬੇਸ ਤੇ ਅਮਰੀਕਾ ਆਇਆ ਜੀ? ਆਪਣੇ ਦੂਸਰੇ ਸੀਮੋ ਜੀ, ਤੁਹਾਡਾ ਹਸਬੈਂਡ ਵਿਜ਼ਟਰ ਆਇਆ ਸੀ ਕੈਨੇਡਾ ਅਮਰੀਕਾ ਵਿੱਚ ਜਾਂ ਰਿਫਿਊਜੀ ਆਇਆ? 2 ਨੰਬਰ ਤੇ ਆਇਆ ਸੀ ਸਰ, ਅੱਛਾ ਗਲਤ ਨੰਬਰ ਬਾਰਡਰ ਤੇ ਕ੍ਰਾਸ ਕਰਕੇ। ਉਹਨੇ ਇੱਥੇ ਆ ਕੇ ਰਿਫਿਊਜੀ ਕੇਸ ਲਾਇਆ ਹੋਣਾ ਜੀ। ਸਿੰਗਲ ਲਾਇਆ ਸਰ, ਵਿਦਆਊਟ, ਉਹਨੇ ਦੱਸਿਆ ਕਿ ਮੈਂ ਸਿੰਗਲ ਆ, ਸਿੰਗਲ, ਮੈਰਿਡ ਨਹੀਂ ਦੱਸਿਆ। ਹਾਂਜੀ ਹਾਂਜੀ, ਤੁਸੀਂ ਇਹ ਸਾਰੇ ਡਾਕੂਮੈਂਟ ਇੱਥੇ ਦੇ ਜਿੱਥੇ ਉਹਦਾ ਕੋਰਟ ਦਾ ਕੇਸ ਲੱਗਿਆ ਹੋਇਆ ਕੋਰਟ 'ਚ, ਤੁਸੀਂ ਇਹ ਸਾਰੇ ਡਾਕੂਮੈਂਟ ਪੇਸ਼ ਕਰ ਸਕਦੇ ਆ ਕਿ ਇਹ ਮੈਰਿਟ ਸੀਗਾ, ਠੱਗੀ ਮਾਰ ਕੇ ਆਇਆ, ਉਹਨੂੰ ਡਿਪੋਰਟ ਕਰਵਾਇਆ ਜਾ ਸਕਦਾ ਹੈ। ਮਿਹਰਬਾਨੀ। ਔਰ ਅਸੀਂ ਗੱਲਬਾਤ ਕਰ ਰਹੇ ਹਾਂ ਅਮਰੀਕਾ ਦੇ ਵਿੱਚ ਕੁਝ ਲੋਕ ਨੇ ਪਰਮਾਨੈਂਟ, ਉਹ ਮਦਦ ਕਰਨਗੇ ਸਾਡੀ। ਅਗਲੀ ਕਾਲ। ਥੈਂਕ ਯੂ, ਪ੍ਰੋਸੀਡ ਕਰੋ ਨੈਕਸਟ ਕਾਲ। ਕਾਲਰ ਸਤਿ ਸ਼੍ਰੀ ਅਕਾਲ ਜੀ। ਕਾਲਰ ਤੁਸੀਂ ਲਾਈਨ ਤੇ ਹੋ ਜੀ? ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਜੀ ਤੁਸੀਂ ਦੱਸੋ, ਇਸ ਲੜਕੀ ਕਿੰਨੀ ਦੁਖੀ ਹੈ ਜੀ? ਇਹ ਵੀ ਕਿਸੇ ਦੀ ਭੈਣ ਹੈ, ਕਿਸੇ ਦੀ ਮਾਂ ਆ ਔਰ ਬੱਚੀ ਵੀ ਆ, ਔਰ ਇਹਨੇ ਠੱਗੀ ਮਾਰੀ ਹੈ ਤੇ ਅਮਰੀਕਾ ਆਣ ਕੇ ਬੈਠ ਕੇ ਲੜਕਾ। ਕੀ ਕਹਿਣਾ ਚਾਹੁੰਦੇ ਸਰ? ਸਰ ਜਿਹੜੇ ਹਿਸਾਬ ਨਾਲ ਸਿਚੁਏਸ਼ਨ ਬਣਦੀ ਜਾਂਦੀ, ਲਾਈਕ ਐਵਰੀ ਡੇ ਬਾਈ ਡੇ ਲਾਈਕ ਨਿਊ ਕੇਸਿਸ ਤੁਹਾਨੂੰ ਆ ਰਿਹਾ, ਇਹਦਾ ਮਤਲਬ ਹੈ ਆਉਣ ਵਾਲੇ ਟਾਈਮ ਵਿੱਚ ਤਾਂ ਲੋਕੀ ਵਿਆਹ ਕਰਾਉਣ ਤੋਂ ਵੀ ਡਰਨਗੇ ਤੇ ਲਾਈਕ ਸਾਡੇ ਨਾਲ ਵੀ ਧੋਖਾ ਨਾ ਹੋ ਜਾਏ ਜਾਂ ਇਦਾਂ ਦਾ ਕੁਝ। ਬਹੁਤ ਵੱਡੀ ਫਰਾਡ ਰਹਿਣਾ ਵਾ ਸਰ। ਕੱਲ ਨੂੰ ਅਸੀਂ ਵਿਆਹ ਕਰਾਉਣਗੇ, ਸਾਨੂੰ ਮੁੰਡੇ ਸਾਨੂੰ ਸੋਚ ਲੱਗ ਪੈਣਾ ਤੇ ਚਲੋ ਮੇ ਵੀ ਇਹ ਵੀ ਮੁੰਡਾ ਸਾਡੀ ਕੁੜੀ ਨਾਲ ਠੱਗੀ ਨਾ ਮਾਰ ਦੇ ਜਾਂ ਇਦਾਂ ਦਾ ਕੁਝ, ਮਤਲਬ ਲਾਈਫ ਨਾਲ ਹੀ ਖਰਾਬ ਕਰ ਦੇ। ਮਿਹਰਬਾਨੀ। ਅਗਲੀ ਥੈਂਕ ਯੂ ਸੋ ਮਚ। ਔਰ ਆਪਣਾ ਤੁਸੀਂ ਦੱਸੋ ਕਿ ਲੜਕੀ ਜਿਹੜੀ ਹੈ ਤੁਹਾਡੇ ਮੁਤਾਬਕ ਸੱਚ ਬੋਲ ਰਹੀ ਹੈ? ਵਨ ਸਾਈਡ ਸਟੋਰੀ ਹੈ? ਹਾਂਜੀ ਭਾਜੀ, ਲੜਕੀ ਬਿਲਕੁਲ ਸੱਚ ਬੋਲ ਰਹੀ ਹੈ ਜੀ। ਤੇ ਇਹ ਜਿਹੜਾ ਮੁੰਡਾ ਵਾ, ਤੁਸੀਂ ਆਏ ਦੇਖੋ, ਕੁੜੀ ਤਾਂ ਜਿਹੜੀ ਭਾਜੀ ਕਹਿ ਰਹੇ ਨੇ ਵੀ ਮੈਂ ਨਹੀਂ ਕਹਿੰਦੀ ਵੀ ਕਰੇਜੀ, ਜਿਹੜਾ ਮੁੰਡਾ ਵੀ ਤੈਨੂੰ ਦੌਲਤ ਵੀ ਮਿਲ ਗਈ, ਸ਼ੋਹਰਤ ਵੀ ਮਿਲ ਗਈ, ਕੁੜੀ ਵੀ ਮਿਲ ਗਈ, ਤੈਨੂੰ ਹਜੇ ਸਬਰ ਸੰਤੋਖ ਨਹੀਂ, ਇਦੋਂ ਗਾਹਾਂ ਤਾਂ ਫਿਰ ਬਸ ਇਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ। ਇੱਕ ਦਿਹਾੜੀਦਾਰ ਬੰਦਾ, ਮਜ਼ਦੂਰ ਬੰਦੇ ਨੇ 500 ਕਰੋੜ ਦੇ ਪਤਾ ਨਹੀਂ ਕਿੰਨੀਆਂ ਪੁਸ਼ਤਾਂ ਪਿੱਛੇ, ਕਿੰਨੀਆਂ ਪੁਸ਼ਤਾਂ ਗਾਹਾਂ, ਇਹਨੇ ਕਦੇ ਕਰੋੜ ਦਾ ਨਾਂ ਨਹੀਂ ਸੁਣਿਆ ਹੋਣਾ। ਤੇ ਬਾਹਲੀ ਕਰੇਜੀ ਭੈਣ ਆਏ ਸੀਗੀ ਕਿ ਉਹਨੇ ਵਿਆਹ ਕਰਾ ਕੇ ਇਹ ਗੱਲ ਇਹਦੀ ਨੋਟ ਕੀਤੀ ਕਿ ਇਹ ਮੇਰੇ ਲਈ ਕੁਛ ਨਹੀਂ ਕਰ ਰਿਹਾ ਤੇ ਮੈਂ ਇਹਨੂੰ ਪੈਸੇ ਕਿਉਂ ਦੇ ਰਹੀ ਹਾਂ। ਇਹ ਸਾਰੇ ਘਰ ਜਾ ਕੇ ਪਹਿਲਾਂ ਇਹ ਦੇਖਦੀ ਕਿ ਮੇਰੇ ਲਈ ਕੀ ਕਰਦੇ ਆ। ਪਰ ਇਹਦੀ ਗਲਤੀ ਹੈ, ਇੱਕ ਬੈਂਕ ਮੈਨੇਜਰ ਰਹੀ ਹੈ। ਮੇਰੇ ਕੋਲੋਂ ਕ੍ਰੇਜ਼ੀ ਨਿਕਲ ਗਿਆ। ਆਮ ਸੌਰੀ ਕਮਿਊਨਿਟੀ ਤੋਂ, ਕਿਉਂਕਿ ਕ੍ਰੇਜ਼ੀ ਤਾਂ ਨਿਕਲਿਆ। ਮੈਂ ਭਾਵਕ ਇੰਨਾ ਹੋ ਗਿਆ, ਡਿਸਟਰਬ ਇੰਨਾ ਹੋ ਗਿਆ ਕਿ ਸਾਰੀ ਕਮਾਈ ਇਸ ਲੜਕੀ ਭੋਲੀ ਭਾਲੀ ਨੇ ਐਵੇਂ ਗਵਾ ਲਈ, ਜ਼ਿੰਦਗੀ ਵੀ ਬਰਬਾਦ ਕਰ ਲਈ, ਪੈਸੇ ਵੀ ਖਰਾਬ ਕਰ ਲਏ। ਤਾਂ ਮੇਰੇ ਕਹਿਣ ਦਾ ਭਾਵ ਇਹ ਆ ਕਿ ਤੂੰ ਭਾਈ ਕ੍ਰੇਜ਼ੀ ਸੀ ਕਿ ਤੇਰੇ ਦਿਮਾਗ ਦੇ ਵਿੱਚ? ਹਾਂਜੀ ਭਾਜੀ, ਕੋਈ ਗੱਲ ਨਹੀਂ, ਉਹ ਤਾਂ ਆਪਾਂ ਪਿਆਰ 'ਚ ਵੀ ਕਹਿ ਦਿੰਦੇ ਆ ਵੀ ਕਮਲੀ ਜਿਹੀ, ਇਹ ਤੁਹਾਡੇ ਤੇ ਕੋਈ ਕਮਲੀ ਵਾਲੀ ਗੱਲ ਨਹੀਂ। ਪਰ ਇਹਨੇ ਸਹੁਰੇ ਦੇ ਘਰ ਜਾ ਕੇ ਦੇਖਣਾ ਸੀ ਕਿ ਤੈਨੂੰ ਕੀ ਪਿਆਰ ਦਿੰਦੇ ਆ, ਕੀ ਤੈਨੂੰ ਗਿਫਟ, ਕੀ ਤੋਹਫਾ, ਇਹਨਾਂ ਦਾ ਘਰ-ਬਾਰ ਪਹਿਲਾਂ ਕੀ, ਜਦ ਇਹਨੇ ਦਿੱਤਾ ਨਹੀਂ ਤੈਨੂੰ ਕੀ ਲੋੜ ਸੀ? ਤੈਨੂੰ ਅਮਰੀਕਾ ਲੈ ਕੇ ਜਾਂਦਾ, ਤੂੰ ਇਹਦੇ ਨਾਲ ਵਿਆਹੀ ਸੀ ਕਿ ਤੇਰੇ ਨਾਲ ਵਿਆਹ ਸੀ? ਤਾਂ ਉਹਦੇ ਨਾਲ ਇੰਡੀਆ ਜਾ ਕੇ ਵਿਆਹ ਕਰਾਇਆ। ਇਹੋ ਜਿਹੇ ਤੈਨੂੰ ਇੱਥੇ, ਜੇ ਤੈਨੂੰ ਅਮਰੀਕਾ ਜਾਣ ਦੀ ਚਾਹਦੇ ਸੀ ਭੈਣ ਮੇਰੀਏ, ਤੂੰ ਇੱਥੇ ਆਪਣਾ ਕੈਨੇਡਾ ਅਮਰੀਕਾ 'ਚ ਕੋਈ। ਇਹ ਤੁਹਾਡਾ ਫੇਸਬੁੱਕ ਤੇ ਕਿੰਨੇ ਮਹੀਨੇ ਗੱਲਾਂ ਕਰਦਾ ਰਿਹਾ? ਇਹਨੇ ਤੁਹਾਨੂੰ ਪ੍ਰਭਾਵਿਤ ਕਿਵੇਂ ਕਰ ਲਿਆ ਸੀਮੂ? 1 year ਸਰ ਇਹ ਮੇਰੇ ਨਾਲ ਚੈਟਿੰਗ ਕਰਦਾ ਰਿਹਾ, ਮੇਰਾ ਵੱਧ ਤੋਂ ਵੱਧ ਟਾਈਮ ਸਪੈਂਡ ਕਰਦਾ ਸੀ, ਗੱਲਾਂ ਕਰਦਾ ਸੀ। ਮੈਨੂੰ ਕਹਿੰਦਾ ਸੀਗਾ ਕਿ ਮੈਂ ਤੇਰੀ ਸਾਰੀ ਉਮਰ ਰਿਸਪੈਕਟ ਕਰੂੰ ਤੇ ਤੈਨੂੰ ਕੋਈ ਚੀਜ਼ ਦੀ ਕਮੀ ਨਹੀਂ ਹੋਣ ਦਿੰਦਾ ਤੇ ਮੈਂ ਸਾਰੀ ਉਮਰ ਤੈਨੂੰ ਐਂ ਸਾਂਭ ਕੇ ਰੱਖੂੰ। ਬਟ ਇਹ ਮੈਨੂੰ ਨਹੀਂ ਪਤਾ ਸੀ, ਇਹ ਮੈਨੂੰ ਏਜਾ ਸਾਂਭ ਕੇ ਜਾਊ ਕਿ ਮੈਰਿਜ ਕਰਾ ਕੇ ਮੈਨੂੰ ਇੰਡੀਆ ਹੀ ਸੈੱਟ ਜਾਊਗਾ। ਵੈਰੀ ਬੈਡ ਮੇਰੀ ਧੀਏ, ਮੇਰੀ ਭੈਣੇ। ਸੀਮੋ, ਯੂ ਆਰ ਸੋ ਮਾਈ ਗॉड ਅਨਲਕੀ ਗਰਲ। ਓ ਗॉड ਡੈਮ। ਹਾਂਜੀ ਅਗਲੀ ਕਾਲ ਪਲੀਜ਼, ਪ੍ਰੋਸੀਡ ਕਰੋ ਪਲੀਜ਼ ਨੈਕਸਟ ਕਾਲ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਭੈਣ ਜੀ, ਕੀ ਕਹਿਣਾ ਚਾਹੁੰਦੇ ਹੋ? ਕਿੰਨੀ ਦੁਖੀ ਜੀ, ਤੁਸੀਂ ਆਪ ਤੇ ਬਹੁਤ ਵਧੀਆ ਕੰਮ ਕਰ ਰਹੇ ਹੋ, ਪਰ ਆ ਵਿਚਾਰੀ ਇਹਦੇ ਨਾਲ ਕਾਫੀ ਕੁਝ ਧੋਖਾ ਹੋਇਆ ਜੀ, ਬਹੁਤ ਵੱਡਾ ਜ਼ਿਆਦਾ ਜੀ। ਤੇ ਇਹ ਹੈ ਵੀ ਗਲਤੀ ਥੋੜੀ ਇਹਦੀ ਵੀ ਸਰ ਹੈਗੀ ਹੈ, ਜੇ ਪੜੀ ਸੀ ਥੋੜੀ ਬੈਨਰ ਰਹੀ ਹੈ, ਇਹਨੂੰ ਵੀ ਥੋੜਾ ਜਿਹਾ ਸੋਚ ਸਮਝ ਕੇ ਕਰਨਾ ਚਾਹੀਦਾ ਸੀ ਜੋ ਵੀ ਇਹਨੇ ਕੀਤਾ ਵਾ। ਤੇ ਬਾਕੀ ਉਹ ਸਾਰਾ ਲੜਕਿਆਂ ਨੂੰ ਤਾਂ ਤੁਸੀਂ ਸੁਝਾਅ ਦਵਾਓ ਜਿੰਨੀ ਵੀ ਹੋ ਸਕਦੀ, ਡਿਪੋਰਟ ਕਰਾਓ ਨਾਲੇ ਉੱਥੋਂ ਇਹਨੂੰ। 100% ਫॉर ਸ਼ੋਰ, ਕਿਉਂਕਿ ਇਹ ਸਾਰੇ ਡਾਕੂਮੈਂਟ ਜਿਹੜੇ ਅਸੀਂ ਨੋ ਆਈ ਹੈਲਪਿੰਗ ਦਿਸ ਬਰਲ, ਅਸੀਂ ਹੈਲਪ ਚਾਹਾਂਗੇ। ਕਰੋ, ਸਾਡਾ ਤੇ ਆਪਣਾ ਪਰ ਬਹੁਤ ਮਿਹਰਬਾਨੀ। ਮੇਰਾ ਮੈਡਮ ਆਪਣੇ ਜਸ ਆਪਣੇ ਆਈ ਫੋਰਗੇਟ ਹਰ ਨੇਮ ਅਗੇਨ ਗॉड, ਆਪਣੇ ਜਸਪਾਲ ਜੀਤ ਜੀ। ਜਸਪਾਲ ਜੀਤ, ਮੇਰਾ ਮਨ ਬਹੁਤ ਦੁਖੀ ਹੈ ਬੇਟਾ, ਬਹੁਤ ਜ਼ਿਆਦਾ ਮੈਂ ਅਪਸੈਟ ਹਾਂ
ਹਾਂਜੀ ਅੱਛਾ ਜੀ ਸਰ ਮੈਨੂੰ ਪਤਾ ਮੈਂ ਕਿਵੇਂ ਆਪਣੀ ਲਾਈਫ ਲੰਘਾ ਰਹੀ ਹਾਂ 4 ਇਅਰਸ ਦੀ। ਮੇਰੇ ਕੋਲ ਕੁਝ ਨਹੀਂ ਰਿਹਾ, ਕੁਝ ਨਹੀਂ। ਮੈਂ ਹਰ ਦਿਨ ਹਰ ਪਲ ਮੈਨੂੰ ਪਤਾ ਮੈਂ ਕਿਵੇਂ ਆਪਣੇ ਆਪ ਨੂੰ ਕੰਟਰੋਲ ਕਰਦੀ ਹਾਂ, ਕਿਵੇਂ ਆਪਣੇ ਲਾਈਫ ਨੂੰ ਹੈਂਡਲ ਕਰ ਰਹੀ ਹਾਂ। ਮੇਰੇ ਕੋਲ ਕੁਝ ਨਹੀਂ ਰਿਹਾ। ਮੈਨੂੰ ਇੱਕ ਟਾਈਮ ਦਾ ਮੇਰੇ ਕੋਲ ਖਾਣਾ ਖਾਣ ਨੂੰ ਨੀਗਾ। ਮੈਂ ਆਪਣੀ ਬੇਬੀ ਨੂੰ ਇੱਕ ਟਾਈਮ ਦਾ ਵਧੀਆ ਖਾਣਾ ਨਹੀਂ ਖਵਾ ਸਕਦੀ। ਇਹ ਜੀ ਜ਼ਿੰਦਗੀ ਬਣ ਗਈ ਮੇਰੀ। ਨਾ ਮੇਰੇ ਕੋਲ ਮੇਰੀ ਜੌਬ ਰਹੀ, ਨਾ ਮੇਰਾ ਬਿਜ਼ਨਸ, ਨਾ ਮੇਰੇ ਕੋਲ ਹਾਊਸ ਰਿਹਾ ਆਪਦਾ। ਮੈਂ ਇੱਥੇ ਜਿਹੜੇ ਲੋਕਾਂ ਨੂੰ ਮੈਂ ਹੈਲਪ ਕਰਦੀ ਹੁੰਦੀ ਸੀ, ਆਪ ਰੈਂਟ ਦੇ ਹਾਊਸ 'ਚ ਰਹਿ ਰਹੀ ਹਾਂ। ਉਹ ਰੈਂਟ ਵੀ ਨਹੀਂ ਦਿੱਤਾ ਜਾ ਰਿਹਾ ਮੇਰੇ ਤੋਂ। ਓ ਮਾਈ ਗॉड, ਕਿੰਨੇ ਜ਼ਾਲਮ ਲੋਕ ਨੇ, ਜ਼ੁਲਮ ਕਰਦੇ ਨੇ। ਹਾਂਜੀ, ਅਗਲੀ ਕਾਲ ਪ੍ਰੋਸੀਡ ਕਰੋ ਪਲੀਜ਼। ਹਾਂਜੀ ਕਾਲਰ ਸਤਿ ਸ਼੍ਰੀ ਅਕਾਲ ਜੀ। ਬਾਸੀ ਸਾਹਿਬ ਸਤਿ ਸ੍ਰੀ ਅਕਾਲ। ਬਾਸੀ ਸਾਹਿਬ ਪਹਿਲਾਂ ਤਾਂ ਜਿਹੜੀ ਇਹਨੇ ਜਾਇਦਾਦ ਬਣਾਈ ਨਾ DGP ਦਿਨਕਰ ਗੁਪਤਾ ਨੂੰ ਕਹਿ ਕੇ ਸਾਰੀ ਸੀਲ ਕਰਾ ਦਿਓ। ਨੰਬਰ 2, ਇੱਕਦਮ ਜੋ ਹੈ ਅਮਰੀਕਾ ਦੇ ਵਿੱਚ ਇਹਦੇ ਸਾਰੇ ਕਾਗਜ਼ ਭੇਜ ਦਿਓ ਤਾਂ ਕਿ ਉੱਥੇ ਇਹ ਪੱਕਾ ਨਾ ਹੋ ਜੇ। ਇੱਕਦਮ ਇਹ ਜੇਲ੍ਹ ਦੇ ਵਿੱਚ ਆਊਗਾ। ਬੜੀ ਭੋਲੀ ਭਾਲੀ ਲੜਕੀ ਹੈ। ਬੜੀ ਹੈਰਾਨੀ ਹੁੰਦੀ ਹੈ ਵੀ ਇੰਨੀ ਪੜ੍ਹੀ ਲਿਖੀ ਲੜਕੀ ਬੈਂਕ ਦੇ ਵਿੱਚ ਮੈਨੇਜਰ, ਪਤਾ ਨਹੀਂ ਕਿਸ ਤਰ੍ਹਾਂ ਇਹ ਧੋਖਾ ਖਾ ਗਈ ਹੈਗੀ ਹੈ। ਕੋਸ਼ਿਸ਼ ਕਰੋ ਇਹਦੀ ਮਦਦ ਕਰੇ ਤਾਂ ਕਿ ਇਹਨੂੰ ਪਤਾ ਲੱਗ ਜੇ ਵੀ ਧੋਖਾ ਲੜਕੀ ਨਾਲ ਕਰਨਾ ਕਿਵੇਂ ਹੈਗਾ। ਇਹੋ ਜਿਹੇ ਵੀ ਲੋਕ ਹੈ, ਦੇਖੋ ਕਰੋੜਾਂ ਰੁਪਈਆ ਖਾ ਕੇ ਫਿਰ ਵੀ ਧੋਖਾ। ਇਹ ਬੇਟੀ ਨੂੰ ਇਹ ਨਹੀਂ ਪਤਾ ਲੱਗਿਆ ਵੀ ਇਹਨੇ ਮੇਰੇ ਨਾਲ ਕੋਰਟ ਮੈਰਿਜ ਵੀ ਨਹੀਂ ਕੀਤੀ ਤੇ ਮੈਨੂੰ ਸੱਦ ਕਿਵੇਂ ਲਊਗਾ। ਦੁਆਰੇ ਦੇ ਵਿੱਚ ਕੀਤੀ ਹੋਈ ਮੈਰਿਜ ਨੂੰ ਇਮੀਗ੍ਰੇਸ਼ਨ ਵਾਲੇ ਨਹੀਂ ਮੰਨਦੇ ਅੱਗੇ। ਥੈਂਕ ਯੂ ਸੋ ਮਚ ਕੈਪਟਨ ਸਾਹਿਬ, ਤੁਹਾਡੇ ਚੰਗੇ ਵਿਚਾਰ। ਮੈਂ ਕੋਸ਼ਿਸ਼ ਨਹੀਂ ਕਰਾਂਗਾ। ਮੈਂ ਪੁਲਿਸ ਨੂੰ ਪ੍ਰੋਸੀਡ ਕਰ ਰਿਹਾ ਇਹ ਸਾਰੀ ਸਟੋਰੀ ਕਿ ਫੌਰਨ ਜਿਹੜੀ ਆ ਕਾਨੂੰਨ ਕੀ ਕਹਿੰਦਾ ਉੱਥੋਂ ਦਾ ਮਤਲਬ ਜ਼ਬਤ ਕੀਤੀ ਜਾਵੇ ਸਾਰੀ ਪ੍ਰਾਪਰਟੀ ਦੀ ਕੈਸ਼। ਅਗਲੀ ਬਿਲਕੁਲ ਰਗੜ ਕੇ ਰੱਖ ਦਿਓ ਜੇ ਬੰਦੇ ਤਾਂ ਕਿ ਆਉਣ ਵਾਲੇ ਜਵਾਕਾਂ ਨੂੰ ਪਤਾ ਲੱਗ ਜਾਏ ਵੀ ਧੋਖਾ ਕਰਨ ਵਾਲੇ ਨਾ ਐ ਹੁੰਦੇ ਹੈਗੇ। ਓਕੇ ਕੈਪਟਨ ਸਾਹਿਬ, ਮੈਂ ਤੁਹਾਡੇ ਨਾਲ ਵਾਅਦਾ ਕਰਨਾ ਸਰ ਚੁਕਾ ਕੇ ਕਿ ਫਾਸਟ ਜਿਹੜਾ ਅੱਜ ਰਾਤ ਨੂੰ ਹੀ ਸਾਡੀ ਟੀਮ ਐਕਸ਼ਨ ਲਵੇਗੀ। ਮਿਹਰਬਾਨੀ। ਇਹ ਲੜਕੀ ਫਿਲੀਪੀਨ ਤੋਂ ਇਸ ਵੇਲੇ? ਹਾਂਜੀ ਫਿਲੀਪੀਨ ਤੋਂ ਜੀ ਕੈਪਟਨ ਸਾਹਿਬ, ਬੜੀ ਮਿਹਰਬਾਨੀ। ਮਾਈ ਗॉड, ਉੱਥੇ ਦਾ ਬਾਸੀ ਸਾਹਿਬ ਪੈਸਾ ਕਮਾਉਣਾ ਬੜਾ ਮੁਸ਼ਕਲ ਹੈ। ਰੋਜ਼ ਲੋਕਾਂ ਨੂੰ ਪੈਸੇ ਵਾਲਿਆਂ ਨੂੰ ਮਾਰ ਦਿੱਤਾ ਜਾਂਦਾ। ਅਨੇਕਾਂ ਲੋਕ ਉੱਥੇ ਮਾਰੇ ਗਏ। ਕੀ ਪਤਾ ਵਿਚਾਰੀ ਨੇ ਕਿੱਦਾਂ ਇਹਨੇ ਪੈਸਾ ਉੱਥੇ ਕਮਾਇਆ ਹੋਊਗਾ। ਮਿਹਰਬਾਨੀ। ਹਾਏ ਰੱਬ। ਓ ਮਾਈ ਗॉड, ਲੜਕੀ ਲੋ ਰਹੀ ਹੈ ਆਪਣੇ ਕੀ ਮੈਂ ਸੁਣ ਰਿਹਾ ਇਹ ਲੜਕੀ ਰੋ ਰਹੀ ਹੈ। ਸਾਡੀ ਆਪ ਦੀ ਲੜਕੀ ਇਸ ਬੰਦੇ ਨੂੰ ਐ ਰਗੜ ਦਿਓ ਜਿਵੇਂ ਬਾਂਦਰ ਜਿਹੜਾ ਨਾ ਸੱਪ ਨੂੰ ਰਗੜਦਾ ਹੁੰਦਾ। ਇਸ ਫੋਟੋ ਤੇ ਲਾਈ ਹੋਈ ਟੈਲੀਵਿਜ਼ਨ ਤੇ ਫੋਟੋ ਲਾਈ ਹੋਈ ਹੈ ਔਰ ਲੋਕ ਬਾਤ ਕਰ ਰਹੇ। ਅਮਰੀਕਨ ਲੋਕ ਜਿਹੜੇ ਨੇ ਦੇਖਣੇ ਇਹ ਲੜਕਾ ਕੌਣ ਹੈ, ਪੁਲਿਸ ਨੂੰ ਫੌਰਨ ਇਤਲਾਹ ਕਰੋ ਔਰ ਸਾਡੀ ਮਦਦ ਚਾਹੁੰਦੇ ਅਮਰੀਕਨ ਲੋਕਾਂ ਤੋਂ ਮੈਂ ਮਦਦ ਚਾਹੁੰਦਾ। ਇਹ ਲੜਕੇ ਨਾਮ ਮਲਕੀਤ ਸਿੰਘ ਢੱਡਾ ਔਰ ਇਹਦੇ ਫਾਦਰ ਨਾਮ ਮਿੱਠਾ ਸੰਗਰੂਰ ਹੇੜੀਕੇ ਪਿੰਡ ਤੋਂ ਹੈ ਔਰ ਅਸੀਂ ਹੇੜੀਕੇ ਪਿੰਡ ਦੇ ਲਾਗੇ ਛਾਗੇ ਪਿੰਡਾਂ ਨੇ। ਹੇੜੀਕੇ ਲਾਗੇ ਪਿੰਡ ਇੱਕ ਸ਼ੇਰਪੁਰ ਹੈ। ਕੀ ਕਹਿੰਦੇ ਤੁਸੀਂ ਜੀ? ਸ਼ੇਰਪੁਰ ਹੈ ਕੋਈ? ਹਾਂਜੀ ਹਾਂਜੀ ਆਪਣੇ ਬਰਿੰਦਰ ਗੋ ਹੈਡ ਪਲੀਜ਼, ਕੀ ਕਹਿਣਾ ਚਾਹੋ ਲੜਕੀ ਨੂੰ? ਹਾਂਜੀ ਬਾਸੀ ਸਾਹਿਬ, ਮੈਂ ਤਾਂ ਇਹ ਗੱਲ ਕਹਿਣਾ ਚਾਹਣਾ ਜੀ ਵੀ ਪਹਿਲੀ ਗੱਲ ਇਹਨਾਂ ਨੂੰ ਮੈਨੇਜਰ ਕਿਹਨੇ ਬਣਾਤਾ ਬੈਂਕ ਦਾ। ਜਿਹੜੇ ਬੰਦੇ ਨੂੰ ਆਪਾਂ ਜਾਣਦੇ ਨਾ ਹੋਈਏ ਬਾਸੀ ਸਾਹਿਬ ਪਿੰਡ 'ਚ, ਉਹਨੂੰ ਕੋਈ ਜੀ ਕੱਟੇ ਦਾ ਰੱਸਾ ਨਹੀਂ ਫੜਾਉਂਦਾ। ਇਹਨਾਂ ਨੇ ਚੱਕ ਕੇ ਕਰੋੜਾਂ ਰੁਪਏ ਦੇਤੇ, ਠੀਕ ਹੈ ਨਾ ਜੀ। ਫੇਰ ਆਏ ਨਹੀਂ ਪਤਾ ਵੀ ਇਹ ਸੱਚ ਬੋਲ ਰਿਹਾ ਕਿ ਝੂਠ ਬੋਲ ਰਿਹਾ, ਮੈਨੇਜਰ ਸੀਗੇ ਵੀ ਕਿ ਨਹੀਂ ਸੀਗੇ, ਠੀਕ ਹੈ ਨਾ ਜੀ। ਇਹ ਵੀ ਪਤਾ ਕਰਾਓ। ਤੇ ਬਾਕੀ ਜੀ ਗੱਲ ਐ ਰਹੇਗੀ ਵੀ ਇਹਨਾਂ ਨੇ ਤਾਂ ਗਦੀ ਖੂਹ 'ਚ ਸਿੱਟਤੀ ਜੀ, ਕੀਤੇ ਕਰਾਏ ਤੇ ਸਾਰੇ ਤੇ ਪਾਣੀ ਫੇਰਤੀ, ਠੀਕ ਹੈ ਨਾ ਜੀ। ਤੇ ਇਹ ਜੀ ਕੁੜੀ ਭਾਵੇਂ ਸਾਨੂੰ ਵੀ ਲੱਭ ਦੋ ਜੀ, ਅਸੀਂ ਵੀ ਠੱਗੀ ਮਾਰ ਲਈਏ। ਇਹਦਾ ਕੰਮ ਹੀ ਬੜਾ ਸੌਖਾ ਹੋ ਗਿਆ ਜੀ। ਅਗਲਾ ਸਾਲ 'ਚ ਜੀ 5.5 ਕਰੋੜ ਰੁਪਇਆ ਕਮਾ ਗਿਆ, ਦੇਖ ਲਓ ਬਾਸੀ ਸਾਹਿਬ। ਸਾਡੇ ਚੰਗੇ ਭਲਿਆਂ ਤੋਂ ਨਹੀਂ ਜੀ ਇੰਨੇ, ਸਾਡੇ ਤੋਂ $1 ਲੱਖ ਨਹੀਂ ਬਣਦਾ। ਇੱਥੇ ਹੈਗੇ ਬਥੇਰੇ ਕਈ ਠੱਗੀਆਂ ਮਾਰਦੇ ਲੋਕਾਂ ਨੂੰ, ਮੌਰਗੇਜ ਲੈ ਕੇ ਦਿੰਦੇ ਆ, ਉਹ ਵੀ ਠੱਗੀਆਂ ਮਾਰਦੇ ਨੇ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਹਾਂਜੀ, ਆਪਣੇ ਲੋਕਾਂ ਨੂੰ ਕੁਝ ਸ਼ੱਕ ਹੈ। ਆਪਣੇ ਸੀਮੋ ਜੀ, ਤੁਸੀਂ ਬੈਂਕ ਮੈਨੇਜਰ ਸੀ ਜਾਂ ਬੈਂਕ ਦੇ ਵਿੱਚ ਐਜ਼ ਅ ਟੈਲਰ ਕੰਮ ਕਰਦੇ ਸੀਗੇ? ਮੈਂ ਸਾਰਾ ਕੰਮ ਕਰਦੀ ਸੀ ਉਹਦੇ ਵਿੱਚ। ਜੇ ਕੰਮ ਕਰਦੇ ਆਪਾਂ ਬੈਂਕ 'ਚ ਤਾਂ ਨਹੀਂ ਕਿ ਉਹਦੇ ਨਾਲ ਠੱਗੀ ਨਹੀਂ ਵੱਜ ਸਕਦੀ, ਉਹਦੇ ਨਾਲ ਚੀਟ ਨਹੀਂ ਹੋ ਸਕਦੀ। ਆਈ ਸੀ। ਨੈਕਸਟ ਕਾਲ ਪ੍ਰੋਸੀਡ ਕਰੋ ਪਲੀਜ਼। ਸਤਿ ਸ਼੍ਰੀ ਅਕਾਲ ਜੀ। ਹਲੋ, ਸਤਿ ਸ਼੍ਰੀ ਅਕਾਲ ਜੀ। ਗੱਲ ਇਹ ਹੈ ਜੀ, ਜਿੱਦਾਂ ਹੈਰਾਨੀ ਵਾਲੀ ਗੱਲ ਆ ਵੀ ਇੰਨਾ ਵਿਸ਼ਵਾਸ ਇਹਨਾਂ ਨੇ ਕੀਤਾ ਕਿ ਸਾਰੀ ਉਮਰ ਦੀ ਕਮਾਈ ਦੇਤੀ, ਕਿੱਦਾਂ ਉਹਨਾਂ ਨੂੰ ਸਾਰਾ ਕੁਝ ਦੇਤਾ। ਪਰ ਹੁਣ ਜੋ ਹੋ ਗਿਆ ਸੋ ਤਾਂ ਹੋ ਗਿਆ। ਹੁਣ ਜਿਹੜਾ ਕੱਲ ਇਹ ਹੈ ਜੀ, ਇੱਥੇ ਜੇ ਇਹਨੂੰ ਫਾਈਂਡ ਆਊਟ ਕਰਨ ਉਹਦਾ ਕੋਰਟ 'ਚ ਕਿਹੜੀ 'ਚ ਕੇਸ ਚੱਲਦਾ, ਜਿੱਦਾਂ ਉੱਥੇ ਸਾਰੇ ਪੇਪਰ ਭੇਜਣ ਵੀ ਉਹਨੇ ਫਰਾਡ ਕੀਤਾ, ਉਹ ਇੱਥੇ ਵੀ ਨਹੀਂ ਪੱਕਾ ਹੋ ਸਕਦਾ। ਉਹਨੂੰ ਵਾਪਸ ਭੇਜਣਗੇ ਔਰ ਜਿਹੜਾ ਕੁਝ ਉਹਦੇ ਨਾਂ ਇੰਡੀਆ ਆ, ਇੰਡੀਆ ਜਾ ਕੇ ਕੇਸ ਕਰਦੇ ਨੇ। ਵਾਈਫ ਉਹਨਾਂ ਦੇ, ਉਹਨਾਂ ਤੋਂ ਹਿੱਸਾ ਲੈ ਸਕਦੇ ਆ ਔਰ ਇਹਦਾ ਤਾਂ ਇਹੀ ਹਾਲ ਆ। ਉੱਥੇ ਜੋ ਵੀ ਰੌਲਾ ਪਾ ਸਕਦੇ ਜਾ ਕੇ ਉੱਥੇ ਪਹੁੰਚ ਜਾਂ ਇੱਥੇ ਕੋਈ ਵਕੀਲ ਕਰ ਲੈਣ। ਜਿਹੜੇ ਥਾਂ ਉਹਦਾ ਕੇਸ ਚੱਲਦਾ
ਉੱਥੇ ਉਹਦਾ ਸਾਰੇ ਪੇਪਰ ਕਾਲਰ ਪ੍ਰੋਬਲਮ ਜਿਹੜੀ ਹੋਰ ਵੱਡੀ ਖੜੀ ਹੋ ਗਈ ਆ, ਸਾਡੇ ਪਾਸ ਜਿਹੜੀ ਲਿਸਟ ਪਹੁੰਚੀ ਆ, ਉਹ ਜਿਹੜੀ ਪੈਸੇ ਮੰਗਾਏ ਆ ਉਹ ਲੋਕਾਂ ਨੇ ਵੱਖ-ਵੱਖ ਹੋਰ ਅਕਾਊਂਟਾਂ ਵਿੱਚ ਪਾਏ। ਮੇਰੇ ਕੋਲ ਰਿਲੇਟਿਵ ਹੋਣਾ, ਕੋਈ ਚਾਚੇ ਦਾ ਮੁੰਡਾ ਹੋਣਾ, ਕੋਈ ਭੂਆ ਦਾ ਮੁੰਡਾ ਹੋਣਾ, ਔਰ ਪੈਸੇ ਉਹਨਾਂ ਤੇ ਹੋਰ ਪਾਏ। ਅਸੀਂ ਐਨੀਵੇ ਪ੍ਰੋਸੀਡ ਕਰ ਰਹੇ ਹਾਂ। ਸਾਰੇ ਹੱਥ ਹੀ ਵੜਾ ਲਏ ਆ ਨਾ ਸਾਰੇ ਪਾਸਿਓਂ, ਮਿਹਰਬਾਨੀ ਜੀ, ਰੱਖਿਆ ਹੈ ਵੀ ਬੜਾ। ਓਕੇ, ਨੈਕਸਟ ਕਾਲ ਪ੍ਰੋਸੀਡ ਕਰੋ ਜੀ। ਕਾਲਰ ਸਪੀਕ ਯਰ ਮਾਈਂਡ। ਗੁਰਮੇਲ ਜੀ ਸਪੀਕ ਯਰ ਮਾਈਂਡ ਸਰ। ਸਤਿ ਸ਼੍ਰੀ ਅਕਾਲ ਜੀ ਵਾਸੀ ਸਾਹਿਬ ਜੀ, ਕੀ ਕਹਿਣਾ ਚਾਹੁੰਦੇ ਸਰ? ਮੈਂ ਇਹੀ ਕਹਿਣਾ ਚਾਹੁੰਦਾ, ਬੇਟੀ ਕਹਿੰਦੀ ਆ ਵੀ ਮੈਂ ਮੈਨੇਜਰ ਸੀ, ਮੈਂ ਵੀ ਰਿਟਾਇਰਡ ਮੈਨੇਜਰ ਆ ਜੀ, ਪਰ ਅਸੀਂ ਤਾਂ ਜੇ ਇੱਕ ਅੱਖਰ ਵੀ ਕਲਮ ਚਲਾਉਂਦੇ ਆ ਜਾਂ ਕਿਸੇ ਦੇ ਖਾਤੇ 'ਚ ਪਾਉਂਦੇ ਆ 100 ਵਾਰੀ ਸੋਚਦੇ ਆ ਵੀ ਇਹ ਪੈਸਾ ਕਿੱਥੇ ਜਾਊ। ਫਿਰ ਜਿੱਥੇ ਆਉਣਾ ਇੰਨੀ ਸੀ ਉਹ ਅਮਾਊਂਟ ਜਿਹੜੇ ਅਕਾਊਂਟ 'ਚ ਉਹਦੇ ਉੱਥੇ ਵੀ ਮੈਨੇਜਰ ਦੀ ਡਿਊਟੀ ਬਣਦੀ ਆ ਕਿ ਇੱਕ ਤਾਂ ਸਮਗਲਰ ਦਾ ਪੈਸਾ ਤਾਂ ਨਹੀਂ, ਦੂਜੇ ਦਾ ਨਹੀਂ, ਇੰਨੇ ਪੈਸੇ ਦੇ ਕੇ ਜਿਹੜਾ 50 ਲੱਖ ਤੋਂ ਉੱਪਰ ਮੈਨੇਜਰ ਕੰਮ ਜਾਂਦਾ ਵੀ ਕਿੱਧਰ ਨੂੰ ਜਾਂਦਾ ਕਿੱਧਰ ਨੂੰ ਆਉਂਦਾ। ਕਾਰਨ ਕੀ ਹੈ ਕਿ ਉਹਨੇ ਮੁੰਡੇ ਨੇ ਵੱਖ-ਵੱਖ ਅਕਾਊਂਟ ਦੇ ਦਿੱਤੇ ਵੱਖ-ਵੱਖ ਲੋਕਾਂ ਦੇ। ਐਕਚੁਅਲੀ ਇਹਨੇ ਵਿਸ਼ਵਾਸ ਇੰਨਾ ਕਰ ਲਿਆ, ਕਹਿੰਦੇ ਕਿ ਪਿਆਰ ਦੇ ਵਿੱਚ ਲੋਕ ਅੰਨੇ ਹੋ ਜਾਂਦੇ ਆ, ਸੋ ਅੰਨਾ ਪਿਆਰ ਸੀ ਇਹਨਾਂ ਦਾ। ਨਹੀਂ ਬਾਸੀ ਸਾਹਿਬ, ਇੱਕ ਨੇ ਆਰਟੀਐਸ ਕਰਾਇਆ ਨਾ ਚੈੱਕ, ਉਹਦੇ ਖਾਤੇ ਡਾਇਰੈਕਟ ਪਾਈ ਗਈ ਇਹ। ਪਰ ਈਵਨ ਦਿਨ ਜਿਹੜਾ 50 ਲੱਖ ਤੋਂ ਵੱਧ ਆਉਂਦਾ ਨਾ ਪੈਸਾ, ਅਸੀਂ ਬੈਂਕ ਦਾ ਜਿਹੜਾ ਮੈਨੇਜਰ ਕਲਰਕ ਵੀ ਆ, ਉਹ ਵੀ ਦੂਜੇ ਜਿਹੜੇ ਕਲਰਕ ਆ ਉਹ ਮੈਨੇਜਰ ਨੂੰ ਜਾ ਕੇ ਦੱਸਦਾ ਇਮੀਡੀਏਟ ਵੀ ਆਹ ਦੇਖੋ ਜੀ ਆਹ ਗੱਲ ਹੋ ਗਈ। ਪਰ ਇਹ ਪਤਾ ਨਹੀਂ ਹੁਣ ਤੁਸੀਂ ਕਈ ਨੂੰ ਬਜਾਏ ਉਹਦੇ ਨਾ ਉਹ ਦੂਜੀ ਕਹਿਣ ਦੇ ਹਾਰਡ ਸ਼ਬਦ ਨੂੰ ਕਮਲੀ ਕਹਿੰਦਾ, ਕਮਲੀ ਆਪਾਂ ਨੂੰ ਕਹਿੰਦਾ ਦੁੱਖ ਸਾ ਤੁਸੀਂ ਤੁਹਾਨੂੰ ਦੁੱਖ ਆ, ਮੈਨੂੰ ਬੜਾ ਦੁੱਖ ਹੋਇਆ ਤੇ ਇਹਦੀ ਗੱਲ ਸੁਣ ਮੈਨੂੰ ਦੁੱਖ ਕਰਕੇ ਮੈਂ ਕਮਲੀ ਕਿਹਾ ਬੱਚੇ ਨੂੰ। ਜਿਹਨੂੰ ਦੁੱਖ ਹੋਊਗਾ ਉਹਨੂੰ ਘੂਰੂਗਾ ਵੀ ਤੂੰ ਗਲਤ ਸੀ ਕਮਲੀ ਹੋ। ਅਸੀਂ ਵੀ ਸੋਚਦੇ ਹਾਂ ਤੁਸੀਂ ਦੱਸ ਤੈਨੂੰ ਕਿੰਨੇ ਮੈਨੇਜਰ ਆ ਬੈਂਕ 'ਚ ਲੱਗੀ ਆ, ਚਲੋ ਫਿਰ ਵੀ ਥੋੜਾ ਸੌਫਟ ਬੰਦ ਲਓ ਸ਼ਬਦ ਬਸ। ਮਿਹਰਬਾਨੀ ਜੀ, ਬਹੁਤ ਬਹੁਤ। ਕਿਉਂਕਿ ਮੈਂ ਭਾਵੁਕ ਹੋ ਕੇ ਕਿਹਾ ਕਿ ਬੱਚੇ ਤੂੰ ਕਮਲੀ ਆ, ਪਿਆਰ ਨਾਲ ਕਹਿੰਦੇ ਨੇ ਆਪਾਂ ਬੱਚਿਆਂ ਨੂੰ, ਤੂੰ ਕਮਲਾ ਸੀ, ਜੋ ਕਮਲੀ ਸੀ, ਤੂੰ ਪਾਗਲ ਸੀ ਕਿਉਂਕਿ ਇੰਨੇ ਪੈਸੇ ਦਿੱਤੇ। ਤੁਸੀਂ ਆਪਣੇ ਜਸਪ੍ਰੀਤ ਮਾਈਂਡ ਤੇ ਨਹੀਂ ਕੀਤਾ ਮੇਰੇ ਸ਼ਬਦਾਂ ਨੂੰ ਜੋ ਮੈਂ ਕਿਹਾ ਕਿ ਤੂੰ ਕਮਲੀ ਹੈ ਬੇਟਾ, ਤੂੰ ਪਾਗਲ ਹੈ, ਕਿਉਂਕਿ ਮੈਨੂੰ ਦੁੱਖ ਹੈ ਤੁਹਾਡਾ। ਮੈਂ ਵਕਤ ਮੈਂ ਸਰ ਉਸ ਇਨਸਾਨ ਨੇ ਮੈਨੂੰ ਪਾਗਲ ਕਰਤਾ। ਮੇਰੀ ਜ਼ਿੰਦਗੀ 'ਚ ਕੁਛ ਰਿਹਾ ਨਹੀਂ ਤਾਂ ਮੈਂ ਪਾਗਲ ਹੀ ਹੋ ਗਈ ਹਾਂ, ਹੁਣ ਪਾਗਲ ਹੀ ਹਾਂ। I see, very sad part. Come on, next call please. Caller speed ਆਪਣੇ speak up please. ਹਾਂਜੀ ਬਾਸੀ ਸਾਹਿਬ, ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ ਸੀਗਾ ਵੀ ਉਹ ਤੁਹਾਡੀ ਗੱਲ ਸਹੀ ਹੈ ਵੀ ਉਹਨੇ ਪਿਆਰ 'ਚ ਇਹਨਾਂ ਨੂੰ ਸਾਰਾ ਕੁਝ ਆਪਣਾ ਪੈਸਾ ਟ੍ਰਾਂਸਫਰ ਕਰਤਾ, ਤੇ ਮੇਰਾ ਬਸ ਇਹੀ ਕਹਿਣਾ ਵੀ ਇਹਨਾਂ ਨੂੰ ਜਿੰਨੀ ਮਦਦ ਹੋ ਸਕਦੀ ਤੁਸੀਂ ਕਰੋ, ਤੇ ਤੁਸੀਂ ਦੁਖੀ ਨਾ ਹੋ ਜਸਪਾਲ ਜੀ। ਹੋਪਫੁਲੀ ਬਾਸੀ ਸਾਹਿਬ ਤੁਹਾਡੀ ਹੈਲਪ ਕਰ ਪਾਓਗੇ। ਥੈਂਕ ਯੂ। ਮਿਹਰਬਾਨੀ ਜੀ। ਨੈਕਸਟ ਕਾਲ ਪ੍ਰੋਸੀਡ ਕਰੋ ਪਲੀਜ਼। ਕਾਲਰ ਸਪੀਕ ਯਰ ਮਾਈਂਡ। ਕਾਲਰ ਲਾਈਨ ਤੇ ਤੁਸੀਂ ਸਰ, ਕਾਲਰ ਲਾਈਨ ਤੇ ਤੁਸੀਂ 1718 ਪਲੀਜ਼। ਅਗਲੀ ਕਾਲ ਪ੍ਰੋਸੀਡ ਕਰੋ ਜੀ। ਹੈਲੋ ਬਾਸੀ ਜੀ। ਜੀ, ਕੀ ਕਹਿਣਾ ਚਾਹੁੰਦੇ ਸਰ? ਹਾਂਜੀ ਬਾਸੀ ਜੀ, ਮੈਂ ਪਿੱਛੋਂ ਧੂਰੀ ਤੋਂ ਬਿਲੋਂਗ ਕਰਦਾ ਜੀ। ਜੀ 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 ਜੀ। ਤੇ ਮੈਂ ਕਹਿੰਦਾ ਵੀ ਜਿਹੜਾ ਚਲੋ ਪੈਸਾ ਚਲਾ ਗਿਆ ਕੋਈ ਗੱਲ ਨਹੀਂ ਹਨਾ, ਪੈਸਾ ਤਾਂ ਦੁਬਾਰਾ ਵੀ ਆ ਜਾਊਗਾ। ਮੈਂ ਹੁਣ ਇਹੀ ਕਹਿਣਾ ਵੀ ਆਪਾਂ ਅੱਗੇ ਬਾਰੇ ਇਹਨਾਂ ਦੀ ਹੈਲਪ ਕਰੋ ਜਿੰਨਾ ਹੋ ਸਕਦਾ। ਮਿਹਰਬਾਨੀ ਜੀ, ਥੈਂਕ ਯੂ ਸਰ। ਅਗਲੀ ਕਾਲ ਪ੍ਰੋਸੀਡ ਕਰੋ ਪਲੀਜ਼। ਹਾਂਜੀ, ਨੈਕਸਟ ਕਾਲ ਪਲੀਜ਼। ਹੈਲੋ ਸਤਿ ਸ਼੍ਰੀ ਅਕਾਲ ਸਰ ਜੀ, ਕੀ ਹਾਲ ਚਾਲ ਜੀ? ਕਿੱਥੋਂ ਬੋਲ ਰਹੇ ਸਰ, ਕਿਹੜੇ ਸ਼ਹਿਰ ਚੋਂ? ਮੈਂ ਐਡਮਿੰਟਨ ਅਲਬਰਟਾ ਤੋਂ ਬੋਲ ਰਿਹਾ, ਸਨੀ ਹੈ ਮੇਰਾ ਨਾਂ ਜੀ। ਜੀ ਸਨੀ ਜੀ, ਤੁਸੀਂ ਸੁਣਿਆ ਲੜਕੀ ਨੂੰ ਇਹਨਾਂ ਧੋਖਾ ਹੋਇਆ ਬੱਚੀ ਨਾਲ? ਹਾਂਜੀ ਵੀਰ ਜੀ, ਬਹੁਤ ਮਾੜਾ ਹੋਇਆ। ਪਰ ਮੈਂ ਆਪਣੀ ਭੈਣ ਨੂੰ ਇਹ ਪੁੱਛਣਾ ਚਾਹੁੰਦਾ ਵੀ ਇਹਨਾਂ ਦਾ ਕੰਮਕਾਰ ਕੀ ਸੀਗਾ ਜਿਹੜਾ ਇਹਨਾਂ ਨੇ 4-5 ਕਰੋੜ ਦਾ ਵੇਚਿਆ, ਜੇ ਮੰਨ ਕੇ ਮਾਇਰ ਨਹੀਂ ਕਰਦੇ ਤਾਂ? ਇਹਨਾਂ ਕੋ ਘਰ ਸੀ, ਉੱਥੋਂ ਨੂੰ ਜੰਪ ਲਿਆ, ਇਹਨਾਂ ਕੋ ਬਿਜ਼ਨਸ ਸੀਗਾ। ਨਹੀਂ ਬਿਜ਼ਨਸ ਕਾਹਦਾ ਸੀ, ਮੈਂ ਇਹ ਪੁੱਛ ਰਿਹਾ ਸਰ ਜੀ, ਜੇ ਮਾਇਰ ਨਹੀਂ ਕਰਦੇ ਤਾਂ? ਹਾਂ, ਉੱਥੇ ਮੋਸਟਲੀ ਲੋਕੀ ਆਪੇ ਜਿਹੜਾ ਕੰਮ ਕਰਦੇ ਉਹ ਪੈਸੇ ਇੰਟਰਸਟ ਤੇ ਦਿੰਦੇ ਆ ਲੋਕਾਂ ਨੂੰ। ਲੈਟਸ ਸੀ। ਓਕੇ, ਹੋਲਡ ਔਨ ਆਪਣੇ ਕਾਲਰ। ਆਪਣੇ ਸੀਮੋ ਤੁਹਾਡਾ ਬਿਜ਼ਨਸ ਕਾਹਦਾ ਸੀਗਾ? ਸਰ ਬਾਈ ਐਂਡ ਸੇਲ ਦਾ। ਮੈਂ ਹਾਊਸ ਦਾ ਫਰਨੀਚਰ ਤੇ 골ਡ ਸੇਲ ਕਰਦੀ ਸੀ, ਕੰਪਨੀਆਂ ਤੋਂ ਲਿਆ ਕੇ ਇੰਸਟਾਲਮੈਂਟ ਤੇ ਦਿੰਦੀ ਹੁੰਦੀ ਸੀ। ਤੇ ਇੱਥੇ ਇੱਕ ਮਨੀ ਦਾ ਕੰਮ ਚੱਲਦਾ, ਮੈਨੇ ਮਨੀ ਆਪਾਂ ਜਿਵੇਂ ਦੇ ਕੇ ਤੇ ਉਹ ਇੰਸਟਾਲਮੈਂਟ ਤੇ ਮਨੀ ਦੇਣੀ ਆ। ਹਾਂਜੀ ਹਾਂਜੀ, ਮੈਂ ਸਮਝ ਗਿਆ ਜੀ। ਵੀਰ ਜੀ, ਮੇਰੇ ਵੀ ਫਿਲੀਪੀਨ ਦੇ ਵਿੱਚ ਮਰੀਲਾ ਦੇ ਫਰੈਂਡ ਹੈਗੇ, ਉਹ ਵੀ ਕੰਮ ਇਹੋ ਹੀ ਕਰਦੇ ਆ ਵੀ ਲੋਕਾਂ ਨੂੰ ਇੰਟਰਸਟ ਤੇ ਪੈਸਾ ਦਿੰਦੇ ਆ। ਤੇ ਭੈਣ ਮੇਰੀ ਜੋ ਹੋਇਆ ਕਰਨਾ ਬਹੁਤ ਮਾੜਾ ਆ। ਥੈਂਕ ਯੂ ਸੋ ਮਚ। ਪਰ ਇਦਾਂ ਦਾ ਪੈਸਾ ਇਦਾਂ ਨਿਕਲ ਜਾਂਦਾ। ਮਿਹਰਬਾਨੀ ਜੀ। ਲਿਖਿਆ ਬਈ ਇੱਦਾਂ ਤਾਂ ਨਾ ਕਹੋ, ਇਹਨਾਂ ਨੇ ਮਿਹਨਤ ਕੀਤੀ ਆ, ਕੋਈ ਹੀਰਾ ਫਿਰਤ ਨਹੀਂ ਕੀਤੀ ਇਸ ਲੜਕੀ ਨੇ, ਔਰ ਇਹ ਨਹੀਂ ਕਹਿਣਾ ਚਾਹੀਦਾ ਕਿ ਇਦਾਂ ਪੈਸੇ ਨਿਕਲ ਜਾਂਦਾ। ਇਹ ਸ਼ਬਦ ਠੀਕ ਨਹੀਂ ਆਪ ਜੀ ਲਈ ਸਰ, ਆਮ ਸੌਰੀ। ਔਰ ਮੈਂ ਵੀ ਅੱਜ ਲੜਕੀ ਨੂੰ ਕਹਿਤਾ ਕਿ ਕਮਲੀ ਆ, ਕਿ ਮੈਂ ਕਹਿ ਦਿੰਦਾ ਆਮ ਲੋਕਾਂ ਨੂੰ ਕਿਉਂਕਿ ਕਮਲੇ ਤੁਸੀਂ ਭੋਲੇ ਹੋ, ਤੁਸੀਂ ਠੱਗੇ ਗਏ ਹੋ, ਤੂੰ ਪਾਗਲ ਹੈ, ਕਿਉਂਕਿ ਮੈਂ ਪਿਆਰ ਦੇ ਵਿੱਚ ਸ਼ਬਦ ਦੀ ਵਰਤੋਂ ਕੀਤੀ ਆ। ਅਗਰ ਕਿਸੇ ਨੇ ਮਹਿਸੂਸ ਕੀਤਾ ਕਿ ਲੜਕੀ ਨੂੰ ਕਿਉਂ ਕਿਹਾ, ਕਿਉਂਕਿ ਮੈਂ ਇੰਨਾ ਭਾਵੁਕ ਹੋ ਗਿਆ ਕਿ ਬੱਚੀ 10 ਨੋਹਾਂ ਦੀ ਕਿਰਤ ਜਿਹੜੀ ਆ ਇਹ ਬੰਦਾ ਖਾ ਗਿਆ, ਠੱਗ ਸੀਗਾ। ਗੁਰਚੰਦ ਜੀ, ਤੁਸੀਂ ਲਾਈਨ ਤੇ ਹੋ। ਵੱਡੇ ਵੱਡੇ ਕੰਮ ਕਰ ਦਿੰਦੇ ਆ ਇਹ, ਜੇ ਅਕਾਊਂਟਾਂ ਬਾਕੀਆਂ ਦੇ ਵਿੱਚ ਪੈਸੇ ਗਏ ਹਨਾ ਜੀ, ਤਾਂ ਤੁਸੀਂ ਕਢਵਾ ਸਕਦੇ ਆ, ਤੁਹਾਡੇ ਕੋਲ ਹੈਗੀ ਇਹ ਪਾਵਰ, ਤਾਂ ਤੁਸੀਂ ਕਰਕੇ ਦਿਖਾ ਵੀ ਦੇਣਾ ਕਮਿਊਨਿਟੀ ਸਾਰੀ ਨੂੰ। ਨੰਬਰ 2 ਗੱਲ ਇਹ ਆ, ਜਿਹੜੇ ਲਾਸਟ ਕਾਲਰ ਸੀਗੇ ਉਹ ਜਿੱਦਾਂ ਕਹਿ ਕੇ ਗਏ ਆ,
ਕੋਈ ਵੀ ਬੰਦਾ ਬਿਜ਼ਨਸ ਕਰਦਾ ਨਾ, ਜੇ ਫੇਸ ਟੂ ਫੇਸ ਅਗਲਾ ਕਰਦਾ ਆ ਤਾਂ ਉਹ ਫੇਰਾ ਫੇਰੀ ਵਾਲਾ ਥੋੜਾ ਹੁੰਦਾ। ਹੁਣ ਮੈਂ ਕਿਸੇ ਨੂੰ $500 ਲੱਗਾ ਦੇਣ, ਮੈਂ ਉਹਨੂੰ ਕਿਹਾ ਮੈਨੂੰ ਸ਼ਾਮ ਨੂੰ 550 ਦੇ ਦੇਣ, ਜਾਂ ਅਗਲਾ ਡੀਲ ਕਰਕੇ ਲੈ ਕੇ ਗਿਆ, ਉਹ ਗਲਤ ਕੰਮ ਥੋੜਾ ਹੈਗਾ ਜਿਹੜਾ ਬੰਦਾ ਡੀਲ ਕਰਕੇ ਲੈ ਕੇ ਗਿਆ। ਜੇ ਉਸ ਕੋਲ ਉਹਨੇ ਗਲਤ ਬੋਲਣਾ ਚਾਹੀਦਾ ਜੋ ਹਾਂਜੀ। ਤੇ ਨਾਲੇ ਬਸ ਤੁਸੀਂ ਆ ਜਿਹੜਾ ਕਹਿ ਦਿੰਦੇ ਆ ਤੂੰ ਕਰੇਜ਼ੀ ਆ, ਤੁਸੀਂ ਜਿਸ ਪੁਆਇੰਟ ਤੋਂ ਨਾ, ਹੁਣ ਤੁਹਾਨੂੰ ਟੀਵੀ ਦੇ ਜਿਸ ਵੇਲੇ ਦੇਖਦੇ ਆ, ਤੁਸੀਂ ਅਗਲੇ ਨੂੰ ਕਰੇਜ਼ੀ ਕਹਿੰਦੇ ਆ, ਯਾਰ ਤੂੰ ਏਦਾਂ ਕਿਉਂ ਕਰਦਾ ਜਾਂ ਏਦਾਂ ਕਿਉਂ ਕਰਦਾ, ਤੁਹਾਡਾ ਉਸ ਵੇਲੇ ਬੋਡੀ ਲੈਂਗੁਏਜ ਜਾਂ ਉਹ ਦੇਖਣੇ ਵਾਲਾ ਬੰਦਾ ਕਹਿ ਦਿੰਦਾ ਹਾਂ ਤੁਸੀਂ ਕਿਉਂ ਕਿਹਾ ਹੈਗਾ, ਰਾਈਟ। ਤੁਸੀਂ ਕੋਈ ਗੁੱਸੇ ਨਾਲ ਥੋੜੋ ਕਹਿੰਦੇ ਆ ਜੀ, ਤੁਸੀਂ ਅਗਲੇ ਨੂੰ ਉਹ ਸਮਝਾਉਣ ਦੀ ਖਾਤਰ ਜਾਂ ਕਿਸੇ ਨੂੰ ਦੱਸਣ ਦੀ ਖਾਤਰ ਇਹ ਲਫ਼ਜ਼ ਤੁਸੀਂ ਵਰਤਦੇ ਆ। ਸਹੀ ਕਹਿ ਰਹੇ ਆ ਜੋ ਵੀ ਕੁਝ ਤੁਸੀਂ ਕਹਿ ਰਹੇ ਆ, ਪਲੀਜ਼ ਇਹਦੀ ਹੈਲਪ ਕਰੋ ਜਿੰਨੀ ਵੀ ਕਰ ਸਕਦੇ। ਆਈ ਵਿਲ ਡੂ ਦੈਟ। ਹਾਂਜੀ, ਕਿਉਂਕਿ ਮੈਂ ਭਾਵੁਕ ਹੋ ਕੇ ਮੈਂ ਡਿਸਟਰਬ ਹੋ ਗਿਆ ਕਿ ਇੱਕ ਧੀ ਰਾਣੀ ਕਿਸੇ ਦੀ, ਮੈਂ ਕਹੂੰਗਾ ਬੱਚਾ, ਮਾਂ ਬਾਪ ਕਹਿੰਦਾ ਬੱਚਾ ਤੂੰ ਪਾਗਲ ਹੈ, ਤੂੰ ਕ੍ਰੇਜ਼ੀ ਆ, ਤੂੰ ਕਿਉਂ ਕੀਤਾ ਇਦਾਂ। ਹਾਂਜੀ, ਜਿਸ ਹਾਂਜੀ ਕੰਟੈਕਟ ਵਿੱਚ ਮੈਂ ਕਹਿ ਸਕਦਾ। ਹਾਂਜੀ, ਬਹੁਤ ਸੈਡ ਸਟੋਰੀ ਹੈ ਜੀ, ਬੜਾ ਮਨ ਦੁਖੀ ਹੋਇਆ ਸੁਣ ਕੇ। ਤੇ ਇਹ ਵਿਚਾਰੀ ਪਿਆਰ ਦੇ ਹੱਥੋਂ ਮਜਬੂਰ ਹੋ ਗਈ ਜੀ। ਉਹ ਬੰਦੇ ਦੇ ਮਗਰ ਜਾਓ, ਕੈਲੀਫੋਰਨੀਆ ਤੋਂ ਬਹੁਤ ਲਿਸਨਰ ਆ ਤੁਹਾਡੇ, ਉਹਦੇ ਕੋਲੇ ਜਾ ਕੇ ਉਹ ਬੰਦੇ ਨੂੰ ਫੜੋ ਜੀ। ਬਹੁਤ ਆਏ, ਮੇਰੀਆਂ ਬਹੁਤ ਜ਼ਿਆਦਾ ਸਿੰਪਥੀ ਆ ਕੁੜੀ ਨਾਲ, ਬਹੁਤ ਦਿਲ ਦੁਖੀ। ਕੈਲੀਫੋਰਨੀਆ ਦੇ ਲੋਕ ਸਾਨੂੰ ਕਾਲ ਕਰਨਾ, ਤੁਸੀਂ ਕੈਲੀਫੋਰਨੀਆ ਅਮਰੀਕਨ ਦੇ ਲੋਕਾਂ ਦੀ ਅਸੀਂ ਮਦਦ ਚਾਹੁੰਦੇ। ਇਹ ਲੜਕਾ ਅਮਰੀਕਾ ਦੇ ਵਿੱਚ ਹੈ ਔਰ ਦੱਸਾਂਗੇ ਤੁਹਾਨੂੰ ਕਿਹੜੀ ਕੰਪਨੀ ਨਾਲ ਕੰਮ ਕਰ ਰਿਹਾ, ਇਹ ਵੀ ਅਸੀਂ ਫਾਈਂਡ ਆਊਟ ਆਲਰੇਡੀ ਕਰ ਲਿਆ। ਸ਼ਹਿਰ ਦਾ ਨਾਮ ਵੀ ਦੁਬਾਰਾ ਦੱਸੋ ਬਸ ਜੀ ਪਲੀਜ਼। ਸ਼ਹਿਰ ਦਾ ਨਾਮ ਜਿੱਥੇ ਰਹਿੰਦਾ ਆਪਣੇ ਦੂਸਰੇ ਸੀਮੋ, ਤੁਹਾਨੂੰ ਪਤਾ ਕਿਹੜੇ ਸ਼ਹਿਰ ਵਿੱਚ ਰਹਿ ਰਿਹਾ ਇਹ ਲੜਕਾ ਤੁਹਾਡਾ ਹਸਬੈਂਡ? ਬੂਟਲੈਂਡ ਸਰ। ਹਾਂਜੀ, ਬੂਟਲੈਂਡ ਕਿਹੜਾ? ਆਈ ਡੋਨਟ ਨੋ। ਸਿੱਧੂ ਸਾਹਿਬ ਪਲੀਜ਼ ਵਾਚ ਕਰੋ ਕੀ ਕਹਿੰਦੇ ਨੇ। ਇਹ ਕੈਲੀਫੋਰਨੀਆ ਚ ਹੈ? ਬੂਟਲੈਂਡ ਸਰ, ਕੈਲੀਫੋਰਨੀਆ ਦੇ ਵਿੱਚ ਹੀ ਨੇ। ਕੈਲੀਫੋਰਨੀਆ ਟਰੱਕ ਚਲਾ ਰਿਹਾ? ਹਾਂਜੀ। ਕਿਹੜੀ ਕੰਪਨੀ ਦਾ ਚਲਾ ਰਿਹਾ? ਕਿਹੜੀ ਕੰਪਨੀ ਦਾ ਟਰੱਕ ਚਲਾ ਰਿਹਾ? ਇਹ ਨਹੀਂ ਮੈਨੂੰ ਪਤਾ, ਕਿਹੜੀ ਕੰਪਨੀ ਦਾ ਚਲਾ ਰਿਹਾ ਤੇ ਇਹਦਾ ਐਡਰੈਸ ਕੀ ਹੈ ਉਹ ਵੀ ਨਹੀਂ ਮੈਨੂੰ ਪਤਾ। ਸਿਰਫ ਇਹਦਾ ਕੰਟੈਕਟ ਨੰਬਰ ਤੇ ਮੈਨੂੰ ਇਹ ਪਤਾ ਇਹ ਸਿਟੀ ਬੂਟਲੈਂਡ 'ਚ ਰਹਿ ਰਿਹਾ, ਕੈਲੀਫੋਰਨੀਆ ਦੀ ਸਿਟੀ ਹੈ ਇਹ। ਬੂਟਲੈਂਡ। ਹਾਂਜੀ, ਬਹੁਤ ਜਲਦੀ ਫੜਿਆ ਜਾਵੇਗਾ, ਨੋ ਪ੍ਰੋਬਲਮ। ਅਸੀਂ FBI ਨੂੰ ਮੈਂ ਅਪਰੋਚ ਕਰ ਰਿਹਾ, ਬਹੁਤ ਜਲਦੀ ਮੇਰਾ ਪੈਨਲ ਅਪਰੋਚ ਕਰੇਗਾ। ਔਰ ਪੰਜਾਬ ਸਰਕਾਰ ਨੂੰ ਅਸੀਂ ਬਹੁਤ ਸਾਰੀ ਡਿਟੇਲ ਭੇਜ ਰਹੇ ਹਾਂ ਔਰ ਜਿਨ੍ਹਾਂ ਅਕਾਊਂਟਾਂ ਦੇ ਵਿੱਚ ਪੈਸੇ ਗਏ ਨੇ ਉਹ ਪੰਜਾਬ ਸਰਕਾਰ ਵਾਚ ਕਰੇਗੀ ਕਿੱਥੋਂ ਪੈਸੇ ਆਏ ਨੇ। ਅਸੀਂ ਤੁਹਾਡੇ ਨਾਲ ਵਾਅਦਾ ਕਰਦੀ ਕੈਨੇਡੀਅਨ ਕਮਿਊਨਿਟੀ, ਜੋ ਵੀ ਮੇਰੇ ਪਾਸ ਜੋ ਵੀ ਪਾਵਰ ਹੈ ਇਹ ਮੇਰੀ ਨਹੀਂ ਹੈ, ਇਹ ਮੇਰੇ ਕੈਨੇਡਾ ਵਿੱਚ ਵਸਣ ਵਾਲੇ ਪਰਿਵਾਰਾਂ ਵੱਲੋਂ ਮਿਲੀ ਹੋਈ ਸ਼ਕਤੀ ਹੈ। ਮੈਂ ਤੁਹਾਨੂੰ ਵਾਅਦਾ ਕਰਦਾ ਭੈਣ, ਤੂੰ ਮੇਰੀ ਸਾਡੀ ਧੀ ਹੈ, ਤੂੰ ਸਾਡੇ ਸਮਾਜ ਦੀ ਧੀ ਹੈ। ਜੇ ਤੁਹਾਡੀ ਮਾਂ ਨਹੀਂ ਜ਼ਿੰਦਗੀ ਵਿੱਚ, ਇੱਥੇ ਮਾਵਾਂ ਵੱਲੋਂ ਤੁਹਾਨੂੰ ਆਸ਼ੀਰਵਾਦ ਮਿਲੇਗਾ, ਪਰਿਵਾਰਾਂ ਵੱਲੋਂ ਮਿਲੇਗਾ ਔਰ ਤੁਹਾਨੂੰ ਅਸੀਂ ਇਨਸਾਫ ਦਵਾਵਾਂਗੇ। ਮਿਹਰਬਾਨੀ। ਹੋਰ ਇੱਕ ਮਿੰਟ ਸੁਣਿਓ, ਇਹਦਾ YouTube ਤੇ ਪਾਇਓ, ਇੰਨਾ ਪੋਰਸ਼ਨ ਇੰਟਰਵਿਊ ਦਾ ਅਸੀਂ ਸਾਰੇ ਗਰੁੱਪਾਂ ਦੇ ਸ਼ੇਅਰ ਕਰਾਂਗੇ। ਸਾਡੇ ਬਹੁਤ ਅਸੀਂ ਟਰੱਕ ਚਲਾਉਂਦੇ ਆ ਕੈਲੀਫੋਰਨੀਆ ਦੇ ਵਿੱਚ, ਬਹੁਤ ਮੁੰਡੇ ਟਰੱਕ ਚਲਾਉਂਦੇ ਆ। ਅਸੀਂ ਆਲਰੇਡੀ ਅਸੀਂ ਅੱਜੇ ਪਾ ਰਹੇ ਹਾਂ ਜੀ। ਸਿੱਧੂ ਸਾਹਿਬ ਜੀ ਫਿਊਜ਼ਨ ਹੋ ਰਿਹਾ। ਇਹਨਾਂ ਦੇ ਮੁਤਾਬਕ ਉਸ ਦੀ ਉਮਰ 32 ਸਾਲ ਹੈ, ਪਰ ਡੇਟ ਆਫ ਬਰਥ ਜੇ ਪਾਸਪੋਰਟ ਤੇ ਦੇਖੀਏ ਤਾਂ 30/9/95 ਹੈ ਜੀ। 30/9/95 ਕਿੰਨੇ ਦਾ ਹੋ ਗਿਆ ਫਿਰ? ਇਹ 95 ਦਾ ਤਾਂ ਨਹੀਂ ਬਣਦਾ ਜੀ। ਹਾਂਜੀ, 32 ਦਾ ਤਾਂ ਨਹੀਂ ਬਣਦਾ ਜੀ। ਇਹ ਤਾਂ ਫਿਰ ਬਣਿਆ ਸਾਰਾ ਇਹ 25 ਸਾਲ ਦਾ ਬਣਿਆ। ਹਾਂ, 32 ਨਹੀਂ ਬਣ ਰਿਹਾ ਜੀ, ਹੈ ਨਾ। ਆਪਣੇ ਇਹ ਤਾਂ 25 ਸਾਲ ਦਾ ਜੀ ਤੁਹਾਡਾ ਇਹ ਘਰ ਵਾਲਾ। ਮੈਨੂੰ ਤਾਂ ਇਹ ਕਹਿ ਰਿਹਾ ਸੀਗਾ ਕਿ ਮੈਂ ਜਦੋਂ ਸਾਡੀ ਮੈਰਿਜ ਹੋਈ ਹੈ ਕਹਿੰਦਾ ਸੀ ਮੈਂ 32 ਦਾ। ਨਹੀਂ, ਇਹ 30/9/95 ਦੀ ਡੇਟ ਆਫ ਬਰਥ ਹੈ। 95 ਤੇ ਪਲੱਸ 5 ਪਾ ਲਓ, ਇਹ ਬਣ ਗਿਆ। ਹਾਂਜੀ, ਮੇਰੇ ਨਾਲ ਵੀ ਛੋਟਾ ਜੀ ਹੈ ਤਾਂ। ਹਾਂ, 25 ਸਾਲ ਦਾ ਹੈ ਇਹ। 25 ਸਾਲ ਦਾ ਹੈ ਗੀਗਾ। ਐਨੀਵੇ, ਇਹਦਾ ਨਾਮ ਦੱਸੋ ਇੰਗਲਿਸ਼ ਕੀ ਸਪੈਲਿੰਗ ਕੀ ਹੈ, ਬੋਲੋ ਇਹਦੇ ਪਾਸਪੋਰਟ ਤੇ ਕੀ ਸਪੈਲਿੰਗ ਕੀ ਹੈ, ਤਾਂ ਕਿ ਅਸੀਂ ਪਾਸਪੋਰਟ ਤੇ ਮਲਕੀਤ ਵੀ ਸ਼ੁਡ ਕਾਲ ਟੂ ਹਾਈ ਕਮਿਸ਼ਨਰ ਅਮਰੀਕਾ ਨੂੰ। ਜੀ ਬਿਲਕੁਲ, ਇਹਨਾਂ ਕੋਲੇ ਪਾਸਪੋਰਟ ਹੈਗਾ ਤਾਂ ਉਹ ਤੋਂ ਈਜ਼ੀ ਹੈ ਜੀ, ਬਹੁਤ ਹੈ ਉੱਥੇ ਕੈਪਚਰ ਕਰਨਾ ਇਹਨੂੰ। ਜੀ ਬੋਲੋ। ਸੋ ਮਲਕੀਤ ਹੈ ਜੀ, MALKEET ਸਿੰਘ। ਹਾਂ, ਤੇ ਸਰਨੇਮ ਇਹਦਾ ਲਿਖਿਆ DHAINDA। ਇੱਕ ਮਿੰਟ, DHAINDA। ਢਿੰਡਾ ਸਮਥਿੰਗ ਕੀ ਬਣ ਰਿਹਾ ਜੀ? ਢੰਡਾ ਸਰ, ਢੰਡਾ DHANDA, ਢੰਡਾ। DHANDA ਵਿੱਚੋਂ ਆਈ ਤਾਂ ਆਈ ਕਿਤੇ ਪੈ ਗਈ ਫਿਰ ਤੁਹਾਡੇ ਕੋਲ ਬਾਈ ਮਿਸਟੇਕ? ਪਾਸਪੋਰਟ ਤੇ ਜੀ, ਪਾਸਪੋਰਟ ਤੇ ਬਾਕੀ ਇਹਨਾਂ ਕੋਲੇ ਪਾਸਪੋਰਟ ਨੰਬਰ ਹੈਗਾ, ਆਪਾਂ ਹਾਈ ਕਮਿਸ਼ਨ ਨੂੰ ਇਹਨਾਂ ਦਾ ਪਾਸਪੋਰਟ ਦੇ ਸਕਦੇ ਹਾਂ। ਅੱਛਾ, ਪ੍ਰੋਸੀਡ ਕਰੋ ਕਿ ਮੈਨੂੰ ਦੱਸੋ ਕਿ ਇਹ ਪਿੰਡ ਕਿਹੜਾ ਹੈ ਤੇ ਫਾਦਰ ਦਾ ਨਾਮ ਕੀ ਹੈ? ਬੋਲੋ, ਇਹਦੇ ਪਾਸਪੋਰਟ ਲਿਖਿਆ ਹੋਵੇਗਾ ਫਾਦਰ ਨਾਮ ਫॉर ਸ਼ੋਰ। ਜੀ, ਇਹਨਾਂ ਦੇ ਪਾਸਪੋਰਟ ਤੇ ਫਾਦਰ ਨੇਮ ਲਿਖਿਆ ਹੋਇਆ ਜੀ ਮਿੱਠੂ ਸਿੰਘ, MITHU ਸਿੰਘ। ਆਈ ਸੀ, ਮਿੱਠੂ। ਹਾਂਜੀ, ਮਿੱਠੂ ਤਾਂ ਇਹਦਾ ਬਣਾਵਾਂਗੇ ਮਿੱਠਾ ਚੰਗੀ ਤਰ੍ਹਾਂ, ਕਿਉਂਕਿ ਇਹਨਾਂ ਫਰਾਡ ਕੀਤਾ। ਇਹਨਾਂ ਨੂੰ ਪਤਾ ਉਹ ਮਿੱਠੂ ਸਿੰਘ ਜੀ ਪਿੰਡ ਹੀ ਨੇ ਕਿ ਉਹ ਵੀ ਫਰਾਰ ਨੇ ਜਦੋਂ ਇਹਨਾਂ ਨੇ ਕਾਰਵਾਈ ਕੀਤੀ ਸੀ? ਉਹ ਸਰ ਵਿਲੇਜ ਹੀ ਨੇ, ਉੱਥੇ ਹਾਊਸ 'ਚ ਹੀ ਨੇ,
ਉਹ ਕਹਿੰਦੇ ਤੁਸੀਂ ਸਾਡੇ ਤੇ ਜਿਹੜਾ ਕੇਸ ਪਾਤਾ ਹਾਈ ਕੋਰਟ ਦੇ ਵਿੱਚ, ਅਸੀਂ ਉਸ ਕੇਸ ਨੂੰ ਕੇਸ ਨਹੀਂ ਸਮਝਦੇ, ਤੂੰ ਸਾਡਾ ਕੁਝ ਨਹੀਂ ਕਰ ਸਕਦੀ, ਸਾਡਾ ਮੁੰਡਾ ਤਾਂ ਬਾਹਰ ਨਿਕਲ ਡੋਂਟ ਵਰੀ ਇਹਨਾਂ ਦਾ ਅਸੀਂ ਇਹਨਾਂ ਨੂੰ ਕਾਨੂੰਨ ਜਿਹੜਾ ਸਬਕ ਸਿਖਾਏਗਾ, ਅਸੀਂ ਨਹੀਂ, ਕਾਨੂੰਨ ਹਿੰਦੁਸਤਾਨ ਦਾ ਬੜੇ ਲੰਬੇ ਹੱਥੀਂ ਲਵੇਗਾ ਔਰ ਤੁਹਾਨੂੰ ਵਾਅਦਾ ਕਰਦੇ ਤੁਸੀਂ ਘਬਰਾਓ ਨਾ, ਟਾਈਮ ਲੱਗੇਗਾ ਔਰ ਤੁਹਾਨੂੰ ਇਨਸਾਫ ਮਿਲੇਗਾ। ਹਰ ਕੰਮ ਦੇ ਵਿੱਚ ਸਮਾਂ ਮੰਗਦਾ ਆ, ਸਮੇਂ ਦੀ ਲੋੜ ਹੈ। ਬੀ ਇਨਸ਼ੋਰ ਯੂ ਐਂਡ ਉਹਦਾ ਪਾਸਪੋਰਟ ਨੰਬਰ ਵੀ ਦੱਸ ਸਕਦੇ ਆ? ਬੀ ਗੋਇੰਗ ਟੂ ਪਾਸਪੋਰਟ ਨੰਬਰ ਨੋ ਦਿਸ ਇਜ਼ ਪ੍ਰਾਈਵੇਟ ਪ੍ਰਾਪਰਟੀ, ਕੈਨੇਡਾ ਇੰਡੀਆ ਗਵਰਨਮੈਂਟ ਪ੍ਰਾਪਰਟੀ ਆ, ਜੀ ਬਿਲਕੁਲ ਨਹੀਂ ਦੱਸ ਸਕਦੇ। ਸੋ ਐਨੀਵੇ ਅਸੀਂ ਪ੍ਰੋਸੀਡ ਕਰ ਰਹੇ ਹਾਂ ਮੈਟਰ ਨੂੰ। ਸੋ ਇਹ ਪਿੰਡ ਕੀ ਲਿਖਿਆ ਹੋਇਆ ਹੈ? ਪਿੰਡ ਦੱਸੋ ਕੀ ਲਿਖਿਆ, ਹਾਊ ਇਜ਼ ਸਪੈਲ ਦੀ ਵਿਲੇਜ ਨੇਮ? ਪਿੰਡ ਇਹਨਾਂ ਦਾ ਲਿਖਿਆ ਹੋਇਆ ਜੀ ਵੀਪੀਓ ਹਰੀਕੇ ਸੰਗਰੂਰ। ਹਰੀਕੇ ਆ, ਹਰੀਕੇ ਸੰਗਰੂਰ, ਹਰੀਕੇ ਦਾ ਆਇਆ ਜੀ। ਤੁਸੀਂ HERIKE HERIKE ਹਾਂ ਹਰੀਕੇ ਆ ਸੰਗਰੂਰ। ਨੀਅਰ ਲਿਖਿਆ ਹੋਇਆ ਜੀ ਨੀਅਰ ਮਚੱਟ, ਪਤਾ ਨਹੀਂ ਕੀ ਉਧਰਲੇ ਏਰੀਆ ਦੇ ਪਿੰਡਾਂ ਦੇ ਨਾਮ ਵੱਖਰੇ ਨਹੀਂ ਥੋੜੇ। ਨੀਅਰ MACHIT ਪੱਟੀ ਥਿੰਦ। I don't know what is this. ਹਰੀਕੇ ਗਾ ਕੀ ਬਣੇ M what? ਹਰੀਕੇ ਪਾ ਕੇ ਜੀ ਪਾਸਪੋਰਟ ਤੇ ਲਿਖਿਆ ਹੋਇਆ ਨੀਅਰ ਕਿ ਨਜ਼ਦੀਕ ਹੈ, MACHIT ਮਚੱਟ। ਮਚੱਟ। ਸੋ ਸਾਨੂੰ ਮਚੱਟ ਪੱਟੀ ਥਿੰਦ ਲਿਖਿਆ ਹੋਇਆ ਜੀ। I see. So ਅਸੀਂ we can find out ਇਹ ਸੰਗਰੂਰ ਡਿਸਟ੍ਰਿਕਟ ਹੈ ਨਾ ਜੀ? Okay, let me talk to ਸੰਗਰੂਰ SSP. I think it is Sandeep Goyal ne SSP. Let's see, check ਕਰੋ ਲਿਸਟ ਨੂੰ ਔਰ ਅਸੀਂ ਵੀ ਫਾਈਂਡ ਆਊਟ, ਡੋਂਟ ਵਰੀ ਦੈਟ, ਅਸੀਂ ਕੱਲ ਦੱਸਾਂਗੇ ਕਿ ਕੌਣ ਬੰਦਾ ਹੈ ਔਰ ਅਸੀਂ ਅਮਰੀਕਾ ਵਿੱਚ ਵੀ ਫਾਈਂਡ ਆਊਟ ਕਰ ਲੈਣਾ। ਔਰ ਜੀ ਬਸ ਇੱਥੇ ਵੀ ਲੀਗਲ ਪੈਨਲ ਨਾਲ ਗੱਲ ਹੋਗੀ, ਇਨਵੈਸਟੀਗੇਟ ਕਰ ਰਹੇ ਹਾਂ ਜੀ, ਉਹਦੇ ਨੰਬਰ ਤੋਂ ਫਾਈਂਡ ਆਊਟ ਕੀਤਾ ਜਾਣਾ ਕਿ ਉਹ ਕਿੱਥੇ ਕੰਮ ਕਰ ਰਿਹਾ। ਤੇ ਟੇਕ ਅ ਲਾਸਟ ਕਾਲ ਆਫ ਡੀਜੀ ਆਫਿਸ ਵੀ ਮੇਰੀ ਪੰਜਾਬ ਵੀ ਗੱਲ ਹੋ ਚੁੱਕੀ ਹੈ ਜੀ। ਗੁਰਦੀਪ ਨਾਲ ਗੱਲ ਕਰੋ। ਹਾਂਜੀ ਅਸੀਂ ਐਡੀਸ਼ਨ ਡੀਜੀਪੀ ਨਾਲ ਗੱਲਬਾਤ ਕਰ ਰਹੇ ਹਾਂ ਜੀ। ਗੁਰਦੀਪ ਜੀ ਗੋ ਹੈਡ, ਲਾਸਟ ਮੂਮੈਂਟ ਤੁਹਾਡੀ ਕਾਲ ਹੈ, ਬੋਲੋ ਜੀ। ਹਾਂਜੀ ਭਾਜੀ, ਬੜੀ ਸੈਡ ਸਟੋਰੀ ਆ ਜੀ ਭਾਜੀ, ਮੈਂ ਵੀ ਉੱਥੋਂ ਹੀ ਮੂਵ ਹੋ ਕੇ ਆਇਆ ਫਿਲੀਪੀਨ ਤੋਂ। ਤੂੰ ਜਾਣਦੇ ਕੋਈ ਬੰਦਾ ਜਾਣਦਾ ਮਲਕੀਤ ਸਿੰਘ ਇਹ ਟੰਡਾ ਆ ਔਰ ਇਹਨਾਂ ਪਿੰਡ ਦਾ ਹਰੀਕੇ ਆ ਔਰ ਨਹੀਂ ਭਾਜੀ, ਮੈਂ ਤਾਂ ਇੱਥੇ ਮੂਵ ਹੋ ਗਿਆ ਨਾ, ਇੱਥੇ ਕੈਨੇਡਾ, ਮੈਂ ਵੀ ਉੱਥੋਂ ਹੀ ਮੂਵ ਹੋਇਆ ਫਿਲੀਪੀਨ ਤੋਂ। ਓ ਆਈ ਸੀ। ਸੋ ਐਨੀਵੇ ਇਹਨਾਂ ਦਾ ਕੰਮ ਠੀਕ ਸੀ ਉੱਥੇ। ਆਈ ਸੀ। ਤੂੰ ਜਾਣਦੇ ਸੀ ਇਹਨਾਂ ਨੂੰ? ਨਹੀਂ ਜਿੱਦਾਂ ਦੱਸਦੇ ਨਾ ਮਨੀ ਲੈਂਡਿੰਗ ਨਾਲ, ਮੈਂ ਵੀ ਉਹੀ ਕੰਮ ਕਰਦਾ ਸੀ ਉੱਥੇ। ਆਈ ਸੀ। ਐਨੀਵੇ ਸਾਨੂੰ ਇੱਕ ਕਾਲ ਆਈ ਅਮਰੀਕਾ ਤੋਂ ਜੀ, ਕਾਲ 661 ਅਮਰੀਕਾ ਦੀ ਕਾਲ ਹੈ, ਦੇਖੋ ਤੇ ਕਿੱਥੋਂ ਦੀ ਹੈ ਫਸਟ ਕਾਲ। ਅਮਰੀਕਨ ਲੋਕ ਸਾਨੂੰ ਕਾਲ ਕਰਨ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਕਿੱਥੋਂ ਬੋਲ ਰਹੇ ਤੁਸੀਂ? ਨਹੀਂ ਮੈਂ ਇੱਥੋਂ ਹੀ ਬੋਲਦੀ ਹੈਗੀ ਆ, ਮਿਸਿਸਾਗਾ ਤੋਂ। ਅੱਛਾ ਪ੍ਰੋਸੀਡ ਕਰੋ, ਮੇਕਅਪ ਤੇ 20 ਸੈਕਿੰਡ। ਮੈਂ ਇਹੀ ਕਹਿਣਾ ਸੀਗਾ ਕਿ ਇਹਨਾਂ ਦੀ ਸੱਚੀ ਸਟੋਰੀ ਹੈਗੀ ਹੈ, ਜਿੰਨੀ ਕਿ ਇਹਨਾਂ ਭੈਣ ਜੀ ਦੀ ਹੈਲਪ ਕਰ ਸਕਦੇ ਆ ਉਨੀ ਕਰੋ, ਜਿੰਨਾ ਵੀ ਪੈਸਾ ਇਹਨਾਂ ਨੂੰ ਵਾਪਸ ਮੁੜ ਸਕਦਾ ਮੁੜੇ, ਕਿਉਂਕਿ ਇਹਨਾਂ ਨੇ ਆਪਣੀ ਜ਼ਿੰਦਗੀ ਵੀ ਕੱਢਣੀ ਹੈ, ਆਪਣੀ ਬੇਟੀ ਦੀ ਵੀ ਜ਼ਿੰਦਗੀ ਵੀ। ਤੁਹਾਡੇ ਤੇ ਬੜੀ ਆਸ ਲਾ ਕੇ ਬੈਠੇ ਆ, ਤਾਂ ਪਲੀਜ਼ ਸਾਰੇ ਰਲ ਮਿਲ ਕੇ ਇਹਨਾਂ ਦੀ ਹੈਲਪ ਕਰੋ। ਵੀ ਪ੍ਰੋਮਿਸ ਟੂ ਪੈਣੇ ਔਰ ਮੈਂ ਸਰਚ ਕਰਕੇ ਤੁਹਾਡੇ ਮੈਨੂੰ ਬਹੁਤ ਦੁੱਖ ਹੋ ਰਿਹਾ, ਮੇਰੀਆਂ ਬੱਚੀਆਂ ਇਹਦਾ ਮੈਨੂੰ ਬਹੁਤ ਦੁੱਖ ਹੋ ਰਿਹਾ। ਆਈ ਅੰਡਰਸਟੈਂਡ। ਓਕੇ ਟੇਕ ਦੀ ਫਰਸਟ ਕਾਲ। ਆਈ ਥਿੰਕ ਕਾਲਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਕਿੱਥੋਂ ਬੋਲ ਰਹੇ ਸਰ? ਭਾਜੀ ਅਮਰੀਕਾ ਤੋਂ ਬੋਲਦਾ, ਜਿਹੜੇ ਵੁੱਡਲੈਂਡ ਸ਼ਹਿਰ ਕਹਿ ਰਿਹਾ ਸੈਕਰਾਮੈਂਟੋ ਦੇ ਵਿੱਚ ਆ। ਅੱਛਾ ਸੈਕਰਾਮੈਂਟੋ ਚ ਆ ਉਹ। ਅੱਛਾ ਤੁਸੀਂ ਸਾਡੀ ਮਦਦ ਕਰੋ ਵੀ ਸੈਕਰਾਮੈਂਟ ਚ ਮੁੰਡਾ ਆਇਆ ਮਲਕੀਤ ਸਿੰਘ, ਹਾਂਜੀ ਹੈਲਪ ਕਰੋ ਸਾਡੀ। ਹਾਂਜੀ ਮੈਂ ਤੁਹਾਨੂੰ ਤਾਂ ਹੀ ਦੁਬਾਰਾ ਫੋਨ ਕੀਤਾ, ਪਹਿਲਾਂ ਮੈਂ ਕੀਤਾ ਸੀ, ਜੇ ਤੁਹਾਨੂੰ ਐਨੀ ਕਾਈਂਡ ਆਫ ਹੈਲਪ ਚਾਹੀਦੀ ਆ ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਆਈ ਸੀ। ਤੁਹਾਡਾ ਨੰਬਰ ਨੋਟ ਕਰੋ ਜੀ, ਇਹਨਾਂ ਦਾ ਸਿੱਧੂ ਸਾਹਿਬ ਇਹਨਾਂ ਦਾ ਨੰਬਰ, ਕਿਉਂਕਿ ਆਈ ਟਰਾਈ ਟੂ ਹੈਲਪ, ਅਸੀਂ ਤੁਹਾਡੀ ਹੈਲਪ ਮੰਗਦੇ ਹਾਂ। ਹਾਂਜੀ ਨੋ ਪ੍ਰੋਬਲਮ ਸਰ, ਮੈਂ ਕਰੂੰਗਾ। ਔਰ ਸਾਡਾ ਪ੍ਰੋਗਰਾਮ ਜਿਹੜਾ ਹੈ ਅਸੀਂ ਬਹੁਤ ਸਾਰੇ ਕਮਰਸ਼ੀਅਲ ਰਿਪੀਟ ਨਹੀਂ ਕਰ ਸਕੇ ਔਰ ਅਸੀਂ ਧੰਨਵਾਦੀਆਂ ਹੁਣ ਅੱਗੇ ਲੈਂਦੇ ਆ। ਆਪਣੀ ਸਟੋਰੀ ਨੂੰ ਅਸੀਂ ਕਵਰ ਕਰਾਂਗੇ ਕੱਲ ਦੇ ਪ੍ਰੋਗਰਾਮ ਵਿੱਚ, ਫਿਰ ਦੁਬਾਰਾ ਅਸੀਂ ਪ੍ਰੋਸੀਡ ਕਰ ਰਹੇ ਹਾਂ। ਹਾਂਜੀ ਕੱਲ ਨੂੰ ਸਟੋਰੀ ਨੂੰ ਆਪਣੇ ਸੀਮੋ ਜੀ ਕੱਲ ਨੂੰ ਅਸੀਂ ਫਿਰ ਤੁਹਾਡਾ ਲਾਈਨ ਤੇ ਲਿਆ ਰਹੇ ਹਾਂ ਔਰ ਕੋਸ਼ਿਸ਼ ਕਰ ਰਹੇ ਕਿ ਲੜਕੇ ਨੂੰ ਲਾਈਨ ਤੇ ਲਿਆਂਦਾ ਜਾ ਸਕੇ। ਤੇ ਅਸੀਂ ਪੰਜਾਬ ਪੁਲਿਸ ਨਾਲ ਫੌਰਨ ਮੈਂ ਤਾਲਮੇਲ ਕਰ ਰਹੇ ਹਾਂ, ਹੁਣ ਤਾਂ ਲੇਟ ਹੋ ਗਿਆ, ਅਰਲੀ ਮਾਰਨਿੰਗ ਅਸੀਂ ਅੱਜ ਸ਼ਾਮ ਨੂੰ ਕਰਾਂਗੇ। ਔਰ ਵੀ ਆਈ ਐਮ ਗੋਇੰਗ ਟੂ ਫਾਈਂਡ ਆਊਟ ਜਿਹੜੇ ਅਕਾਊਂਟ ਵਿੱਚ ਪੈਸੇ ਗਏ ਨੇ, ਵੀ ਟਰਾਈ ਟੂ ਸੀਜ ਗਵਰਨਮੈਂਟ ਨੂੰ ਕਹਿ ਕੇ ਫੌਰਨ ਜਿਹੜੇ ਕਾਨੂੰਨ ਕੀ ਕਹਿੰਦਾ ਉੱਥੋਂ ਦਾ ਵੀ ਡੋਂਟ ਵਰੀ। ਔਰ ਅਸੀਂ ਤੁਸੀਂ ਆਸ ਰੱਖੋ ਕੈਨੇਡੀਅਨ ਲੋਕਾਂ ਤੇ, ਕੈਨੇਡੀਅਨ ਕਮਿਊਨਿਟੀ ਤੁਹਾਡੀ ਮਦਦ ਕਰੇਗੀ। ਜੋਗਿੰਦਰ ਵਾਸੀ ਨਹੀਂ, ਇਹ ਮਦਦ ਜਿਹੜੀ ਆ ਕੈਨੇਡਾ ਵਿੱਚ ਵਸਦੇ ਤੇ BBC ਟੋਰਾਂਟੋ ਦੇ ਸਰੋਤੇ ਅਤੇ ਦਰਸ਼ਕ ਮਦਦ ਕਰਨ ਜਾ ਰਹੇ ਨੇ। ਇਹ ਜੋ ਵੀ ਮਦਦ ਮਿਲਦੀ ਆ ਇਹ ਸਾਡੇ BBC ਟੋਰਾਂਟੋ ਸਰੋਤਿਆਂ ਦੀ ਮਿਲਦੀ ਆ। ਜੋਗਿੰਦਰ ਵਾਸੀ ਨੋਬੋਡੀ, ਗੁਰਪ੍ਰੀਤ ਸਿੱਧੂ ਜੀ ਠੀਕ ਹੈ ਨਾ ਆਪਾਂ ਕਹਿ ਰਹੇ? ਬਿਲਕੁਲ ਬਸ ਸਭ ਕਮਿਊਨਿਟੀ ਦੇ ਨਾਲ ਹੀ ਹੈ ਜੀ। ਕਮਿਊਨਿਟੀ ਇਕੱਲੇ ਕੈਨੇਡਾ ਦੀ ਨਹੀਂ, ਅਮਰੀਕਾ ਤੋਂ ਵੀ ਸਾਨੂੰ ਬਹੁਤ ਸਪੋਰਟ ਦੁਨੀਆ ਤੋਂ ਜਿਹੜੀ ਸਾਡੇ BBC ਟੋਰਾਂਟੋ ਦਰਸ਼ਕ ਨੇ ਉਹਨਾਂ ਵੱਲੋਂ ਤੁਹਾਨੂੰ ਮਦਦ ਮਿਲੇਗੀ, ਅਸੀਂ ਤੁਹਾਡੇ ਨਾਲ ਵਾਅਦਾ ਕਰਦੇ। ਬੜੀ ਮਿਹਰਬਾਨੀ। ਜੀ ਸਾਨੂੰ ਸੋਸ਼ਲ ਮੀਡੀਆ ਤੇ ਸਾਡੇ ਅਮਰੀਕ ਖਾਨ ਜੀ ਕਹਿ ਰਹੇ ਨੇ ਕਿ 10 ਮਿੰਟ ਮੇਰੇ ਤੋਂ ਸਿਰਫ ਹੈਗਾ, ਜਿਸ ਸ਼ਹਿਰ ਦਾ ਇਹ ਨਾਂ ਲੈ ਰਹੇ ਨੇ। ਸੋ ਕਾਫੀ ਸਾਰੇ ਆਪਣੇ ਜਿਹੜੇ ਆਡੀਅנס ਆ ਸੁਣਨ ਵਾਲੇ ਦੇਖਣ ਵਾਲੇ ਜੀ, ਅਸੀਂ ਇਨਵੈਸਟੀਗੇਟ ਕੰਮ ਕਰ ਰਹੇ ਆ ਵੀ ਕਰਾਂਗੇ। ਨੋ ਵੀ ਵਿਲ ਹੈਲਪ ਦਿਸ ਲੇਡੀ, ਵੀ ਵਿਲ ਹੈਲਪ। ਔਰ ਆਉਣ ਵਾਲਾ ਸਮਾਂ ਵਧੀਆ ਆਵੇਗਾ ਔਰ ਤੁਸੀਂ ਘਬਰਾਉਣਾ ਨਹੀਂ। ਔਰ ਜ਼ਿੰਦਗੀ ਵਿੱਚ ਦੁੱਖ ਸੁੱਖ ਹੁੰਦੇ ਨੇ, ਜੇ ਝੱਖੜ ਅੱਜ ਆਏ ਨੇ ਤਾਂ ਸਵੇਰ ਨੂੰ ਸੂਰਜ ਨੇ ਫੇਰ ਚੜ੍ਹਨਾ ਆ।
ਖਿਆਲ ਰੱਖਣਾ। ਹਾਂਜੀ ਮਿਹਰਬਾਨੀ, ਗੁੱਡ ਲੱਕ। ਤੁਹਾਡੇ ਤੇ ਹੀ ਹੈ ਸਰ, ਮੇਰੇ ਤਾਂ ਸਾਰਾ ਮਿਹਰਬਾਨੀ। ਮੈਂ ਜਿੰਨਾ ਵੀ ਹੁਣ ਤੁਸੀਂ ਮੇਰੀ ਸਪੋਰਟ ਕਰਨੀ ਹੈ, ਤੁਸੀਂ ਉਸ ਮੁੰਡੇ ਤੱਕ ਪਹੁੰਚਣਾ, ਤੁਸੀਂ ਉਹ ਤੋਂ ਮੇਰਾ ਪੈਸਾ ਕਢਾਉਣਾ। ਓਕੇ, ਅਸੀਂ ਬਹੁਤ ਜਲਦੀ ਪਹੁੰਚ ਰਹੇ ਹਾਂ, ਔਰ ਜੇ ਤੁਸੀਂ ਸੱਚ ਦੱਸਿਆ ਤਾਂ ਸੱਚ ਹੀ ਨਿਕਲਿਆ। ਮਿਹਰਬਾਨੀ, ਬਹੁਤ ਸ਼ੁਕਰੀਆ। ਔਰ ਹੀਰੋ